ਪਿਆਰੇ ਵਿਦਿਆਰਥੀਓ ਸਤਿ ਸ਼੍ਰੀ ਅਕਾਲ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕੰਪਿਊਟਰ ਸਾਇੰਸ ਜਮਾਤ 10ਵੀਂ ਦੇ ਪਾਰਟ ਨੰਬਰ 4 HTML ਭਾਗ 3 ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਸੋ ਬੱਚਿਓ, ਜੇਕਰ ਤੁਸੀਂ ਹਜੇ ਵੀ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਤੁਹਾਨੂੰ ਕੰਪਿਊਟਰ ਨਾਲ ਸੰਬੰਧਿਤ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲ ਸਕੇ। ਸੋ ਆਓ ਅਸੀਂ ਹੁਣ ਇਸ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਸ ਪਾਠ ਦੇ ਉਦੇਸ਼ ਬਾਰੇ ਜਾਣ ਲੈਂਦੇ ਹਾਂ। ਸਾਡਾ ਸਭ ਤੋਂ ਪਹਿਲਾ ਟੌਪਿਕ ਹੈ URL ਅਤੇ ਇਹਨਾਂ ਦੀਆਂ ਕਿਸਮਾਂ। ਦੂਸਰਾ ਹੈ ਤਸਵੀਰ ਨਾਲ ਕੰਮ ਕਰਨਾ। ਤੀਸਰਾ ਹਾਈਪਰਲਿੰਕਸ ਨਾਲ ਕੰਮ ਕਰਨਾ। ਚੌਥਾ ਫਾਰਮ ਨਾਲ ਕੰਮ ਕਰਨਾ। ਪੰਜਵਾਂ ਵੈਬ ਡਿਵੈਲਪਮੈਂਟ ਦੇ ਪੜਾਅ। ਅਤੇ ਇਸ ਪਾਠ ਦੇ ਅਖੀਰ ਵਿੱਚ ਅਸੀਂ ਇਸ ਪਾਠ ਦਾ ਅਭਿਆਸ ਕਰਾਂਗੇ। ਸੋ ਇਸ ਪਾਠ ਦਾ ਸਭ ਤੋਂ ਪਹਿਲਾ ਟੌਪਿਕ ਹੈ ਸਾਡੇ ਕੋਲ URL ਕੀ ਹੁੰਦੇ ਆ। ਸੋ URL ਦਾ ਪੂਰਾ ਨਾਮ ਯੂਨੀਫਾਰਮ ਰਿਸੋਰਸ ਲੋਕੇਟਰ ਹੁੰਦਾ ਹੈ ਅਤੇ URL ਨੂੰ ਵੈਬ ਐਡਰੈਸ ਵੀ ਕਹਿੰਦੇ ਹਨ। ਅਤੇ URL ਦੀ ਵਰਤੋਂ ਸਰਵਰ ਕੰਪਿਊਟਰਾਂ 'ਤੇ ਸਟੋਰ ਕੀਤੇ ਹੋਏ ਵੈਬ ਪੇਜਾਂ, ਟੈਕਸਟ ਡਾਕੂਮੈਂਟ ਅਤੇ ਵੱਖ-ਵੱਖ ਮੀਡੀਆ ਆਦਿ ਨੂੰ ਲੱਭਣ ਲਈ ਇਸ ਦੀ ਵਰਤੋਂ ਕਰਦੇ ਹਾਂ। ਸੋ ਅਸੀਂ ਇੰਟਰਨੈਟ ਦੀ ਵਰਤੋਂ ਕਰਦੇ ਹੋਏ ਆਪਣੇ ਵੈਬ ਬਰਾਊਜ਼ਰ ਦੇ ਰਾਹੀਂ ਕਿਸੇ ਵੀ ਵੈਬਸਾਈਟ ਨੂੰ ਖੋਲ੍ਹਣ ਲਈ URL ਦੀ ਵਰਤੋਂ ਕਰਕੇ ਹੀ ਉਸ ਤੱਕ ਪਹੁੰਚ ਕਰ ਪਾਉਂਦੇ ਹਾਂ। ਅਤੇ ਇੰਟਰਨੈਟ 'ਤੇ ਮੌਜੂਦ ਹਰੇਕ ਵੈਬਸਾਈਟ ਦਾ ਆਪਣਾ ਇੱਕ ਵਿਲੱਖਣ URL ਹੁੰਦਾ ਹੈ। ਸੋ ਉਦਾਹਰਨ ਦੇ ਲਈ ਜੇਕਰ ਅਸੀਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ ਨੂੰ ਖੋਲ੍ਹਣਾ ਹੋਵੇ ਤਾਂ ਅਸੀਂ ਇਸ ਦੇ ਲਈ URL http://www.pseb.ac.in/ ਦੀ ਵਰਤੋਂ ਕਰਦੇ ਹਾਂ। ਸੋ ਹੁਣ ਅਸੀਂ ਅੱਗੇ ਦੇਖ ਲੈਂਦੇ ਹਾਂ ਕਿ URL ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਨਜ਼ਰ ਆਉਂਦਾ ਹੈ। ਸੋ ਜਿਹੜਾ URL ਹੈ, URL ਨੂੰ ਅਸੀਂ 4 ਭਾਗਾਂ ਵਿੱਚ ਵੰਡਦੇ ਹਾਂ, ਜਿਸ ਵਿੱਚ ਇਸ ਦਾ ਪਹਿਲਾ ਭਾਗ ਹੈ http:// ਇਸ ਨੂੰ ਅਸੀਂ ਕਹਿੰਦੇ ਹਾਂ ਪ੍ਰੋਟੋਕੋਲ। ਅਤੇ ਇਸ ਦਾ ਦੂਸਰਾ ਭਾਗ ਹੈ ਹੋਸਟ ਦਾ ਨਾਮ। ਸੋ ਹੋਸਟ ਦੇ ਨਾਮ ਵਿੱਚ ਸਾਈਟ ਦਾ ਨਾਮ ਆਉਂਦਾ ਹੈ, ਜਿਵੇਂ www.site.com। ਸੋ ਸਾਈਟ ਕੋਈ ਵੀ ਵੈਬਸਾਈਟ ਹੋ ਸਕਦੀ ਹੈ, ਜਿਵੇਂ google.com। ਉਸ ਤੋਂ ਬਾਅਦ ਇਸ ਦਾ ਤੀਸਰਾ ਭਾਗ ਹੈ ਫੋਲਡਰ ਦਾ ਨਾਮ ਜਾਂ ਡਾਇਰੈਕਟਰੀ ਦਾ ਨਾਮ। ਅਤੇ ਅਖੀਰ ਵਿੱਚ ਇਸ ਦਾ ਜਿਹੜਾ ਫਾਈਲ ਦਾ ਨਾਮ ਹੈ। ਸੋ ਇਸ ਤਰ੍ਹਾਂ ਦੇ ਨਾਲ ਅਸੀਂ URL ਨੂੰ 4 ਭਾਗਾਂ ਵਿੱਚ ਵੰਡ ਸਕਦੇ ਹਾਂ। ਸੋ ਇੱਕ ਵੈਬਸਾਈਟ ਦਾ URL 4 ਬੁਨਿਆਦੀ ਹਿੱਸਿਆਂ ਤੋਂ ਬਣਿਆ ਹੁੰਦਾ ਹੈ, ਜਿਵੇਂ ਕਿ ਅਸੀਂ ਹੁਣੇ ਉੱਪਰ ਪੜ੍ਹਿਆ ਸੀ। ਜਿਵੇਂ ਪਹਿਲਾ ਪ੍ਰੋਟੋਕੋਲ, ਦੂਸਰਾ ਹੋਸਟ ਦਾ ਨਾਮ, ਤੀਸਰਾ ਫੋਲਡਰ ਦਾ ਨਾਮ ਅਤੇ ਚੌਥਾ ਫਾਈਲ ਦਾ ਨਾਮ। ਹੁਣ ਇਹਨਾਂ ਬਾਰੇ ਅਸੀਂ ਇੱਕ ਇੱਕ ਕਰਕੇ ਅੱਗੇ ਪੜ੍ਹ ਲੈਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈ ਪ੍ਰੋਟੋਕੋਲ। ਸੋ URL ਦਾ ਪਹਿਲਾ ਹਿੱਸਾ ਇੱਕ ਪ੍ਰੋਟੋਕੋਲ ਨੂੰ ਪਰਿਭਾਸ਼ਿਤ ਕਰਦਾ ਹੈ, ਜੋ ਕਿ ਇਹ ਦਰਸਾਉਂਦਾ ਹੈ ਕਿ ਕਿਹੜੇ ਪ੍ਰੋਟੋਕੋਲ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਵੇਂ ਕਿ HTTP ਜਾਂ HTTPS ਆਦਿ। ਦੂਸਰਾ ਹੈ ਹੋਸਟ ਦਾ ਨਾਮ। ਸੋ URL ਦੇ ਦੂਜੇ ਹਿੱਸੇ ਨੂੰ ਹੋਸਟ ਦਾ ਨਾਮ ਕਹਿੰਦੇ ਹਨ ਅਤੇ ਇਹ ਕਿਸ ਵੈਬਸਾਈਟ ਤੱਕ ਪਹੁੰਚ ਕਰਨੀ ਹੈ ਅਤੇ ਕਿਹੜੇ ਰਿਸੋਰਸ ਪ੍ਰਾਪਤ ਕਰਨੇ ਹਨ ਨੂੰ ਦਰਸਾਉਂਦਾ ਹੈ, ਜਿਵੇਂ ਕਿ www.google.com ਹੋਸਟ ਦੇ ਨਾਮ ਨੂੰ ਦਰਸਾਉਂਦਾ ਹੈ। ਤੀਸਰਾ ਹੈ ਫੋਲਡਰ ਜਾਂ ਫਾਈਲ ਦਾ ਨਾਮ। ਸੋ ਰਿਸੋਰਸ ਲੋਕੇਸ਼ਨ ਕਿਸੇ ਵੀ ਫੋਲਡਰ ਜਾਂ ਫਾਈਲ ਦੇ ਨਾਮ ਨੂੰ ਦਰਸਾਉਂਦੀ ਹੈ, ਜੋ ਕਿ ਹੋਸਟ ਦੇ ਅੰਦਰ ਮੌਜੂਦ ਹੁੰਦੀ ਹੈ, ਜਿਵੇਂ /web/index.html ਇਸ ਵਿੱਚ ਵੈਬ ਫੋਲਡਰ ਦਾ ਨਾਮ ਹੈ ਅਤੇ index.html ਫਾਈਲ ਦੇ ਨਾਮ ਨੂੰ ਦਰਸਾ ਰਿਹਾ ਹੈ। ਸੋ ਹੁਣ ਅਸੀਂ URL ਦੀਆਂ ਕਿਸਮਾਂ ਬਾਰੇ ਜਾਣਾਂਗੇ। ਸੋ URL ਦੀਆਂ 2 ਕਿਸਮਾਂ ਹੁੰਦੀਆਂ ਹਨ, ਜਿਸ ਵਿੱਚ ਪਹਿਲਾ ਹੈ ਐਬਸੋਲਿਊਟ URL ਅਤੇ ਦੂਸਰਾ ਰਿਲੇਟਿਵ URL। ਸੋ ਪਹਿਲਾਂ ਅਸੀਂ ਗੱਲ ਕਰਾਂਗੇ ਐਬਸੋਲਿਊਟ URL। ਸੋ ਜੇਕਰ ਅਸੀਂ ਕਿਸੇ ਵੈਬਸਾਈਟ ਦੇ ਕਿਸੇ ਖਾਸ ਵੈਬ ਪੇਜ ਨੂੰ ਖੋਲ੍ਹਣਾ ਹੋਵੇ ਤਾਂ ਸਾਨੂੰ ਆਪਣੇ ਵੈਬ ਬਰਾਊਜ਼ਰ ਦੇ ਐਡਰੈਸ ਬਾਰ ਵਿੱਚ ਉਸ ਵੈਬ ਪੇਜ ਦਾ ਪੂਰਾ URL ਲਿਖਣਾ ਪੈਂਦਾ ਹੈ। ਸੋ ਐਬਸੋਲਿਊਟ URL ਕਿਸੇ ਸਰੋਤ ਜਾਂ ਫਾਈਲ ਦੀ ਪੂਰੀ ਲੋਕੇਸ਼ਨ ਨੂੰ ਦਰਸਾਉਂਦਾ ਹੈ। ਉਦਾਹਰਨ ਦੇ ਲਈ ਜਿਵੇਂ ਤੁਸੀਂ ਹੇਠਾਂ ਦੇਖ ਪਾ ਰਹੇ ਹੋ, http://www.site.com/pic.jpeg। ਸੋ ਇਸ ਵਿੱਚ ਜਿਹੜਾ pic.jpg ਹੈ, ਇਹ ਸਾਨੂੰ ਉਸ ਫਾਈਲ ਨੂੰ ਦਰਸਾ ਰਿਹਾ ਹੈ ਜੋ ਕਿ ਡੋਮੇਨ ਨੇਮ site.com 'ਤੇ ਪਈ ਹੋਈ ਹੈ। ਸੋ ਹੁਣ ਅਸੀਂ ਐਬਸੋਲਿਊਟ URL ਦਾ ਫਾਈਲ ਸਟਰਕਚਰ ਦੇਖ ਲੈਂਦੇ ਹਾਂ। ਸੋ ਮੰਨ ਲਓ ਸਾਡੇ ਕੋਲ ਇੱਕ ਵੈਬ ਐਡਰੈਸ ਹੈ http://www.site.com/web/index.html। ਸੋ ਇਸ ਐਡਰੈਸ ਨੂੰ ਹੁਣ ਅਸੀਂ ਐਬਸੋਲਿਊਟ URL ਦੇ ਫਾਈਲ ਸਟਰਕਚਰ ਦੇ ਨਾਲ ਦਰਸਾ ਕੇ ਦੇਖ ਲੈਂਦੇ ਹਾਂ। ਜਿਵੇਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾ ਰਿਹਾ ਸਰਵਰ।
तो एक ਸਰਵਰ ਕੋਈ ਵੀ ਕੰਪਿਊਟਰ ਸਰਵਰ ਹੋ ਸਕਦਾ ਹੈ ਜਿਸ ਵਿੱਚ www.site.com ਜਿਹੜੀ ਵੈਬਸਾਈਟ ਹੈ ਉਹ ਤੇ ਹੋਸਟ ਕੀਤੀ ਹੋਈ ਹੋ ਸਕਦੀ ਹੈ। ਇਸ ਦੇ ਅੰਦਰ ਅੱਗੇ ਦੋ ਫੋਲਡਰ ਹੋ ਸਕਦੇ ਨੇ ਜਿਵੇਂ ਵੈਬ ਅਤੇ ਇਨਫੋ। ਸੋ ਵੈਬ ਦੇ ਅੰਦਰ ਵੀ ਅੱਗੇ ਦੋ ਫਾਈਲਾਂ ਹੋ ਸਕਦੀਆਂ ਨੇ index.html ਅਤੇ pic.jpg ਅਤੇ ਇਨਫੋ ਫੋਲਡਰ ਦੇ ਅੰਦਰ ਵੀ data.html ਫਾਈਲ ਹੋ ਸਕਦੀ। ਸੋ ਐਬਸੋਲਿਊਟ URL ਸਾਨੂੰ ਜਿਵੇਂ ਅਸੀਂ ਉੱਪਰ ਐਡਰੈਸ ਦੇਖ ਪਾ ਰਹੇ ਹਾਂ। ਸੋ www.site.com ਦੇ ਅੰਦਰ ਇੱਕ ਵੈਬ ਨਾਮ ਦਾ ਫੋਲਡਰ ਹੈ। ਸੋ ਵੈਬ ਨਾਮ ਦੇ ਫੋਲਡਰ ਦੇ ਅੰਦਰ index.html ਅਤੇ pic.jpg ਨਾਮ ਦੀ ਫਾਈਲ ਜਿਹੜੀ ਹੈ ਉਸ ਤਰ੍ਹਾਂ ਦੇ ਨਾਲ ਐਬਸੋਲੂਟ URL ਦੀ ਵਰਤੋਂ ਕਰਦੇ ਹੋਏ ਅਸੀਂ ਇਸ ਦਾ ਪੂਰਾ ਪਾਥ ਇਸ ਤਰ੍ਹਾਂ ਦੇ ਨਾਲ ਦਰਸਾ ਸਕਦੇ ਹਾਂ। ਸੋ ਐਬਸੋਲੂਟ URL ਤੁਹਾਡੇ ਫਾਈਲ ਨੂੰ ਪੂਰੇ ਪਾਥ ਰਾਹੀਂ ਦਰਸਾਉਂਦਾ ਹੈ। ਅਗਲਾ ਸਾਡੇ ਕੋਲ ਹੈ URL ਦੀ ਕਿਸਮ ਹੈ, ਦੂਸਰਾ ਇਸ ਦੀ ਕਿਸਮ ਹੈ ਰਿਲੇਟਿਵ URL। ਸੋ ਰਿਲੇਟਿਵ URL ਦੀ ਵਰਤੋਂ ਹਮੇਸ਼ਾ ਐਬਸੋਲਿਊਟ URL ਨੂੰ ਛੋਟਾ ਕਰਨ ਲਈ ਕਰਦੇ ਹਾਂ। ਇੱਕ ਰਿਲੇਟਿਵ URL ਮੌਜੂਦਾ ਵੈਬ ਪੇਜ ਦੀ ਲੋਕੇਸ਼ਨ ਅਨੁਸਾਰ ਹੋਰ ਸਰੋਤਾਂ ਜਾਂ ਫਾਈਲਾਂ ਦੇ ਪਾਥ ਦਾ ਵਰਣਨ ਕਰਦਾ ਹੈ। ਇਹਨਾਂ URL ਲਈ ਵੈਬ ਬਰਾਊਜ਼ਰ ਨੂੰ ਸਰਵਰ ਦੇ ਨਾਮ ਜਾਂ ਪ੍ਰੋਟੋਕੋਲ ਦੀ ਲੋੜ ਨਹੀਂ ਹੁੰਦੀ। ਇਸ ਦਾ ਮੁੱਖ ਫਾਇਦਾ ਇਹ ਹੈ ਕਿ ਵੈਬ ਸਰਵਰ ਜਾਂ ਲੋਕਲ ਡਾਇਰੈਕਟਰੀ ਸਿਸਟਮ ਉੱਪਰ ਲੋੜੀਂਦੇ ਸਰੋਤ ਜਾਂ ਫਾਈਲ ਦੁਆਰਾ ਆਪਣੀ ਲੋਕੇਸ਼ਨ ਬਦਲਣ ਉਪਰੰਤ ਇਸ ਕਿਸਮ ਦੇ URL ਦਾ ਪਾਥ ਆਪਣੇ ਆਪ ਬਦਲ ਜਾਂਦਾ ਹੈ। ਸੋ ਰਿਲੇਟਿਵ URL ਸਾਡੇ ਕੋਲ ਉਦਾਹਰਨ ਹੈ ./pic.jpeg। ਸੋ ਇਸ ਤਰ੍ਹਾਂ ਦੀ ਜਿਹੜਾ ਰਿਲੇਟਿਵ URL ਹੈ ਇਸ ਦੀ ਵਰਤੋਂ ਅਸੀਂ ਉਦੋਂ ਕਰਦੇ ਹਾਂ ਜਦੋਂ ਅਸੀਂ ਲੋਕਲ ਕੰਪਿਊਟਰ 'ਤੇ ਕਿਸੇ ਫਾਈਲ ਦੇ ਜਿਹੜਾ URL ਹੈ ਜਾਂ ਉਸਦਾ ਪਾਥ ਹੈ ਉਹ ਮੈਂਸ਼ਨ ਕਰਦੇ ਹਾਂ। ਸੋ ਉਸ ਟਾਈਮ 'ਤੇ ਹੀ ਅਸੀਂ ਰਿਲੇਟਿਵ URL ਦੀ ਵਰਤੋਂ ਕਰਦੇ ਹਾਂ। ਸੋ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਜਿਹੜੀ pic.jpg ਫਾਈਲ ਹੈ, ਜੇਕਰ ਇਸ ਦੀ ਫਾਈਲ ਲੋਕੇਸ਼ਨ ਅਸੀਂ ਕਿਤੇ ਚੇਂਜ ਕਰਦੇ ਹਾਂ ਤਾਂ ਉਹ ਵੀ ਰਿਲੇਟਿਵ URL 'ਚ ਆਪਣੇ ਆਪ ਹੀ ਚੇਂਜ ਹੋ ਜਾਂਦੀ ਹੈ। ਅੱਗੇ ਸਾਡੇ ਕੋਲ ਰਿਲੇਟਿਵ ਫਾਈਲ ਪਾਥ ਡਿਲੀਮੀਟਰ ਦੀ ਅਸੀਂ ਗੱਲ ਕਰਾਂਗੇ। ਸੋ ਰਿਲੇਟਿਵ ਫਾਈਲ ਪਾਥ ਦੀ ਵਰਤੋਂ ਕਰਦੇ ਸਮੇਂ ਅਸੀਂ ਤਿੰਨ ਤਰ੍ਹਾਂ ਦੇ ਡਿਲੀਮੀਟਰ ./, $, ਅਤੇ // ਦੀ ਵਰਤੋਂ ਕਰਦੇ ਹਾਂ। ਉਦਾਹਰਨ ਲਈ ਮੰਨ ਲਓ ਕਿ ਅਸੀਂ D ਡਰਾਈਵ ਦੇ ਮੇਨ ਫੋਲਡਰ ਵਿੱਚ ਮੌਜੂਦ index.html ਫਾਈਲ ਵਿੱਚ ਕੰਮ ਕਰ ਰਹੇ ਹਾਂ। ਡਿਲੀਮੀਟਰ ਦੇ ਮੁੱਖ ਕੰਮ ਇਸ ਪ੍ਰਕਾਰ ਹੋਣਗੇ, ਜਿਵੇਂ ਪਹਿਲਾ ਹੈ ਡਿਲੀਮੀਟਰ ./, ਮੌਜੂਦਾ ਵਰਕਿੰਗ ਫਾਈਲ ਯਾਨੀ ਕਿ index.html ਦੇ ਮੇਨ ਫੋਲਡਰ ਵੱਲ ਇਸ਼ਾਰਾ ਕਰਦਾ ਹੈ। ਉਦਾਹਰਨ ਦੇ ਲਈ ./pic.jpg। ਸੋ ਡਿਲੀਮੀਟਰ ./, ਜਿਸ ਫਾਈਲ ਵਿੱਚ ਅਸੀਂ ਮੌਜੂਦਾ ਤੌਰ 'ਤੇ ਕੰਮ ਕਰਦੇ ਹੋਵਾਂਗੇ ਸੋ ਉਸ ਫਾਈਲ ਨੂੰ ਦਰਸਾਉਣ ਲਈ ਅਸੀਂ .// ਦੀ ਵਰਤੋਂ ਕਰਦੇ ਹਾਂ। ਦੂਸਰਾ ਡਿਲੀਮੀਟਰ ਹੈ ਸਾਡੇ ਕੋਲ $. ਸੋ ਡਿਲੀਮੀਟਰ $. ਮੌਜੂਦਾ ਫਾਈਲ ਦੇ ਮੇਨ ਫੋਲਡਰ ਦੇ ਉੱਪਰਲੇ ਫੋਲਡਰ ਵੱਲ ਇਸ਼ਾਰਾ ਕਰਦਾ ਹੈ। ਸੋ ਉਦਾਹਰਨ ਦੇ ਲਈ $./pic.jpg ਰਾਹੀਂ ਅਸੀਂ ਡਿਲੀਮੀਟਰ ਇਸ ਤਰ੍ਹਾਂ ਡਿਲੀਮੀਟਰ ਨੂੰ ਦਰਸਾਵਾਂਗੇ। ਤੀਸਰਾ ਸਾਡੇ ਕੋਲ ਇਹਦਾ ਡਿਲੀਮੀਟਰ ਹੈ //। ਸੋ ਡਿਲੀਮੀਟਰ // ਹਮੇਸ਼ਾ ਵੈਬ ਪ੍ਰੋਜੈਕਟਰ ਦੇ ਰੂਟ ਫੋਲਡਰ ਵੱਲ ਇਸ਼ਾਰਾ ਕਰਦਾ ਹੈ। ਸੋ ਉਦਾਹਰਨ ਦੇ ਲਈ $.pic.jpg। ਸੋ ਜੋ ਵੀ ਅਸੀਂ ਜਿਸ ਵੀ ਫਾਈਲ ਡਾਇਰੈਕਟਰੀ 'ਚ ਅਸੀਂ ਕੰਮ ਕਰ ਰਹੇ ਹਾਂ ਤਾਂ ਉਸਦਾ ਜਿਹੜਾ ਮੇਨ ਰੂਟ ਵਾਲਾ ਜਿਹੜਾ ਫੋਲਡਰ ਹੋਏਗਾ ਉਸ ਨੂੰ ਦਰਸਾਉਣ ਲਈ ਅਸੀਂ // ਦੀ ਵਰਤੋਂ ਕਰਾਂਗੇ। ਅੱਗੇ ਹੁਣ ਅਗਲਾ ਟੌਪਿਕ ਤਸਵੀਰਾਂ ਨਾਲ ਕੰਮ ਕਰਨਾ। ਸੋ ਵੈਬ ਪੇਜ ਵਿੱਚ ਤਸਵੀਰ ਲਗਾਉਣ ਲਈ /img ਟੈਗ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਹ ਇੱਕ ਐਮਪਟੀ ਟੈਗ ਹੈ ਅਤੇ ਇਸ ਨੂੰ img ਟੈਗ ਦੇ ਸ਼ੁਰੂਆਤੀ ਟੈਗ ਨਾਲ ਸ਼ੁਰੂ ਕੀਤਾ ਜਾਂਦਾ ਹੈ, ਪਰੰਤੂ ਇਸ ਨੂੰ ਬੰਦ ਨਹੀਂ ਕੀਤਾ ਜਾਂਦਾ ਕਿਉਂਕਿ ਇਹ ਇੱਕ ਐਮਪਟੀ ਟੈਗ ਹੈ, ਇਸਦਾ ਕੋਈ ਵੀ ਕਲੋਜ਼ਿੰਗ ਟੈਗ ਨਹੀਂ ਹੁੰਦਾ। img ਟੈਗ ਵਿੱਚ src ਐਟਰੀਬਿਊਟ ਦਾ ਪੂਰਾ ਨਾਮ ਸੋਰਸ ਹੁੰਦਾ ਹੈ ਜਿਸ ਵਿੱਚ ਸਾਨੂੰ ਤਸਵੀਰ ਦਾ ਪੂਰਾ ਪਾਥ ਦਰਸਾਉਣਾ ਹੁੰਦਾ ਹੈ ਅਤੇ img ਟੈਗ ਦੀ ਮਦਦ ਨਾਲ ਤਸਵੀਰ ਦਾ ਕੋਈ ਵੀ ਫਾਈਲ ਫਾਰਮੈਟ ਜਿਵੇਂ ਕਿ jpeg, png, bmp, gif ਆਦਿ ਨੂੰ ਵੈਬ ਪੇਜ ਵਿੱਚ ਪ੍ਰਦਰਸ਼ਿਤ ਕੀਤਾ ਜਾ ਸਕਦਾ ਹੈ। ਸੋ ਉਦਾਹਰਨ ਦੇ ਲਈ $img ਜੋ ਕਿ ਇਮੇਜ ਨੂੰ ਦਰਸਾ ਰਿਹਾ, src ਜੋ ਸੋਰਸ ਨੂੰ ਦਰਸਾ ਰਿਹਾ ਵੀ ਜਿਹੜੀ ਪਿਕਚਰ ਅਸੀਂ ਵੈਬ ਪੇਜ 'ਤੇ ਲਗਾਉਣਾ ਚਾਹੁੰਦੇ ਹਾਂ ਉਹ ਕਿਸ ਮੈਮਰੀ ਲੋਕੇਸ਼ਨ 'ਤੇ ਪਈ ਹੋਈ ਹੈ। ਸੋ ਉਸ ਮੈਮਰੀ ਲੋਕੇਸ਼ਨ ਨੂੰ ਅਸੀਂ src ਐਟਰੀਬਿਊਟ ਦੇ ਅੰਦਰ ਡਬਲ ਕੋਡ ਦੇ ਵਿੱਚ ਦਰਸਾਵਾਂਗੇ ਜਿਵੇਂ ਇਸ ਵਿੱਚ
ਦਰਸਾਇਆ ਗਿਆ ਵੀ ਜਿਹੜੀ sample.jpg ਨਾਮ ਦੀ ਫਾਈਲ ਹੈ ਉਹ ਸੀ ਡਰਾਈਵ ਦੇ ਵਿੱਚ ਡੈਸਕਟਾਪ ਨਾਮ ਦਾ ਇੱਕ ਫੋਲਡਰ ਹੈ, ਉਸ ਦੇ ਅੰਦਰ ਇੱਕ sample.jpg ਨਾਮ ਦੀ ਫਾਈਲ ਪਈ ਹੋਈ ਹੈ। ਸੋ ਹੁਣ ਅਸੀਂ ਇਮੇਜ ਦਾ ਇੱਕ ਪ੍ਰੋਗਰਾਮ ਬਣਾਉਣਾ ਸਿੱਖ ਲੈਂਦੇ ਹਾਂ। ਸਭ ਤੋਂ ਪਹਿਲਾਂ ਦੇਖ ਪਾ ਰਹੇ ਹੋ HTML ਦਾ ਓਪਨਿੰਗ ਟੈਗ ਲੱਗਾ ਹੋਇਆ, ਕਲੋਜ਼ਿੰਗ ਟੈਗ ਲੱਗਾ ਹੋਇਆ। ਉਸ ਤੋਂ ਬਾਅਦ ਹੈਡ ਦੇ ਅੰਦਰ ਅਸੀਂ ਇੱਕ ਟਾਈਟਲ ਮੈਂਸ਼ਨ ਕੀਤਾ। ਉਸ ਤੋਂ ਬਾਅਦ ਬੋਡੀ ਦੇ ਅੰਦਰ ਇੱਕ ਇਮੇਜ ਟੈਗ ਯੂਜ਼ ਕੀਤਾ ਜਿਸ ਵਿੱਚ ਅਸੀਂ SRC ਜੋ ਕਿ ਇਸ ਫਾਈਲ ਦਾ ਪੂਰਾ ਪਾਥ ਸ਼ੋ ਕਰ ਰਿਹਾ। ਇਸ ਤੋਂ ਬਾਅਦ ਅਸੀਂ ਬੋਡੀ ਟੈਗ ਨੂੰ ਕਲੋਜ਼ ਕਰ ਦਿੱਤਾ ਤੇ HTML ਕਲੋਜ਼ ਕਰ ਦਿੱਤਾ। ਹੁਣ ਅਸੀਂ ਇਸ ਨੂੰ ਪ੍ਰੋਗਰਾਮ ਨੂੰ ਚਲਾ ਕੇ ਦੇਖ ਲੈਂਦੇ ਹਾਂ। ਸਭ ਤੋਂ ਪਹਿਲਾਂ ਫਾਈਲ 'ਤੇ ਜਾਵਾਂਗੇ, ਫਾਈਲ ਦੇ ਅੰਦਰ ਓਪਨ ਇਨ ਡਿਫਾਲਟ ਵਿਊਅਰ 'ਤੇ ਕਲਿੱਕ ਕਰਾਂਗੇ ਤਾਂ ਤੁਸੀਂ ਦੇਖ ਪਾ ਰਹੇ ਹੋ ਸਾਡੀ ਇਮੇਜ ਐਗਜ਼ਾਮਪਲ ਜਿਹੜੀ ਫਾਈਲ ਸੀਗੀ ਉਸ ਵਿੱਚ ਜਿਹੜੀ ਫੋਟੋ ਹੈ ਉਹ ਲੱਗ ਚੁੱਕੀ ਹੈ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਇਮੇਜ ਟੈਗ ਦੀ ਵਰਤੋਂ ਕਰਦੇ ਹੋਏ SRC ਐਟਰੀਬਿਊਟ ਦੀ ਵਰਤੋਂ ਨਾਲ ਫਾਈਲ ਦਾ ਪੂਰਾ ਪਾਥ ਦੇ ਕੇ ਉਸ ਪਿਕਚਰ ਨੂੰ ਵੈਬ ਪੇਜ 'ਤੇ ਪ੍ਰਦਰਸ਼ਿਤ ਕਰ ਸਕਦੇ ਹਾਂ। ਅਗਲਾ ਸਾਡੇ ਕੋਲ ਟੌਪਿਕ ਹੈ ਤਸਵੀਰ ਨਾਲ ਅਲਟਰਨੇਟ ਟੈਕਸਟ ਸੈੱਟ ਕਰਨਾ। ਸੋ ਕਈ ਵਾਰ ਇੰਟਰਨੈਟ ਕਨੈਕਸ਼ਨ ਦੀ ਸਪੀਡ ਘੱਟ ਹੋਣ ਕਰਕੇ ਜਦੋਂ ਵੀ ਅਸੀਂ ਕੋਈ ਵੈਬ ਪੇਜ ਨੂੰ ਵੈਬ ਬਰਾਊਜ਼ਰ ਵਿੱਚ ਖੋਲ੍ਹਦੇ ਹਾਂ ਤਾਂ ਕਈ ਵਾਰ ਉਸ ਵੈਬ ਪੇਜ ਵਿੱਚ ਸੈੱਟ ਕੀਤੀ ਗਈ ਤਸਵੀਰ ਇੰਟਰਨੈਟ ਸਪੀਡ ਘੱਟ ਹੋਣ ਕਰਕੇ ਸਾਨੂੰ ਦਿਖਾਈ ਨਹੀਂ ਦਿੰਦੀ। ਤਾਂ ਇਸ ਦੇ ਲਈ ਅਸੀਂ ਅਲਟਰਨੇਟ ਟੈਕਸਟ ਐਟਰੀਬਿਊਟ ਦੀ ਵਰਤੋਂ ਕਰ ਸਕਦੇ ਹਾਂ। ਸੋ ਅਲਟਰਨੇਟ ਟੈਕਸਟ ਦੀ ਵਰਤੋਂ ਅਸੀਂ ਉਦੋਂ ਕਰਾਂਗੇ ਜਦੋਂ ਅਸੀਂ ਕੋਈ ਪਿਕਚਰ ਵੈਬਸਾਈਟ 'ਤੇ ਡਿਸਪਲੇ ਕਰਨਾ ਚਾਹ ਰਹੇ ਹਾਂ ਤਾਂ ਉਹ ਪਿਕਚਰ ਨੈੱਟ ਦੀ ਸਪੀਡ ਘੱਟ ਹੋਣ ਕਰਕੇ ਦਿਖਾਈ ਨਹੀਂ ਦੇ ਰਹੀ। ਤੇ ਜਦੋਂ ਵੀ ਅਸੀਂ ਮਾਊਸ ਦਾ ਕਰਸਰ ਉਸ ਪਿਕਚਰ ਦੇ ਉੱਪਰ ਲੈ ਕੇ ਜਾਵਾਂਗੇ ਤਾਂ ਉਸ ਪਿਕਚਰ ਦਾ ਜੋ ਵੀ ਅਸੀਂ ਅਲਟਰਨੇਟ ਟੈਕਸਟ ਯਾਨੀ ਕਿ ਜੋ ਵੀ ਅਸੀਂ ਟੈਕਸਟ ਦਿੱਤਾ ਹੋਏਗਾ ਤਾਂ ਉਹ ਸਾਨੂੰ ਦਿਖਾਈ ਦੇਵੇਗਾ ਵੀ ਇਹ ਪਿਕਚਰ ਕਿਸ ਤਰ੍ਹਾਂ ਦੀ ਹੈ। ਸੋ ਜਦੋਂ ਵੀ ਅਸੀਂ ਇਮੇਜ ਉੱਪਰ ਆਪਣਾ ਮਾਊਸ ਕਰਸਰ ਲੈ ਕੇ ਜਾਵਾਂਗੇ ਤਾਂ ਅਲਟਰਨੇਟ ਟੈਕਸਟ ਐਟਰੀਬਿਊਟ ਦੀ ਵਰਤੋਂ ਨਾਲ ਅਸੀਂ ਤਸਵੀਰ ਨੂੰ ਬਿਆਨ ਕਰਨ ਲਈ ਟੈਕਸਟ ਦੀ ਵਰਤੋਂ ਰਾਹੀਂ ਇਸ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ। ਸੋ ਅਲਟਰਨੇਟ ਟੈਕਸਟ ਨੂੰ ਵਰਤਣ ਦਾ ਸਾਡੇ ਕੋਲ ਥੱਲੇ ਉਦਾਹਰਣ ਹੈ। ਲੈਫਟ ਹੈਂਡ ਬ੍ਰੈਕਟ IMG SRC ਵਿੱਚ ਅਸੀਂ ਇਮੇਜ ਦਾ URL ਲਿਖ ਦਾਂਗੇ। ਉਸ ਤੋਂ ਬਾਅਦ ਅਲਟਰਨੇਟ ਟੈਕਸਟ ਦਾ ਐਟਰੀਬਿਊਟ ਹੈ ALT ਇਕੁਅਲ ਟੂ ਡਬਲ ਕੋਡ ਵਿੱਚ ਜੋ ਵੀ ਟੈਕਸਟ ਤੁਸੀਂ ਇਮੇਜ 'ਤੇ ਮਾਊਸ ਰੱਖਣ 'ਤੇ ਦਿਖਾਉਣਾ ਚਾਹੁੰਦੇ ਹੋ ਤਾਂ ਉਹ ਤੁਸੀਂ ਸੈਂਪਲ ਇਮੇਜ ਦੀ ਜਗ੍ਹਾ 'ਤੇ ਲਿਖ ਸਕਦੇ ਹੋ। ਲਾਸਟ ਵਿੱਚ ਅਸੀਂ ਰਾਈਟ ਹੈਂਡ ਬ੍ਰੈਕਟ ਨੂੰ ਕਲੋਜ਼ ਕਰ ਦਿੱਤਾ। ਸੋ ਹੁਣ ਅਸੀਂ ਇਮੇਜ 'ਤੇ ਅਲਟਰਨੇਟ ਟੈਕਸਟ ਲਗਾਉਣ ਬਾਰੇ ਸਿੱਖਾਂਗੇ। ਸੋ ਪ੍ਰੋਗਰਾਮ ਸੇਮ ਉਹੀ ਹੈ, ਬਸ ਅਸੀਂ ਇਸ ਵਿੱਚ SRC ਤੋਂ ਬਾਅਦ ਜਿਹੜਾ ਆਲਟ ਟੈਗ ਹੈ ਆਲਟ ਟੈਗ ਦੇ ਵਿੱਚ ਡਬਲ ਕੋਡ ਦੇ ਵਿੱਚ ਅਸੀਂ ਉਹ ਨਾਮ ਮੈਂਸ਼ਨ ਕੀਤਾ ਹੈ ਜੋ ਜੇਕਰ ਸਾਡੀ ਜਿਹੜੀ ਫੋਟੋ ਹੈ ਉਹ ਡਿਸਪਲੇ ਨਾ ਹੋਵੇ ਤਾਂ ਇਹ ਨਾਮ ਉੱਥੇ ਲਿਖਿਆ ਸਾਨੂੰ ਨਜ਼ਰ ਆਵੇਗਾ। ਅਸੀਂ ਮੇਨਟੇਨੈਂਸ ਦਾ ਇੱਥੋਂ ਹਟਾਤਾ ਹੈ। ਹੁਣ ਅਸੀਂ ਇਸ ਫਾਈਲ ਨੂੰ ਸੇਵ ਕਰ ਲਾਂਗੇ। ਸੇਵ ਕਰਨ ਤੋਂ ਬਾਅਦ ਫਾਈਲ ਦੇ ਵਿੱਚ ਅਸੀਂ ਜਾਵਾਂਗੇ ਓਪਨ ਇਨ ਡਿਫਾਲਟ ਵਿਊਅਰ। ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਜਿਹੜੀ ਫੋਟੋ ਹੈ ਉਹ ਸਾਡੀ ਡਿਸਪਲੇ ਨਹੀਂ ਹੋ ਰਹੀ, ਉਹਦੇ ਨਾਲ ਸਾਨੂੰ ਜਿਹੜਾ ਅਲਟਰਨੇਟ ਟੈਕਸਟ ਹੈ ਇਹ ਦਰਸਾ ਰਿਹਾ ਵੀ ਇਹ ਫੋਟੋ ਕਿਸ ਤਰ੍ਹਾਂ ਦੀ ਹੈ। ਇਸ ਤਰ੍ਹਾਂ ਦੇ ਨਾਲ ਅਸੀਂ ਆਲਟ ਟੈਗ ਦੀ ਵਰਤੋਂ ਕਰ ਸਕਦੇ ਹਾਂ। ਅਗਲਾ ਟੌਪਿਕ ਹੈ ਤਸਵੀਰ ਦੀ ਉਚਾਈ ਅਤੇ ਚੌੜਾਈ ਨੂੰ ਸੈੱਟ ਕਰਨਾ। ਸੋ ਇੱਕ ਤਸਵੀਰ ਦੀ ਉਚਾਈ ਨੂੰ ਸੈੱਟ ਕਰਨ ਲਈ ਅਸੀਂ ਇਮੇਜ ਟੈਗ ਦੇ ਹਾਈਟ ਐਟਰੀਬਿਊਟ ਅਤੇ ਇਸ ਦੀ ਚੌੜਾਈ ਨੂੰ ਸੈੱਟ ਕਰਨ ਲਈ ਅਸੀਂ ਵਿਡਥ ਐਟਰੀਬਿਊਟ ਦੀ ਵਰਤੋਂ ਕਰਦੇ ਹਾਂ। ਸੋ ਮੰਨ ਲਓ ਕੋਈ ਵੀ ਫੋਟੋ ਅਸੀਂ ਆਪਣੇ ਵੈਬ ਪੇਜ 'ਤੇ ਲਗਾ ਰਹੇ ਹਾਂ ਤਾਂ ਉਸ ਦਾ ਜਿਹੜਾ ਸਾਈਜ਼ ਹੈ ਸਕਰੀਨ ਦੇ ਸਾਈਜ਼ ਤੋਂ ਕਾਫੀ ਵੱਡਾ ਆ ਰਿਹਾ ਤਾਂ ਅਸੀਂ ਹਾਈਟ ਅਤੇ ਵਿਡਥ ਦੋਨੋਂ ਐਟਰੀਬਿਊਟ ਦੀ ਵਰਤੋਂ ਕਰਕੇ ਇਮੇਜ ਦਾ ਜਿਹੜੀ ਚੌੜਾਈ ਅਤੇ ਉਸ ਦੀ ਜਿਹੜੀ ਉਚਾਈ ਹੈ ਉਹ ਦੋਵਾਂ ਨੂੰ ਸੈੱਟ ਕਰ ਸਕਦੇ ਹਾਂ। ਸੋ ਹਾਈਟ ਅਤੇ ਵਿਡਥ ਐਟਰੀਬਿਊਟ ਦੇ ਮੁੱਲ ਪਹਿਲਾਂ ਤੋਂ ਹੀ ਪਿਕਸਲ ਵਿੱਚ ਸੈੱਟ ਕੀਤੇ ਗਏ ਹੁੰਦੇ ਹਨ ਅਤੇ ਅਸੀਂ ਤਸਵੀਰ ਦੇ ਆਕਾਰ ਦੇ ਅਨੁਸਾਰ ਇਸ ਦੀ ਚੌੜਾਈ ਅਤੇ ਉਚਾਈ ਨਿਰਧਾਰਿਤ ਕਰ ਸਕਦੇ ਹਾਂ। ਉਦਾਹਰਨ ਦੇ ਲਈ ਲੈਫਟ ਹੈਂਡ ਬ੍ਰੈਕਟ IMG SRC ਇਕੁਅਲ ਟੂ ਇਮੇਜ ਦਾ URL। ਵਿਡਥ ਅਸੀਂ ਉਸ ਦੀ ਰੱਖ ਦਿੱਤੀ ਹੈ 300 ਪਿਕਸਲ ਅਤੇ ਹਾਈਟ ਅਸੀਂ ਉਸ ਦੀ ਰੱਖ ਦਿੱਤੀ ਹੈ 400 ਪਿਕਸਲ। ਸੋ 300 ਬਾਈ 400 ਪਿਕਸਲ ਦੇ ਅਕੋਰਡਿੰਗ ਜਿਹੜੀ ਇਮੇਜ ਹੈ ਜਿਹੜੀ ਹਾਈਟ ਅਤੇ ਵਿਡਥ ਜਿਹੜੀ ਹੈ ਉਹ ਸੈੱਟ ਹੋ ਜਾਏਗੀ। ਸੋ ਹੁਣ ਅਸੀਂ ਇਮੇਜ ਦੀ ਵਿਡਥ ਅਤੇ ਹਾਈਟ ਸੈੱਟ ਕਰਨ ਬਾਰੇ ਸਿੱਖਾਂਗੇ। ਇਸ ਵਿੱਚ ਜਿਵੇਂ ਕਿ ਤੁਸੀਂ ਦੇਖ ਪਾ ਰਹੇ ਹੋ ਇਮੇਜ ਟੈਗ ਦੇ ਵਿੱਚ ਅਸੀਂ SRC ਐਟਰੀਬਿਊਟ ਤੋਂ ਬਾਅਦ ਹਾਈਟ ਅਤੇ ਵਿਡਥ ਦੋਨੋਂ ਐਟਰੀਬਿਊਟ ਯੂਜ਼ ਕੀਤੇ ਆ। ਸੋ ਹਾਈਟ ਐਟਰੀਬਿਊਟ ਦੇ ਵਿੱਚ ਅਸੀਂ ਇਸ ਦੀ ਜਿਹੜੀ ਉਚਾਈ ਹੈ 200 ਪਿਕਸਲ ਸੈੱਟ ਕੀਤੀ ਹੈ ਅਤੇ ਵਿਡਥ ਵਿੱਚ ਅਸੀਂ ਇਸ ਦੀ ਉਚਾਈ 300 ਪਿਕਸਲ ਸੈੱਟ ਕੀਤੀ ਹੈ। ਸੋ ਹੁਣ ਅਸੀਂ ਇਸ ਫਾਈਲ ਨੂੰ ਸੇਵ ਕਰਾਂਗੇ। ਸੇਵ ਕਰਨ ਤੋਂ ਬਾਅਦ ਫਾਈਲ 'ਤੇ ਕਲਿੱਕ ਕਰਕੇ ਓਪਨ ਇਨ ਡਿਫਾਲਟ ਵਿਊਅਰ 'ਤੇ ਕਲਿੱਕ ਕਰਾਂਗੇ। ਅਤੇ ਦੇਖ ਪਾ ਰਹੇ ਸਾਡੀ ਜਿਹੜੀ ਇਮੇਜ ਦੀ ਉਚਾਈ 200 ਪਿਕਸਲ ਅਤੇ ਚੌੜਾਈ 300 ਪਿਕਸਲ ਸੈੱਟ ਹੋ ਚੁੱਕੀ ਹੈ। ਸੋ ਇਸ ਤਰ੍ਹਾਂ ਨਾਲ ਅਸੀਂ ਹਾਈਟ ਅਤੇ ਵਿਡਥ ਐਟਰੀਬਿਊਟ ਦੀ ਵਰਤੋਂ ਕਰਕੇ ਇਮੇਜ ਦੀ ਉਚਾਈ ਅਤੇ ਚੌੜਾਈ ਸੈੱਟ ਕਰ ਸਕਦੇ ਹਾਂ। ਅਗਲਾ ਟੌਪਿਕ ਹੈ ਤਸਵੀਰ ਦਾ ਬਾਰਡਰ
ਸੈੱਟ ਕਰਨਾ। ਸੋ ਆਮ ਤੌਰ ਤੇ ਜਦੋਂ ਵੀ ਅਸੀਂ ਆਪਣੇ ਵੈਬ ਪੇਜ ਵਿੱਚ ਇਮੇਜ ਟੈਗ ਦੀ ਵਰਤੋਂ ਕਰਕੇ ਕੋਈ ਵੀ ਇਮੇਜ ਦਾਖਲ ਕਰਦੇ ਹਾਂ ਤਾਂ ਉਸ ਇਮੇਜ ਦਾ ਕੋਈ ਵੀ ਬਾਰਡਰ ਨਹੀਂ ਹੁੰਦਾ, ਪਰ ਅਸੀਂ ਬਾਰਡਰ ਐਟਰੀਬਿਊਟ ਦੀ ਵਰਤੋਂ ਕਰਕੇ ਕਿਸੇ ਵੀ ਇਮੇਜ ਦਾ ਬਾਰਡਰ ਨਿਰਧਾਰਿਤ ਕਰ ਸਕਦੇ ਹਾਂ। ਸੋ ਇੱਥੇ ਜਿਹੜਾ ਬਾਰਡਰ ਇਹ ਦਰਸਾਇਆ ਵੀ ਜੋ ਵੀ ਪਿਕਚਰ ਹੈ, ਪਿਕਚਰ ਦੇ ਆਲੇ ਦੁਆਲੇ ਜਿਹੜਾ ਘੇਰਾ ਹੈ, ਕਾਰਨਰ ਤੇ ਕੋਈ ਲਾਈਨ ਲਗਾਣੀ ਹੈ, ਕੋਈ ਕਲਰ ਲਗਾਉਣਾ ਲਾਈਨ ਤੇ ਉਸ ਨੂੰ ਅਸੀਂ ਬਾਰਡਰ ਕਹਿੰਦੇ ਹਾਂ। ਸੋ ਬਾਰਡਰ ਐਟਰੀਬਿਊਟ ਰਾਹੀਂ ਅਸੀਂ ਇਸ ਦੀ ਲਾਈਨ ਦੀ ਮੋਟਾਈ ਨੂੰ ਪਿਕਸਲ ਦੇ ਰੂਪ ਵਿੱਚ ਸੈੱਟ ਕਰ ਸਕਦੇ ਹਾਂ। ਜਿਵੇਂ ਇਸ ਦਾ 0 ਮੁੱਲ ਦਰਸਾਉਂਦਾ ਹੈ ਕਿ ਇਮੇਜ ਦੇ ਆਲੇ ਦੁਆਲੇ ਕੋਈ ਵੀ ਬਾਰਡਰ ਨਹੀਂ ਸੈੱਟ ਕੀਤਾ ਗਿਆ, ਅਤੇ ਇਸ ਤੋਂ ਵੱਧ ਮੁੱਲ ਦੇਣ ਤੇ ਇਸ ਦਾ ਬਾਰਡਰ ਸਾਨੂੰ ਦਿਖਾਈ ਦੇਵੇਗਾ। ਸੋ ਉਦਾਹਰਨ ਦੇ ਲਈ ਲੈਫਟ ਹੈਂਗਰ ਬ੍ਰੈਕਟ IMG SRC ਵਿੱਚ ਅਸੀਂ ਇਮੇਜ ਦਾ URL ਲਿਖ ਦਿੱਤਾ। ਉਸ ਤੋਂ ਬਾਅਦ ਅਸੀਂ ਐਟਰੀਬਿਊਟ ਯੂਜ਼ ਕੀਤਾ ਬਾਰਡਰ ਇਕੁਅਲ ਟੂ ਡਬਲ ਕੋਡ ਵਿੱਚ ਅਸੀਂ ਉਹ ਸਾਈਜ਼ ਦਰਸਾਵਾਂਗੇ ਜਿੰਨਾ ਮੋਟਾ ਅਸੀਂ ਉਸਦਾ ਬਾਰਡਰ ਦੇਣਾ ਚਾਹੁੰਦੇ ਹਾਂ। ਜਿਵੇਂ ਅਸੀਂ 2 ਇੱਥੇ ਲਿਖਿਆ ਹੈ, ਸੋ 2 ਪੁਆਇੰਟ ਤੱਕ ਇਮੇਜ ਦਾ ਜਿਹੜਾ ਬਾਰਡਰ ਹੈ ਉਹ ਸਾਨੂੰ ਦਿਖਾਈ ਦੇਵੇਗਾ। ਸੋ ਹੁਣ ਅਸੀਂ ਇਮੇਜ ਦਾ ਬਾਰਡਰ ਲਗਾਉਣ ਬਾਰੇ ਸਿੱਖਾਂਗੇ ਕਿ ਅਸੀਂ ਇੱਕ ਇਮੇਜ 'ਤੇ ਬਾਰਡਰ ਕਿਵੇਂ ਲਗਾ ਸਕਦੇ ਹਾਂ। ਸਭ ਤੋਂ ਪਹਿਲਾਂ ਅਸੀਂ ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖ ਲੈਂਦੇ ਹਾਂ। ਇਸ ਵਿੱਚ ਅਸੀਂ ਕੋਈ ਵੀ ਜਿਹੜਾ ਬਾਰਡਰ ਐਟਰੀਬਿਊਟ ਹੈ ਉਹ ਮੈਂਸ਼ਨ ਨਹੀਂ ਕੀਤਾ। ਸੋ ਅਸੀਂ ਫਾਈਲ 'ਤੇ ਜਾ ਕੇ ਓਪਨ ਇਨ ਡਿਪਾਰਟਮੈਂਟ 'ਤੇ ਕਲਿੱਕ ਕਰਾਂਗੇ ਤੇ ਦੇਖ ਪਾ ਰਹੇ ਹੋ ਇਸ ਇਮੇਜ ਦੇ ਕਿਨਾਰਿਆਂ 'ਤੇ ਕੋਈ ਵੀ ਜਿਹੜਾ ਬਾਰਡਰ ਨਹੀਂ ਲੱਗਿਆ ਹੋਇਆ। ਸੋ ਇਹਦਾ ਮਤਲਬ ਇਸ ਦੀ ਵੈਲਿਊ 0 ਹੈ। ਸੋ ਬਾਈ ਡਿਫਾਲਟ ਕੋਈ ਵੀ ਬਾਰਡਰ ਨਹੀਂ ਆਉਂਦਾ, ਪਰ ਅਸੀਂ ਇਸ ਨੂੰ ਆਪਣੀ ਲੋੜ ਅਨੁਸਾਰ ਇਸ ਦਾ ਬਾਰਡਰ 2 ਸੈੱਟ ਕਰ ਦਿੰਦੇ ਹਾਂ। ਸੋ ਬਾਰਡਰ 2 ਸੈੱਟ ਕਰਨ ਤੋਂ ਬਾਅਦ ਫਾਈਲ ਨੂੰ ਸੇਵ ਕਰਕੇ ਅਸੀਂ ਦੁਬਾਰਾ ਫਾਈਲ ਦੇ ਅੰਦਰ ਓਪਨ ਇਨ ਡਿਪਾਰਟਮੈਂਟ 'ਤੇ ਕਲਿੱਕ ਕਰਾਂਗੇ। ਸੋ ਹੁਣ ਦੇਖ ਪਾ ਰਹੇ ਇਸ ਇਮੇਜ ਦਾ ਜਿਹੜਾ ਬਾਰਡਰ ਹੈ ਉਹ 2 ਪਿਕਸਲ ਤੱਕ ਇੱਥੇ ਸ਼ੋ ਹੋ ਰਿਹਾ। ਸੋ ਜੇਕਰ ਅਸੀਂ ਇਸ ਨੂੰ ਹੋਰ ਮੋਟਾ ਕਰਨਾ ਚਾਹੁੰਦੇ ਹਾਂ ਤਾਂ ਇਸ ਨੂੰ ਦੀ ਵੈਲਿਊ 5 ਕਰ ਦਿੰਦੇ ਹਾਂ। 5 ਕਰਨ ਤੋਂ ਬਾਅਦ ਇਸ ਨੂੰ ਸੇਵ ਕਰਨ ਤੋਂ ਬਾਅਦ ਦੁਬਾਰਾ ਅਸੀਂ ਓਪਨ ਇਨ ਡਿਪਾਰਟਮੈਂਟ 'ਤੇ ਜਾਵਾਂਗੇ ਤਾਂ ਹੁਣ ਦੇਖ ਪਾ ਰਹੇ ਹੋ ਇਸ ਦਾ ਜਿਹੜਾ ਬਾਰਡਰ ਹੈ ਉਹ 2 ਪੁਆਇੰਟ ਨਾਲ ਅਸੀਂ 5 ਕੀਤਾ ਸੀ, ਹੁਣ 5.5 ਪਿਕਸਲ ਤੱਕ ਇਸ ਦਾ ਜਿਹੜਾ ਬਾਰਡਰ ਹੈ ਮੋਟਾ ਸ਼ੋ ਹੋ ਰਿਹਾ। ਸੋ ਅਗਲਾ ਟੌਪਿਕ ਹੈ ਤਸਵੀਰ ਦੀ ਅਲਾਈਨਮੈਂਟ ਸੈੱਟ ਕਰਨਾ। ਸੋ HTML ਡਾਕੂਮੈਂਟ ਵਿੱਚ ਅਸੀਂ ਇਮੇਜ ਟੈਗ ਦੇ ਅਲਾਈਨ ਐਟਰੀਬਿਊਟ ਰਾਹੀਂ ਅਸੀਂ ਤਸਵੀਰ ਦੀ ਵੈਬ ਪੇਜ ਵਿੱਚ ਦਿੱਖ ਸੈੱਟ ਕਰ ਸਕਦੇ ਹਾਂ, ਅਤੇ ਅਲਾਈਨ ਐਟਰੀਬਿਊਟ ਤਸਵੀਰ ਨੂੰ ਇਸ ਦੇ ਆਲੇ ਦੁਆਲੇ ਦੇ ਕੰਟੈਂਟ ਦੇ ਅਨੁਸਾਰ ਇਸ ਦੀ ਦਿੱਖ ਸੈੱਟ ਕਰਦਾ ਹੈ। ਸੋ ਇਮੇਜ ਟੈਗ ਦੇ ਅਲਾਈਨ ਟੈਗ ਦੇ ਵੱਖ-ਵੱਖ ਮੁੱਲ ਹੇਠ ਅਨੁਸਾਰ ਹਨ। ਜਿਵੇਂ ਪਹਿਲਾ ਹੈ ਲੈਫਟ। ਸੋ ਲੈਫਟ ਮੁੱਲ, ਇਹ ਮੁੱਲ ਤਸਵੀਰ ਦੀ ਦਿੱਖ ਨੂੰ ਖੱਬੇ ਪਾਸੇ ਵੱਲ ਨਿਰਧਾਰਿਤ ਕਰਦਾ ਹੈ। ਦੂਸਰਾ ਹੈ ਰਾਈਟ। ਇਹ ਮੁੱਲ ਤਸਵੀਰ ਦੀ ਦਿੱਖ ਨੂੰ ਸੱਜੇ ਪਾਸੇ ਵੱਲ ਨਿਰਧਾਰਿਤ ਕਰਦਾ ਹੈ। ਤੀਸਰਾ ਹੈ ਮਿਡਲ। ਇਹ ਮੁੱਲ ਤਸਵੀਰ ਦੀ ਦਿੱਖ ਨੂੰ ਵਿਚਕਾਰਲੇ ਪਾਸੇ ਨਿਰਧਾਰਿਤ ਕਰਦਾ ਹੈ। ਚੌਥਾ ਹੈ ਟੌਪ। ਇਹ ਮੁੱਲ ਤਸਵੀਰ ਦੀ ਦਿੱਖ ਨੂੰ ਉੱਪਰਲੇ ਪਾਸੇ ਵੱਲ ਪਰਿਭਾਸ਼ਿਤ ਕਰਦਾ ਹੈ। ਪੰਜਵਾਂ ਹੈ ਬਾਟਮ। ਇਹ ਮੁੱਲ ਤਸਵੀਰ ਦੀ ਦਿੱਖ ਨੂੰ ਹੇਠਲੇ ਪਾਸੇ ਵੱਲ ਨਿਰਧਾਰਿਤ ਕਰਦਾ ਹੈ। ਸੋ ਇਹਨਾਂ 5 ਮੁੱਲਾਂ ਦੇ ਰਾਹੀਂ ਅਸੀਂ ਕਿਸੇ ਵੀ ਟੈਕਸਟ ਦੇ ਨਾਲ ਜਿਹੜੀ ਫੋਟੋ ਹੈ ਉਸ ਨੂੰ ਇਹਨਾਂ 5 ਮੁੱਲਾਂ ਦੇ ਰਾਹੀਂ ਉੱਪਰ, ਹੇਠਾਂ, ਖੱਬੇ, ਵਿਚਕਾਰ ਅਤੇ ਸੱਜੇ ਪਾਸੇ ਨਿਰਧਾਰਿਤ ਕਰ ਸਕਦੇ ਹਾਂ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ ਇਮੇਜ ਸੋਰਸ ਵਿੱਚ ਅਸੀਂ ਇਮੇਜ ਦਾ ਪਾਥ ਦੇ ਦਿੱਤਾ। ਅਲਾਈਨ ਇਕੁਅਲ ਟੂ ਡਬਲ ਕੋਡ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਇੱਕ ਜਿਹੜਾ ਮੁੱਲ ਹੈ ਉਹ ਦੇ ਕੇ ਆਪਣੀ ਫੋਟੋ ਦੀ ਅਲਾਈਨਮੈਂਟ ਸੈੱਟ ਕਰ ਸਕਦੇ ਹੋ, ਜਿਵੇਂ ਲੈਫਟ, ਰਾਈਟ, ਮਿਡਲ, ਟੌਪ, ਬਾਟਮ। ਪਰ ਬਾਈ ਡਿਫਾਲਟ ਜਦੋਂ ਵੀ ਅਸੀਂ ਕਿਸੇ ਵੀ ਇਮੇਜ ਨੂੰ ਆਪਣੇ ਵੈਬ ਪੇਜ ਵਿੱਚ ਲਗਾਉਂਦੇ ਹਾਂ ਤਾਂ ਉਹ ਪਹਿਲਾਂ ਤੋਂ ਹੀ ਖੱਬੇ ਪਾਸੇ ਸਾਨੂੰ ਦਿਖਾਈ ਦਿੰਦੀ ਹੈ। ਸੋ ਹੁਣ ਅਸੀਂ ਇਮੇਜ ਦੀ ਅਲਾਈਨਮੈਂਟ ਸੈੱਟ ਕਰਨ ਬਾਰੇ ਸਿੱਖਾਂਗੇ। ਸੋ ਜਿਵੇਂ ਤੁਸੀਂ ਦੇਖ ਪਾ ਰਹੇ ਅਸੀਂ ਇਮੇਜ ਟੈਗ ਦੇ ਵਿੱਚ ਹਾਈਟ ਵਿਡਥ ਤੋਂ ਬਾਅਦ ਅਸੀਂ ਲਾਸਟ ਵਿੱਚ ਅਲਾਈਨ ਟੈਗ ਵਰਤਿਆ ਹੈ, ਜਿਸ ਵਿੱਚ ਅਸੀਂ ਖੱਬੇ ਪਾਸੇ ਮੈਂਸ਼ਨ ਹੈ। ਜੇਕਰ ਅਸੀਂ ਇਸਦੀ ਅਲਾਈਨਮੈਂਟ ਸੈੱਟ ਨਹੀਂ ਵੀ ਕਰਦੇ ਤਾਂ ਵੀ ਬਾਈ ਡਿਫਾਲਟ ਖੱਬੇ ਪਾਸੇ ਅਲਾਈਨ ਦਿੰਦਾ ਹੈ। ਜਿਵੇਂ ਸਭ ਤੋਂ ਪਹਿਲਾਂ ਅਸੀਂ ਦੇਖ ਲੈਂਦੇ ਹਾਂ ਤੇ ਦੇਖ ਪਾ ਰਹੇ ਹੋ ਇਹ ਸਾਨੂੰ ਖੱਬੇ ਪਾਸੇ ਹੀ ਨਜ਼ਰ ਆ ਰਿਹਾ, ਔਰ ਅਸੀਂ ਦੁਬਾਰਾ ਤੋਂ ਇਸ ਦੀ ਅਲਾਈਨਮੈਂਟ ਸੈੱਟ ਕਰ ਲੈਂਦੇ ਹਾਂ ਰਾਈਟ ਅਲਾਈਨਮੈਂਟ ਸੈੱਟ ਕਰਕੇ ਅਸੀਂ ਸੇਵ ਕਰ ਲੈਂਦੇ ਹਾਂ। ਸੇਵ ਕਰਨ ਤੋਂ ਬਾਅਦ ਦੁਬਾਰਾ ਅਸੀਂ ਫਾਈਲ ਟੈਬ 'ਤੇ ਜਾਵਾਂਗੇ, ਓਪਨ ਇਨ ਡਿਪਾਰਟਮੈਂਟ 'ਤੇ ਕਲਿੱਕ ਕਰਾਂਗੇ। ਉਹਦੇ ਦੇਖ ਪਾ ਰਹੇ ਸਾਡੀ ਜਿਹੜੀ ਪਿਕਚਰ ਹੈ ਉਹ ਸੱਜੇ ਪਾਸੇ ਸੈੱਟ ਹੋ ਚੁੱਕੀ ਹੈ। ਇਸ ਤਰ੍ਹਾਂ ਦੇ ਨਾਲ ਅਸੀਂ ਆਪਣੀ ਪਿਕਚਰ ਦੀ ਜਿਹੜੀ ਅਲਾਈਨਮੈਂਟ ਹੈ ਉਹਦੀ ਦਿੱਖ ਸੈੱਟ ਕਰ ਸਕਦੇ ਹਾਂ। ਅਗਲਾ ਸਾਡੇ ਕੋਲ ਟੌਪਿਕ ਹੈ ਹਾਈਪਰ ਲਿੰਕ ਨਾਲ ਕੰਮ ਕਰਨਾ। ਸੋ ਹਾਈਪਰ ਲਿੰਕ ਨੂੰ ਲਿੰਕ ਜਾਂ ਹਾਈਪਰ ਟੈਕਸਟ ਲਿੰਕ ਵੀ ਕਿਹਾ ਜਾਂਦਾ ਹੈ।
ਇਸ ਦੀ ਵਰਤੋਂ ਕਰਕੇ ਇੱਕ ਦਸਤਾਵੇਜ਼ ਨੂੰ ਟੈਕਸਟ ਜਾਂ ਚਿੱਤਰ ਰਾਹੀਂ ਇੱਕ ਜਾਂ ਇੱਕ ਤੋਂ ਜ਼ਿਆਦਾ ਵੈਬ ਪੇਜਾਂ ਨਾਲ ਜੋੜਿਆ ਜਾ ਸਕਦਾ ਹੈ। ਸੋ ਵੈਬ ਬਰਾਊਜ਼ਰ ਹਾਈਪਰਲਿੰਕ ਨੂੰ ਨੀਲੇ ਰੰਗ ਵਿੱਚ ਪ੍ਰਦਰਸ਼ਿਤ ਕਰਦਾ ਹੈ ਅਤੇ ਇਸ ਦੇ ਹੇਠਾਂ ਲਾਈਨ ਖਿੱਚਦਾ ਹੈ। ਜਿਵੇਂ ਤੁਸੀਂ ਸੱਜੇ ਪਾਸੇ ਚਿੱਤਰ ਵਿੱਚ ਦੇਖ ਪਾ ਰਹੇ ਹੋ ਵੀ ਇੱਕ ਹਾਈਪਰਲਿੰਕ ਟੈਕਸਟ ਲਿਖਿਆ ਹੋਇਆ ਅਤੇ ਇਸ ਦੇ ਹੇਠਾਂ ਇੱਕ ਲਾਈਨ ਲੱਗੀ ਹੋਈ ਨਜ਼ਰ ਆ ਰਹੀ ਹੈ ਤੇ ਸਾਨੂੰ ਨੀਲੇ ਰੰਗ ਵਿੱਚ ਦਿਖਾਈ ਦੇ ਰਿਹਾ ਹੈ। ਸੋ ਹਾਈਪਰਲਿੰਕ ਰਾਹੀਂ ਹੀ ਇੱਕ ਵੈਬਸਾਈਟ ਦੇ ਵੱਖ-ਵੱਖ ਵੈਬ ਪੇਜਾਂ ਵਿਚਕਾਰ ਲਿੰਕਿੰਗ ਕੀਤੀ ਜਾਂਦੀ ਹੈ। ਸੋ HTML ਡਾਕੂਮੈਂਟ ਵਿੱਚ ਐਂਕਰ ਟੈਗ ਦੇ ਸ਼ੁਰੂਆਤੀ ਟੈਗ ਯਾਨੀ ਕਿ ਲੈਫਟ ਐਂਗਲ ਬ੍ਰੈਕਟ A ਰਾਈਟ ਐਂਗਲ ਬ੍ਰੈਕਟ ਕਿਸੇ ਵੈਬ ਪੇਜ ਤੇ ਇੱਕ ਲਿੰਕ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸ ਦਾ ਸ਼ੁਰੂਆਤੀ ਟੈਗ ਐਂਕਰ ਟੈਗ ਦਾ ਓਪਨਿੰਗ ਟੈਗ ਅਤੇ ਅਖੀਰਲਾ ਟੈਗ ਐਂਕਰ ਟੈਗ ਦਾ ਕਲੋਜ਼ਿੰਗ ਟੈਗ ਹੁੰਦਾ ਹੈ। ਸੋ ਐਂਕਰ ਟੈਗ ਦੇ ਓਪਨਿੰਗ ਟੈਗ ਅਤੇ ਕਲੋਜ਼ਿੰਗ ਟੈਗ ਦੇ ਵਿਚਕਾਰ ਕੋਈ ਟੈਕਸਟ ਲਿੰਕ ਦਾ ਹਿੱਸਾ ਬਣ ਜਾਂਦਾ ਹੈ। ਸੋ ਜਿਸ ਵੀ ਟੈਕਸਟ ਨੂੰ ਤੁਸੀਂ ਲਿੰਕ ਬਣਾਉਣਾ ਚਾਹੁੰਦੇ ਹੋ ਤਾਂ ਉਸ ਨੂੰ ਤੁਹਾਨੂੰ ਐਂਕਰ ਟੈਗ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਵਿਚਕਾਰ ਲਿਖਣਾ ਪਵੇਗਾ ਅਤੇ ਐਂਕਰ ਟੈਗ ਦੇ ਓਪਨਿੰਗ ਟੈਗ ਵਿੱਚ ਹਰੀਫ ਯਾਨੀ ਕਿ H ਰੈਫਰੈਂਸ ਐਟਰੀਬਿਊਟ ਦੀ ਵਰਤੋਂ ਲਿੰਕ ਕੀਤੇ ਡਾਕੂਮੈਂਟ ਸਰੋਤ ਜਾਂ ਲੋਕੇਸ਼ਨ ਨੂੰ ਨਿਰਧਾਰਿਤ ਕਰਨ ਲਈ ਕੀਤੀ ਜਾਂਦੀ ਹੈ। ਸੋ H ਰੈਫਰੈਂਸ ਦਾ ਪੂਰਾ ਨਾਮ ਹੁੰਦਾ ਹੈ ਹਾਈਪਰਟੈਕਸਟ ਰੈਫਰੈਂਸ। ਇਹ ਦਰਸਾ ਰਿਹਾ ਹੈ ਵੀ ਕਿਹੜਾ ਵੈਬ ਪੇਜ ਹੈ ਜਿਸ ਦੇ ਨਾਲ ਤੁਸੀਂ ਲਿੰਕ ਸਥਾਪਿਤ ਕਰਨਾ ਚਾਹੁੰਦੇ ਹੋ ਤਾਂ ਉਸ ਦਾ ਪੂਰਾ ਪਾਥ ਸਾਨੂੰ ਹਾਈਪਰ ਰੈਫਰੈਂਸ ਦੇ ਵਿੱਚ ਦੇਣਾ ਪੈਂਦਾ ਹੈ। ਸੋ ਐਂਕਰ ਟੈਗ ਸਾਡੇ ਕੋਲ ਸਿੰਟੈਕਸ ਹੈ ਲੈਫਟ ਐਂਗਲ ਬ੍ਰੈਕਟ A ਸਪੇਸ ਦੇ ਕੇ H ਰੈਫ ਤੋਂ ਹਰੀਫ ਇਕੁਅਲ ਟੂ URL। ਸੋ URL ਸਾਡੇ ਕੋਲ ਉਸ ਵੈਬ ਪੇਜ ਦਾ ਐਡਰੈਸ ਅਸੀਂ ਲਿਖਾਂਗੇ ਜਿਸ ਦੇ ਨਾਲ ਅਸੀਂ ਆਪਣੇ ਮੌਜੂਦਾ ਵੈਬ ਪੇਜ ਦਾ ਲਿੰਕ ਸਥਾਪਿਤ ਕਰਨਾ ਚਾਹੁੰਦੇ ਹਾਂ। ਉਸ ਤੋਂ ਬਾਅਦ ਅਸੀਂ ਰਾਈਟ ਐਂਗਲ ਬ੍ਰੈਕਟ ਨੂੰ ਕਲੋਜ਼ ਕਰ ਦਾਂਗੇ ਅਤੇ ਲਿੰਕ ਟੈਕਸਟ ਵਿੱਚ ਉਹ ਟੈਕਸਟ ਲਿਖਾਂਗੇ ਜਿਸ ਦੇ ਨਾਲ ਅਸੀਂ ਇਸ ਵੈਬ ਪੇਜ ਦਾ ਜਾਂ ਇਸ ਟੈਕਸਟ ਦਾ ਲਿੰਕ ਬਣਾਉਣਾ ਚਾਹੁੰਦੇ ਹਾਂ। ਉਸ ਤੋਂ ਬਾਅਦ ਅਸੀਂ ਐਂਕਰ ਟੈਗ ਦਾ ਕਲੋਜ਼ਿੰਗ ਟੈਗ ਲਗਾ ਦੇਵਾਂਗੇ। ਜਿਵੇਂ ਤੁਸੀਂ ਹੇਠਾਂ ਉਦਾਹਰਨ ਦੇਖ ਪਾ ਰਹੇ ਹੋ ਲੈਫਟ ਐਂਗਲ ਬ੍ਰੈਕਟ A ਹਰੀਫ ਇਕੁਅਲ ਟੂ ਡਬਲ ਕੋਟ ਵਿੱਚ ਅਸੀਂ abc.jpg ਲਿਖਿਆ ਹੈ। ਸੋ ਇਮੇਜ ਸਾਡੇ ਕੋਲ ਟੈਕਸਟ ਹੈ ਜਿੱਥੇ ਆਪਾਂ ਕਲਿੱਕ ਕਰਾਂਗੇ ਤੇ abc.jpg ਫਾਈਲ ਖੁੱਲੇਗੀ। ਲਾਸਟ ਵਿੱਚ ਅਸੀਂ ਐਂਕਰ ਟੈਗ ਨੂੰ ਬੰਦ ਕਰ ਦਿੱਤਾ ਹੈ। ਇਸ ਦੀ ਅਸੀਂ ਸੱਜੇ ਪਾਸੇ ਹੁਣ ਤੁਸੀਂ ਉਦਾਹਰਨ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਸਾਡੇ ਕੋਲ ਇੱਕ ਵੈਬ ਪੇਜ ਹੈ ਜਿਸ ਵਿੱਚ ਇੱਕ ਇਮੇਜ ਅਤੇ ਇੱਕ ਲਿੰਕ ਟੈਕਸਟ ਲਿਖਿਆ ਹੋਇਆ। ਸੋ ਜਿਵੇਂ ਹੀ ਅਸੀਂ ਇਸ ਵੈਬ ਪੇਜ ਦੇ ਲਿੰਕ ਟੈਕਸਟ ਅੱਖਰ ਤੇ ਕਲਿੱਕ ਕਰਾਂਗੇ ਤਾਂ ਸਾਨੂੰ ਅਗਲੇ ਲਿੰਕ ਡਾਕੂਮੈਂਟ ਨੂੰ ਸਾਡੀ ਮੌਜੂਦਾ ਸਕਰੀਨ ਤੇ ਓਪਨ ਕਰ ਦੇਵੇਗਾ। ਅੱਗੇ ਹੁਣ ਅਸੀਂ ਹਾਈਪਰਲਿੰਕ ਦਾ ਜਿਹੜਾ ਐਡਰੈਸ ਹੈ ਇਸ ਦੇ ਵੱਖ-ਵੱਖ ਭਾਗਾਂ ਬਾਰੇ ਸਮਝ ਲੈਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਹੈ A ਅੱਖਰ ਐਂਕਰ ਟੈਗ ਨੂੰ ਪਰਿਭਾਸ਼ਿਤ ਕਰਦਾ ਹੈ ਅਤੇ ਸ਼ੁਰੂਆਤੀ ਐਂਕਰ ਟੈਗ ਨਾਲ ਲਿੰਕ ਨੂੰ ਸੈੱਟ ਕੀਤਾ ਜਾਂਦਾ ਹੈ। ਦੂਸਰਾ ਹੈ H ਰੈਫ। ਸੋ ਹਰੀਫ ਦਾ ਪੂਰਾ ਨਾਮ ਹਾਈਪਰਟੈਕਸਟ ਰੈਫਰੈਂਸ ਹੈ। ਹਰੀਫ ਐਂਕਰ ਟੈਗ ਦਾ ਮੁੱਖ ਐਟਰੀਬਿਊਟ ਹੈ ਜੋ ਕਿ ਜੋੜੇ ਜਾਣ ਵਾਲੇ ਵੈਬ ਪੇਜ ਦੇ ਪਤੇ ਨੂੰ ਪਰਿਭਾਸ਼ਿਤ ਕਰਦਾ ਹੈ। ਤੀਸਰਾ ਹੈ ਲਿੰਕ ਟੈਕਸਟ। ਸੋ ਲਿੰਕ ਟੈਕਸਟ ਦੀ ਥਾਂ ਤੇ ਉਹ ਸ਼ਬਦ ਲਿਖੇ ਜਾਂਦੇ ਹਨ ਜਿਨ੍ਹਾਂ ਉੱਪਰ ਯੂਜ਼ਰ ਨੂੰ ਲਿੰਕ ਦਿਖਾਈ ਦਿੰਦਾ ਹੈ। ਲਾਸਟ ਵਿੱਚ ਹੈ ਐਂਕਰ ਦਾ ਕਲੋਜ਼ਿੰਗ ਟੈਗ। ਇਹ ਐਂਕਰ ਦਾ ਅਖੀਰਲਾ ਟੈਗ ਹੈ ਜੋ ਦੱਸਦਾ ਹੈ ਕਿ ਲਿੰਕ ਇੱਥੇ ਸਮਾਪਤ ਹੋ ਗਿਆ ਹੈ। ਹੁਣ ਅਸੀਂ ਇੱਕ ਵੈਬ ਪੇਜ ਦਾ ਦੂਸਰੇ ਵੈਬ ਪੇਜ ਨਾਲ ਲਿੰਕ ਲਗਾਉਣ ਬਾਰੇ ਸਿੱਖਾਂਗੇ। ਸੋ ਉਸ ਦੇ ਲਈ ਅਸੀਂ ਐਂਕਰ ਟੈਗ ਦੀ ਵਰਤੋਂ ਕਰਾਂਗੇ। ਐਂਕਰ ਟੈਗ ਦੇ ਵਿੱਚ ਅਸੀਂ ਹਰੀਫ ਐਟਰੀਬਿਊਟ ਵਰਤਾਂਗੇ ਜਿਸ ਵਿੱਚ ਅਸੀਂ ਉਸ ਫਾਈਲ ਦਾ ਪੂਰਾ ਪਾਥ ਲਿਖਾਂਗੇ ਜਿਸ ਫਾਈਲ ਦੇ ਨਾਲ ਅਸੀਂ ਕਨੈਕਸ਼ਨ ਬਣਾਉਣਾ ਚਾਹੁੰਦੇ ਹਾਂ। ਸੋ ਹਰੀਫ ਟੈਗ ਦੇ ਵਿਚਕਾਰ ਅਸੀਂ ਉਹ ਟੈਕਸਟ ਲਿਖਾਂਗੇ ਜਿਸ ਤੇ ਕਲਿੱਕ ਕਰਨ ਤੇ ਇਹ ਜਿਹੜੀ ਫਾਈਲ ਹੈ ਇਹ ਓਪਨ ਹੋਵੇ। ਉਸ ਨੂੰ ਅਸੀਂ ਦੋਵਾਂ ਟੈਗ ਦੇ ਵਿਚਕਾਰ ਰੱਖ ਦਿੱਤਾ ਹੈ। ਸੋ ਹੁਣ ਅਸੀਂ ਇਸ ਨੂੰ ਸੇਵ ਕਰ ਲੈਂਦੇ ਹਾਂ। ਸੇਵ ਕਰਨ ਤੋਂ ਬਾਅਦ ਫਾਈਲ ਤੇ ਜਾਵਾਂਗੇ, ਓਪਨ ਇਨ ਡਿਫਾਲਟ ਤੇ ਕਲਿੱਕ ਕਰਾਂਗੇ। ਹੁਣ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਕਲਿੱਕ ਹੇਅਰ ਟੈਕਸਟ ਆ ਰਿਹਾ। ਸੋ ਜਿਵੇਂ ਹੀ ਮੈਂ ਇਸ ਤੇ ਕਲਿੱਕ ਕਰਾਂਗਾ ਤਾਂ ਜਿਹੜੀ ਫਾਈਲ ਮੈਂ ਅਟੈਚ ਕੀਤੀ ਸੀ ਉਹ ਫਾਈਲ ਇੱਥੇ ਓਪਨ ਹੋ ਰਹੀ ਹੈ। ਇਸ ਤੋਂ ਬਾਅਦ ਬੈਕ ਆ ਸਕਦੇ ਤਾਂ ਬੈਕ ਆ ਕੇ ਦੁਬਾਰਾ ਅਸੀਂ ਇਸ ਤੇ ਕਲਿੱਕ ਕਰਾਂਗੇ ਤਾਂ ਜਿਹੜੀ ਫਾਈਲ ਅਸੀਂ ਅਟੈਚ ਕੀਤੀ ਹੋਏਗੀ ਉਹ ਫਾਈਲ ਇਸ ਤਰ੍ਹਾਂ ਦੇ ਨਾਲ ਖੁੱਲ੍ਹ ਜਾਏਗੀ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਹਾਈਪਰ ਲਿੰਕ ਦੀ ਵਰਤੋਂ ਕਰਦੇ ਹੋਏ ਇੱਕ ਟੈਕਸਟ ਦੇ ਨਾਲ ਕਿਸੇ ਵੈਬ ਪੇਜ ਦੀ ਲਿੰਕਿੰਗ ਕਰ ਸਕਦੇ ਹਾਂ। ਸੋ ਅੱਗੇ ਹੁਣ ਅਸੀਂ ਵੈਬ ਪੇਜਾਂ ਵਿੱਚ ਇੱਕ ਹਾਈਪਰਲਿੰਕ ਦੀਆਂ ਵੱਖ-ਵੱਖ ਸਟੇਟਸ ਬਾਰੇ ਜਾਣਾਂਗੇ ਜੋ ਕਿ ਹੇਠ ਲਿਖੇ ਅਨੁਸਾਰ ਹਨ। ਜਿਸ ਵਿੱਚ ਪਹਿਲਾ ਹੈ ਅਨਵਿਜ਼ਿਟਡ ਲਿੰਕ। ਸੋ ਅਨਵਿਜ਼ਿਟਡ ਲਿੰਕ ਉਹ ਲਿੰਕ ਹੁੰਦੇ ਹਨ ਜਿਨ੍ਹਾਂ ਉੱਪਰ ਕਲਿੱਕ ਨਹੀਂ ਕੀਤਾ ਗਿਆ ਹੁੰਦਾ ਅਤੇ ਅਨਵਿਜ਼ਿਟਡ ਲਿੰਕ ਅੰਡਰਲਾਈਨ ਅਤੇ ਨੀਲੇ ਰੰਗ ਵਿੱਚ ਦਿਖਦਾ ਹੈ। ਦੂਸਰਾ ਹੈ ਵਿਜ਼ਿਟਡ ਲਿੰਕ। ਵਿਜ਼ਿਟਡ ਲਿੰਕ ਉਹ ਲਿੰਕ ਹੁੰਦੇ ਹਨ ਜਿਨ੍ਹਾਂ ਉੱਪਰ ਯੂਜ਼ਰ ਪਹਿਲਾਂ ਹੀ ਕਲਿੱਕ ਕਰਕੇ ਉਹਨਾਂ ਨੂੰ ਖੋਲ੍ਹ ਚੁੱਕਿਆ ਹੁੰਦਾ ਹੈ। ਇਹ ਲਿੰਕ ਅੰਡਰਲਾਈਨ ਅਤੇ ਜਾਮਨੀ ਰੰਗ ਦੇ ਦਿਖਾਈ ਦਿੰਦੇ ਹਨ। ਤੀਸਰਾ ਹੈ
ਐਕਟਿਵ ਲਿੰਕ। ਸੋ ਐਕਟਿਵ ਲਿੰਕ ਉਹ ਸਟੇਟ ਹੁੰਦੀ ਹੈ ਜਦੋਂ ਯੂਜ਼ਰ ਇੱਕ ਅਨਵਿਜ਼ਿਟਡ ਲਿੰਕ ਉੱਪਰ ਕਲਿੱਕ ਕਰਦਾ ਹੈ ਤਾਂ ਇਹ ਲਿੰਕ ਅੰਡਰਲਾਈਨ ਅਤੇ ਲਾਲ ਰੰਗ ਵਿੱਚ ਦਿਖਾਈ ਦਿੰਦਾ ਹੈ। ਅਗਲਾ ਸਾਡੇ ਕੋਲ ਟੌਪਿਕ ਹੈ ਟਾਰਗੇਟ ਵਿੰਡੋ ਸੈੱਟ ਕਰਨਾ। ਸੋ ਆਮ ਤੌਰ 'ਤੇ ਇੱਕ ਲਿੰਕ ਕੀਤਾ ਹੋਇਆ ਪੇਜ ਮੌਜੂਦਾ ਵੈਬ ਬਰਾਊਜ਼ਰ ਵਿੱਚ ਹੀ ਖੁੱਲ੍ਹਦਾ ਹੈ, ਪਰ ਅਸੀਂ ਇਸ ਲਿੰਕ ਕੀਤੇ ਡਾਕੂਮੈਂਟ ਨੂੰ ਨਵੀਂ ਟੈਬ ਵਿੰਡੋ ਵਿੱਚ ਵੀ ਖੋਲ੍ਹ ਸਕਦੇ ਹਾਂ। ਸੋ ਇਸ ਦੇ ਲਈ ਟਾਰਗੇਟ ਐਟਰੀਬਿਊਟ ਦੀ ਵਰਤੋਂ ਇਹ ਨਿਰਧਾਰਿਤ ਕਰਨ ਲਈ ਕੀਤੀ ਜਾਂਦੀ ਹੈ ਕਿ ਲਿੰਕ ਕੀਤੇ ਦਸਤਾਵੇਜ਼ ਨੂੰ ਕਿੱਥੇ ਖੋਲ੍ਹਣਾ ਹੈ। ਸੋ ਟਾਰਗੇਟ ਐਟਰੀਬਿਊਟ ਦੇ ਮੁੱਲ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ _self। ਸੋ ਇਹ ਐਟਰੀਬਿਊਟ ਲਿੰਕ ਕੀਤੇ ਗਏ ਡਾਕੂਮੈਂਟ ਜਾਂ ਸਰੋਤ ਨੂੰ ਉਸੇ ਵਿੰਡੋ ਜਾਂ ਟੈਬ ਵਿੱਚ ਖੋਲ੍ਹਦਾ ਹੈ ਜਿਸ ਵਿੱਚ ਲਿੰਕ ਨੂੰ ਕਲਿੱਕ ਕਰਦੇ ਹਾਂ। ਸੋ ਇਹ ਟਾਰਗੇਟ ਐਟਰੀਬਿਊਟ ਦਾ ਡਿਫਾਲਟ ਮੁੱਲ ਹੈ। ਦੂਸਰਾ ਹੈ _blank। ਇਹ ਐਟਰੀਬਿਊਟ ਲਿੰਕ ਕੀਤੇ ਡਾਕੂਮੈਂਟ ਨੂੰ ਇੱਕ ਵੈਬ ਬਰਾਊਜ਼ਰ ਦੀ ਨਵੀਂ ਵਿੰਡੋ ਜਾਂ ਟੈਬ ਵਿੱਚ ਓਪਨ ਕਰਦਾ ਹੈ। ਉਦਾਹਰਨ ਦੇ ਲਈ _a ਹਰੀਫ ਇਕੁਅਲ ਟੂ ਡਬਲ ਕੋਡ ਵਿੱਚ ਅਸੀਂ ਸਾਈਟ ਦਾ ਐਡਰੈਸ ਲਿਖਿਆ ਹੈ http://www.pscb.ac.in ਡਬਲ ਕੋਡ ਟਾਈਟਲ ਇਕੁਅਲ ਟੂ ਗੋ ਟੂ PSCB। ਟਾਰਗੇਟ ਵਿੱਚ ਅਸੀਂ ਲਿਖਿਆ ਹੈ _blank _PSCB। ਉਸ ਤੋਂ ਬਾਅਦ ਅਖੀਰ ਵਿੱਚ ਅਸੀਂ ਐਂਕਰ ਟੈਗ ਨੂੰ ਕਲੋਜ਼ ਕਰ ਦਿੱਤਾ ਹੈ। ਇਸ ਵਿੱਚ ਅਸੀਂ ਟਾਰਗੇਟ ਇਕੁਅਲ ਟੂ _blank ਸਲੈਕਟ ਕੀਤਾ ਹੈ। ਅਤੇ ਇਸ ਦੇ ਨਾਲ ਕੀ ਹੋਏਗਾ, ਜਦੋਂ ਵੀ ਅਸੀਂ PSCB ਟੈਕਸਟ 'ਤੇ ਕਲਿੱਕ ਕਰਾਂਗੇ ਤਾਂ ਇਹ PSCB ਸਾਈਟ ਨੂੰ ਸਾਡੀ ਮੌਜੂਦਾ ਟੈਬ ਦੇ ਵਿੱਚ ਖੋਲ੍ਹਣ ਦੀ ਬਜਾਏ ਉਸ ਨੂੰ ਮੌਜੂਦਾ ਬਰਾਊਜ਼ਰ ਦੇ ਨਵੇਂ ਟੈਬ ਵਿੱਚ ਓਪਨ ਕਰਕੇ ਦੇਵੇਗਾ। ਪਰ ਜੇਕਰ ਅਸੀਂ ਟਾਰਗੇਟ ਇਕੁਅਲ ਟੂ ਬਲੈਂਕ ਦੀ ਵਰਤੋਂ ਨਹੀਂ ਕਰਦੇ ਤਾਂ ਬਾਈ ਡਿਫਾਲਟ ਜਿਹੜਾ ਇਸ ਦਾ ਐਟਰੀਬਿਊਟ ਹੈ ਉਹ ਸੈਲਫ ਹੀ ਲਾਗੂ ਹੁੰਦਾ ਹੈ। ਸੋ ਜਦੋਂ ਵੀ ਅਸੀਂ ਆਪਣੀ ਵੈਬਸਾਈਟ ਨੂੰ ਖੋਲ੍ਹਾਂਗੇ ਤਾਂ ਉਹ ਮੌਜੂਦਾ ਵੈਬ ਪੇਜ ਵਿੱਚ ਹੀ ਸਾਨੂੰ ਅਗਲਾ ਵੈਬ ਪੇਜ ਖੋਲ੍ਹ ਕੇ ਦਿੰਦਾ ਹੈ। ਸੋ ਹੁਣ ਅਸੀਂ ਇਸ ਪ੍ਰੋਗਰਾਮ ਦੇ ਰਾਹੀਂ ਸੈਲਫ ਅਤੇ ਟਾਰਗੇਟ ਰਾਹੀਂ ਲਿੰਕਿੰਗ ਕਰਨ ਬਾਰੇ ਸਿੱਖਾਂਗੇ ਕਿ ਅਸੀਂ ਇੱਕ ਸੇਮ ਬਰਾਊਜ਼ਰ ਵਿੱਚ ਜਾਂ ਨੈਕਸਟ ਬਰਾਊਜ਼ਰ ਵਿੱਚ ਕਿਵੇਂ ਇੱਕ ਪੇਜ ਖੋਲ੍ਹ ਸਕਦੇ ਹਾਂ। ਸੋ ਜਿਵੇਂ ਅਸੀਂ ਇਸ ਵਿੱਚ ਸੇਮ ਉਸੇ ਤਰ੍ਹਾਂ ਦੇ ਨਾਲ ਐਂਕਰ ਟੈਗ ਯੂਜ਼ ਕੀਤਾ ਹੈ, ਬਸ ਇਸ ਦੇ ਵਿੱਚ ਅਸੀਂ ਇੱਕ ਐਟਰੀਬਿਊਟ ਟੈਗ ਨੂੰ ਐਡ ਕਰ ਦਿੱਤਾ ਹੈ ਪਿਛਲੇ ਪ੍ਰੋਗਰਾਮ ਨਾਲੋਂ। ਸੋ ਹੁਣ ਅਸੀਂ ਇਸ ਨੂੰ ਪਹਿਲੇ ਫਾਈਲ ਦੇ ਵਿੱਚ ਜਾ ਕੇ ਰਨ ਕਰਕੇ ਦੇਖ ਲੈਂਦੇ ਹਾਂ। ਤੁਸੀਂ ਦੇਖ ਪਾ ਰਹੇ ਹੋ ਕਲਿੱਕ ਸਾਨੂੰ ਨਜ਼ਰ ਆ ਰਿਹਾ। ਤਾਂ ਜਿਵੇਂ ਮੈਂ ਅਸੀਂ ਕਲਿੱਕ ਕਰਾਂਗਾ ਸੋ ਅਸੀਂ ਟਾਰਗੇਟ ਐਟਰੀਬਿਊਟ ਯੂਜ਼ ਕੀਤਾ ਹੈ। ਸੋ ਕੀ ਕਰੇਗਾ, ਇਸ ਬਰਾਊਜ਼ਰ ਦੀ ਬਜਾਏ ਇਹ ਨਵੇਂ ਬਰਾਊਜ਼ਰ ਵਿੱਚ ਇਸ ਫਾਈਲ ਨੂੰ ਓਪਨ ਕਰੇਗਾ। ਸੋ ਤੁਸੀਂ ਦੇਖ ਪਾ ਰਹੇ ਨਵੇਂ ਬਰਾਊਜ਼ਰ ਵਿੱਚ ਫਾਈਲ ਓਪਨ ਹੋ ਚੁੱਕੀ ਹੈ। ਪਰ ਜੇਕਰ ਅਸੀਂ ਕੋਈ ਵੀ ਟਾਰਗੇਟ ਐਟਰੀਬਿਊਟ ਨਹੀਂ ਵਰਤਦੇ, ਜੇ ਮੰਨ ਲਓ ਇਸ ਵਿੱਚ ਹੁਣ ਮੈਂ ਟਾਰਗੇਟ ਐਟਰੀਬਿਊਟ ਨੂੰ ਹਟਾ ਦਿੱਤਾ ਹੈ। ਸੋ ਹੁਣ ਟਾਰਗੇਟ ਐਟਰੀਬਿਊਟ ਨੂੰ ਹਟਾਉਣ ਤੋਂ ਬਾਅਦ ਬਾਈ ਡਿਫਾਲਟ ਜਿਹੜਾ ਸੈਲਫ ਵੈਲਿਊ ਹੈ ਉਹ ਟਾਰਗੇਟ ਵਿੱਚ ਅਪਲਾਈ ਹੋ ਜਾਏਗੀ। ਸੋ ਹੁਣ ਇਹ ਸੇਮ ਬਰਾਊਜ਼ਰ ਵਿੱਚ ਹੀ ਜਦੋਂ ਮੈਂ ਇਸ ਕਲਿੱਕ ਹੇਅਰ 'ਤੇ ਕਲਿੱਕ ਕਰੂੰਗਾ ਸੋ ਸੇਮ ਬਰਾਊਜ਼ਰ ਵਿੱਚ ਹੀ ਸੇਮ ਬਰਾਊਜ਼ਰ ਦੇ ਸੇਮ ਟੈਬ ਦੇ ਵਿੱਚ ਹੀ ਇਸ ਫਾਈਲ ਨੂੰ ਓਪਨ ਕਰਕੇ ਦੇਵੇਗਾ। ਅਗਲਾ ਟੌਪਿਕ ਹੈ ਤਸਵੀਰਾਂ ਨਾਲ ਲਿੰਕਿੰਗ ਕਰਨਾ। ਸੋ ਅਸੀਂ ਵੈਬ ਪੇਜਾਂ ਵਿੱਚ ਤਸਵੀਰਾਂ ਨਾਲ ਵੀ ਹਾਈਪਰ ਲਿੰਕ ਰਾਹੀਂ ਲਿੰਕ ਬਣਾ ਸਕਦੇ ਹਾਂ ਅਤੇ ਇਮੇਜ ਟੈਗ ਨੂੰ ਹਾਈਪਰ ਲਿੰਕ ਟੈਗ ਦੇ ਵਿਚਕਾਰ ਰੱਖ ਕੇ ਲਿੰਕ ਬਣਾ ਸਕਦੇ ਹਾਂ। ਸੁਧਾਰਨ ਦੇ ਲਈ =a ਹਰੀਫ ਇਕੁਅਲ ਟੂ URL। ਉਸ ਤੋਂ ਬਾਅਦ =, ਲਗਾ ਦਿੱਤੀ ਹੈ। ਸੈਕਿੰਡ ਲਾਈਨ 'ਤੇ =, ਸੋਰਸ ਇਕੁਅਲ ਟੂ ਇਮੇਜ ਦਾ ਪੂਰਾ ਐਡਰੈਸ। ਉਸ ਤੋਂ ਬਾਅਦ ਅਸੀਂ =, ਲਗਾ ਦਿੱਤੀ ਹੈ। ਲਾਸਟ ਵਿੱਚ ਅਸੀਂ ਐਂਕਰ ਟੈਗ ਨੂੰ ਕਲੋਜ਼ ਕਰ ਦਿੱਤਾ ਹੈ। ਸੋ ਇਸ ਨਾਲ ਕੀ ਹੋਏਗਾ, ਜਦੋਂ ਵੀ ਅਸੀਂ ਇਸ ਇਮੇਜ 'ਤੇ ਕਲਿੱਕ ਕਰਾਂਗੇ ਤਾਂ ਐਂਕਰ ਟੈਗ ਦੇ ਵਿੱਚ ਜਿਹੜਾ URL ਅਸੀਂ ਮੈਂਸ਼ਨ ਕੀਤਾ ਹੈ ਇਹ ਸਾਨੂੰ ਉਸ ਵੈਬ ਪੇਜ 'ਤੇ ਲੈ ਜਾਏਗਾ। तो इस तरह ਨਾਲ ਅਸੀਂ ਇੱਕ ਤਸਵੀਰ ਦੇ ਨਾਲ ਲਿੰਕਿੰਗ ਕਰ ਸਕਦੇ ਹਾਂ। ਸੋ ਉੱਪਰ ਦਰਸਾਈ ਉਦਾਹਰਨ ਵਿੱਚ ਜਦੋਂ ਵੀ ਅਸੀਂ ਇਮੇਜ 'ਤੇ ਕਲਿੱਕ ਕਰਾਂਗੇ ਤਾਂ ਐਂਕਰ ਟੈਗ ਵਿੱਚ ਹਰੀਫ ਐਟਰੀਬਿਊਟ ਵਿੱਚ ਸੈੱਟ ਕੀਤਾ ਹੋਇਆ ਵੈਬ ਪੇਜ ਵੈਬ ਬਰਾਊਜ਼ਰ ਵਿੱਚ ਖੁੱਲ੍ਹ ਜਾਵੇਗਾ। ਸੋ ਇਸ ਪ੍ਰੋਗਰਾਮ ਦੇ ਰਾਹੀਂ ਅਸੀਂ ਇੱਕ ਇਮੇਜ ਦੇ ਨਾਲ ਇੱਕ ਹਾਈਪਰ ਲਿੰਕ ਲਗਾਉਣ ਬਾਰੇ ਸਿੱਖਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ ਐਂਕਰ ਟੈਗ ਦੇ ਰਾਹੀਂ ਉਸ ਫਾਈਲ ਦਾ ਨਾਮ ਮੈਂਸ਼ਨ ਕੀਤਾ ਹੈ ਜਿਸ ਦੇ ਨਾਲ ਅਸੀਂ ਲਿੰਕ ਬਣਾਉਣਾ ਚਾਹੁੰਦੇ ਹਾਂ ਅਤੇ ਉਸ ਤੋਂ ਬਾਅਦ ਅਸੀਂ ਇਮੇਜ ਨੂੰ ਹਾਈਪਰ ਲਿੰਕ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਦਰਮਿਆਨ ਲਿਖ ਦਿੱਤਾ ਹੈ ਕਿਉਂਕਿ ਅਸੀਂ ਇਸ ਇਮੇਜ ਦੇ ਨਾਲ ਇਸ ਫਾਈਲ ਦਾ ਜਿਹੜਾ ਲਿੰਕ ਹੈ ਉਹ ਲਗਾਉਣਾ ਚਾਹੁੰਦੇ ਹਾਂ। ਸੋ ਅਸੀਂ ਇਹਨਾਂ ਦੋਨੋਂ ਟੈਗ ਨੂੰ ਲਿਖਣ ਤੋਂ ਬਾਅਦ ਹੁਣ ਅਸੀਂ ਫਾਈਲ 'ਤੇ ਜਾਵਾਂਗੇ, ਓਪਨ ਇਨ ਡਿਫਾਲਟ ਵੇਅਰ 'ਤੇ ਕਲਿੱਕ ਕਰਾਂਗੇ ਤਾਂ ਹੁਣ ਤੁਸੀਂ ਦੇਖ ਪਾ ਰਹੇ ਹੋ ਜਿਵੇਂ ਹੀ ਮੈਂ ਇਸ ਇਮੇਜ 'ਤੇ ਆਪਣਾ ਕਰਸਰ ਲੈ ਕੇ ਆ ਰਹੇ ਹਾਂ ਤਾਂ ਇਸ 'ਤੇ ਹੈਂਡ ਦੀ ਸ਼ੇਪ ਆ ਰਹੀ ਹੈ। ਇਹਦਾ ਮਤਲਬ ਇਸ ਇਮੇਜ ਦੇ ਨਾਲ ਕਿਸੇ ਫਾਈਲ ਦਾ ਲਿੰਕ ਲੱਗਾ ਹੋਇਆ।
सो जिवें ही मैं इस पर क्लिक करांगा ਉਹਦੀ देख पा रहे हो अगली ਜਿਹੜੀ फाइल है वो इस तरह ਦੇ ਨਾਲ ओपन हो चुकी है। सो इस तरह ਦੇ ਨਾਲ ਅਸੀਂ ਇੱਕ ਇਮੇਜ ਨੂੰ ਹਾਈਪਰ ਲਿੰਕ ਦੇ ਅੰਦਰ ਰੱਖਦੇ ਹੋਏ ਉਸ ਇਮੇਜ ਦੇ ਨਾਲ ਲਿੰਕਿੰਗ ਲਗਾ ਸਕਦੇ ਹਾਂ। ਸੋ ਅਗਲਾ ਸਾਡੇ ਕੋਲ ਟੌਪਿਕ ਹੈ ਈਮੇਲ ਐਡਰੈਸ ਨਾਲ ਲਿੰਕ ਬਣਾਉਣਾ। ਸੋ HTML ਵਿੱਚ ਐਂਕਰ ਟੈਗ ਸਾਨੂੰ ਪਹਿਲਾਂ ਤੋਂ ਪਰਿਭਾਸ਼ਿਤ ਪ੍ਰਾਪਤਕਰਤਾ ਨੂੰ ਈਮੇਲ ਭੇਜਣ ਲਈ ਉਸ ਦਾ ਈਮੇਲ ਐਡਰੈਸ ਸੈੱਟ ਕਰਨ ਦਾ ਸੁਵਿਧਾ ਦਿੰਦਾ ਹੈ। ਸੋ ਈਮੇਲ ਟੈਗ ਦੇ ਰੂਪ ਵਿੱਚ ਐਂਕਰ ਟੈਗ ਦੀ ਵਰਤੋਂ ਕਰਦੇ ਸਮੇਂ ਅਸੀਂ ਹਰੀਫ ਐਟਰੀਬਿਊਟ ਦੇ ਨਾਲ ਮੇਲ ਟੂ email _ ਐਡਰੈਸ ਦੀ ਵਰਤੋਂ ਕਰਦੇ ਹਾਂ। ਸੋ ਜਦੋਂ ਵੀ ਯੂਜ਼ਰ ਮੇਲ ਟੂ ਲਿੰਕ ਤੇ ਕਲਿੱਕ ਕਰਦਾ ਹੈ ਤਾਂ ਈਮੇਲ ਭੇਜਣ ਲਈ ਪਹਿਲਾਂ ਤੋਂ ਪਰਿਭਾਸ਼ਿਤ ਈਮੇਲ ਕਲਾਇੰਟ ਯੂਜ਼ਰ ਦੇ ਕੰਪਿਊਟਰ ਵਿੱਚ ਖੁੱਲ੍ਹ ਜਾਂਦਾ ਹੈ। ਸੋ ਈਮੇਲ ਕਲਾਇੰਟ ਇੱਕ ਪ੍ਰੋਗਰਾਮ ਜਾਂ ਵੈਬ ਐਪਲੀਕੇਸ਼ਨ ਹੁੰਦੀ ਹੈ ਜਿਸ ਦੇ ਰਾਹੀਂ ਈਮੇਲ ਸੰਦੇਸ਼ਾਂ ਨੂੰ ਪ੍ਰਾਪਤ ਕੀਤਾ, ਲਿਖਿਆ, ਭੇਜਿਆ ਅਤੇ ਰੱਖਣ ਲਈ ਵਰਤਿਆ ਜਾਂਦਾ ਹੈ। ਸੋ ਮੇਲ ਟੂ ਨੂੰ ਵਰਤਣ ਦਾ ਸਿੰਟੈਕਸ ਸਾਡੇ ਕੋਲ ਹੇਠ ਲਿਖੇ ਅਨੁਸਾਰ ਹੈ। ਜਿਵੇਂ ਤੁਸੀਂ ਦੇਖ ਪਾ ਰਹੇ ਲੈਫਟ ਐਂਗਲ ਬ੍ਰੈਕਟ A ਹਰੀਫ ਇਕੁਅਲ ਟੂ ਡਬਲ ਕੋਡ ਵਿੱਚ ਅਸੀਂ ਲਿਖਾਂਗੇ ਮੇਲ ਟੂ : ਉਹ ਈਮੇਲ ਐਡਰੈਸ ਜਿਵੇਂ ਇਸ ਵਿੱਚ ਅਸੀਂ ਐਗਜ਼ਾਮਪਲ ਲਈਏ xyz@example.com। ਉਸ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ ਸੈਂਡ ਈਮੇਲ ਤੇ ਲਾਸਟ ਵਿੱਚ ਅਸੀਂ ਐਂਕਰ ਟੈਗ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਜਦੋਂ ਵੀ ਅਸੀਂ ਸੈਂਡ ਈਮੇਲ ਤੇ ਕਲਿੱਕ ਕਰਾਂਗੇ ਤਾਂ ਇਹ ਸਾਡੇ ਕੰਪਿਊਟਰ ਵਿੱਚ ਆਊਟਲੁੱਕ ਐਕਸਪ੍ਰੈਸ ਜਾਂ ਜਿਹੜਾ ਵੀ ਪਲੇਟਫਾਰਮ ਤੁਸੀਂ ਆਪਣੇ ਕੰਪਿਊਟਰ ਵਿੱਚ ਵਰਤ ਰਹੇ ਹੋ ਤਾਂ ਉਸ ਦੇ ਰਾਹੀਂ ਇਹ ਸਾਨੂੰ ਈਮੇਲ ਸੈਂਡ ਕਰਨ ਵਿੱਚ ਜਿਹੜੀ ਮਦਦ ਹੈ ਉਹ ਕਰੇਗਾ। ਜਦੋਂ ਵੀ ਯੂਜ਼ਰ ਸੈਂਡ ਈਮੇਲ ਲਿੰਕ ਉੱਪਰ ਕਲਿੱਕ ਕਰੇਗਾ ਤਾਂ ਯੂਜ਼ਰ ਦੇ ਕੰਪਿਊਟਰ ਵਿੱਚ ਪਹਿਲਾਂ ਤੋਂ ਹੀ ਇੰਸਟਾਲ ਲੋਟਸ, ਨੋਟਸ ਜਾਂ ਆਊਟਲੁੱਕ ਐਕਸਪ੍ਰੈਸ ਵਰਗੇ ਈਮੇਲ ਕਲਾਇੰਟ ਰਾਹੀਂ xyz@example.com ਨੂੰ ਈਮੇਲ ਭੇਜ ਦੇਵੇਗਾ। ਸੋ ਅਗਲਾ ਟੌਪਿਕ ਹੈ ਨੇਮਡ ਐਂਕਰ ਜਾਂ ਬੁੱਕਮਾਰਕ ਬਣਾਉਣਾ। ਸੋ ਨੇਮਡ ਐਂਕਰ ਇੱਕ ਲੇਬਲ ਹੁੰਦਾ ਹੈ ਜਿਸ ਨੂੰ HTML ਡਾਕੂਮੈਂਟ ਦੇ ਕਿਸੇ ਹਿੱਸੇ ਲਈ ਸੈੱਟ ਕੀਤਾ ਗਿਆ ਹੁੰਦਾ ਹੈ ਅਤੇ ਨੇਮਡ ਐਂਕਰ ਨੂੰ ਬੁੱਕਮਾਰਕ ਵੀ ਕਿਹਾ ਜਾਂਦਾ ਹੈ। ਸੋ ਨੇਮਡ ਐਂਕਰ ਰਾਹੀਂ ਅਸੀਂ ਇੱਕ ਵੈਬ ਪੇਜ ਵਿੱਚ ਮੌਜੂਦ ਰਹਿ ਕੇ ਹੀ ਵੈਬ ਪੇਜ ਦੇ ਕਿਸੇ ਵੀ ਨਿਰਧਾਰਿਤ ਕੀਤੇ ਗਏ ਹਿੱਸੇ ਤੇ ਜੰਪ ਜਾਂ ਮੂਵ ਕਰ ਸਕਦੇ ਹਾਂ। ਸੋ ਨੇਮਡ ਐਂਕਰ ਦੀ ਵਰਤੋਂ ਉਹਨਾਂ ਵੈਬ ਪੇਜਾਂ ਵਿੱਚ ਕੀਤੀ ਜਾਂਦੀ ਹੈ ਜਿਨ੍ਹਾਂ ਵੈਬ ਪੇਜਾਂ ਦਾ ਸਾਈਜ਼ ਇੱਕ ਸਕਰੀਨ ਤੋਂ ਵੱਡਾ ਹੁੰਦਾ ਹੈ ਅਤੇ ਇਹਨਾਂ ਵਿੱਚ ਬਹੁਤ ਸਾਰੇ ਭਾਗ ਜਾਂ ਉਪਭਾਗ ਹੁੰਦੇ ਹਨ। ਸੋ ਨੇਮਡ ਐਂਕਰ ਜਾਂ ਬੁੱਕਮਾਰਕ ਨੂੰ ਦੋ ਸਟੈਪਾਂ ਵਿੱਚ ਵੰਡ ਕੇ ਅਸੀਂ ਸਮਝਦੇ ਹਾਂ, ਜਿਸ ਵਿੱਚ ਇਸਦਾ ਪਹਿਲਾ ਭਾਗ ਹੈ ਨੇਮਡ ਐਂਕਰ ਬਣਾਉਣਾ ਅਤੇ ਦੂਸਰਾ ਨੇਮਡ ਐਂਕਰ ਨਾਲ ਲਿੰਕ ਬਣਾਉਣਾ। ਸੋ ਪਹਿਲਾਂ ਸਾਡੇ ਕੋਲ ਹੈ ਨੇਮਡ ਐਂਕਰ ਬਣਾਉਣਾ। ਸੋ HTML ਡਾਕੂਮੈਂਟ ਵਿੱਚ ਇੱਕ ਨੇਮਡ ਐਂਕਰ ਬਣਾਉਣ ਲਈ ਲੇਬਲ ਬਣਾਉਣਾ ਪੈਂਦਾ ਹੈ ਜਿਸ ਨੂੰ ਨੇਮ ਐਟਰੀਬਿਊਟ ਦੀ ਵਰਤੋਂ ਕਰਕੇ ਇੱਕ ਨੇਮਡ ਐਂਕਰ ਲੇਬਲ ਬਣਾ ਸਕਦੇ ਹਾਂ ਅਤੇ ਇਸ ਦੀ ਉਦਾਹਰਣ ਹੈ ਲੈਫਟ ਐਂਗਲ ਬ੍ਰੈਕਟ ਐਂਕਰ ਟੈਗ ਦਾ A ਨੇਮ ਇਕੁਅਲ ਟੂ ਟੌਪਿਕ। ਸੋ ਟੌਪਿਕ ਕੋਈ ਵੀ ਨਾਮ ਹੋ ਸਕਦਾ ਹੈ। ਉਸ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ ਟਾਈਟਲ ਤੁਹਾਡਾ ਜੋ ਵੀ ਤੁਸੀਂ ਟਾਈਟਲ ਦੇਣਾ ਚਾਹੁੰਦੇ ਹੋ ਤਾਂ ਉਹ ਟਾਈਟਲ ਤੁਸੀਂ ਦੇ ਸਕਦੇ ਹੋ ਅਤੇ ਲਾਸਟ ਵਿੱਚ ਅਸੀਂ ਐਂਕਰ ਟੈਗ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਸੋ ਉੱਪਰ ਦਰਸਾਈ ਗਈ ਉਦਾਹਰਨ ਵਿੱਚ ਨੇਮਡ ਐਂਕਰ ਦੀ ਵਰਤੋਂ ਨਾਲ ਟੌਪਿਕ ਨਾਂ ਦਾ ਲੇਬਲ ਦਿੱਤਾ ਗਿਆ ਹੈ। ਉਸ ਤੋਂ ਬਾਅਦ ਇਸ ਦਾ ਦੂਸਰਾ ਹੈ ਨੇਮਡ ਐਂਕਰ ਨਾਲ ਲਿੰਕ ਬਣਾਉਣਾ। ਸੋ ਨੇਮਡ ਐਂਕਰ ਲੇਬਲ ਬਣਾਉਣ ਤੋਂ ਬਾਅਦ ਹੁਣ ਅਸੀਂ ਇਸ ਲੇਬਲ ਨਾਲ ਲਿੰਕ ਸਥਾਪਿਤ ਕਰਾਂਗੇ। ਸੋ ਨੇਮਡ ਐਂਕਰ ਨਾਲ ਲਿੰਕ ਬਣਾਉਣ ਲਈ ਅਸੀਂ ਐਂਕਰ ਟੈਗ ਦੇ ਹਰੀਫ ਐਟਰੀਬਿਊਟ ਵਿੱਚ ਲੇਬਲ ਦੇ ਅੱਗੇ ਹੈਸ਼ ਚਿੰਨ੍ਹ ਦੀ ਵਰਤੋਂ ਕਰਦੇ ਹਾਂ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ ਐਂਕਰ ਟੈਗ ਦਾ ਇਹ ਹਰੀਫ ਇਕੁਅਲ ਟੂ ਡਬਲ ਕੋਡ ਵਿੱਚ ਅਸੀਂ ਟੌਪਿਕ ਲੇਬਲ ਅਸੀਂ ਉਹੀ ਲਿਆ ਟੌਪਿਕ ਤਾਂ ਉਸ ਦੇ ਅੱਗੇ ਅਸੀਂ ਹੈਸ਼ ਦਾ ਚਿੰਨ੍ਹ ਲਗਾ ਦਿੱਤਾ ਹੈ। ਉਸ ਤੋਂ ਬਾਅਦ ਅਸੀਂ ਟੈਕਸਟ ਲਿਖਿਆ ਹੈ ਲਿੰਕ ਫॉर ਟੈਕਸਟ ਟਾਈਟਲ। ਤਾਂ ਇੱਥੇ ਲਿੰਕ ਫॉर ਟੈਕਸਟ ਟਾਈਟਲ ਦੇ ਵਿੱਚ ਕੋਈ ਵੀ ਟਾਈਟਲ ਤੁਹਾਡਾ ਹੋ ਸਕਦਾ ਹੈ। ਉਸ ਤੋਂ ਬਾਅਦ ਐਂਕਰ ਟੈਗ ਦਾ ਅਸੀਂ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਸੋ ਜਦੋਂ ਵੀ ਅਸੀਂ ਲਿੰਕ ਫॉर ਟੈਕਸਟ ਟਾਈਟਲ ਤੇ ਕਲਿੱਕ ਕਰਾਂਗੇ ਤਾਂ ਸਾਨੂੰ ਜਿਹੜਾ ਟੌਪਿਕ ਜਿਹੜਾ ਲੇਬਲ ਹੈ ਸਾਨੂੰ ਉੱਥੇ ਲੈ ਕੇ ਜਾਏਗਾ। ਸੋ ਉੱਪਰ ਦਰਸਾਈ ਗਈ ਉਦਾਹਰਨ ਵਿੱਚ ਐਂਕਰ ਟੈਗ ਵਿੱਚ ਹਰੀਫ ਐਟਰੀਬਿਊਟ ਵਿੱਚ ਟੌਪਿਕ ਨਾਂ ਦੇ ਅੱਗੇ ਹੈਸ਼ ਚਿੰਨ੍ਹ ਲਗਾਇਆ ਗਿਆ ਹੈ ਜੋ ਕਿ ਇਹ ਦਰਸਾਉਂਦਾ ਹੈ ਕਿ ਜਦੋਂ ਯੂਜ਼ਰ ਵੱਲੋਂ ਲਿੰਕ ਫॉर ਟੈਕਸਟ ਟਾਈਟਲ ਤੇ ਕਲਿੱਕ ਕੀਤਾ ਜਾਵੇਗਾ ਤਾਂ ਵੈਬ ਬਰਾਊਜ਼ਰ ਵੈਬ ਪੇਜ ਨੂੰ ਆਪਣੇ ਆਪ ਸਕਰੋਲ ਕਰਦੇ ਹੋਏ ਜਿੱਥੇ ਲੇਬਲ ਟੌਪਿਕ ਪਰਿਭਾਸ਼ਿਤ ਕੀਤਾ ਗਿਆ ਹੋਵੇਗਾ ਉੱਥੇ ਲੈ ਕੇ ਜਾਵੇਗਾ। ਸੋ ਅਗਲਾ ਟੌਪਿਕ ਹੈ ਫਾਰਮ ਨਾਲ ਕੰਮ ਕਰਨਾ। ਸੋ ਫਾਰਮ ਵੈਬ ਪੇਜ ਦਾ ਉਹ ਖੇਤਰ ਹੁੰਦਾ ਹੈ ਜਿਸ ਵਿੱਚ ਯੂਜ਼ਰ ਜਾਣਕਾਰੀ ਭਰਦਾ ਹੈ ਅਤੇ ਵੈਬ ਪੇਜ ਦੇ ਪ੍ਰਕਾਸ਼ਕਾਂ ਨੂੰ ਭੇਜਦਾ ਹੈ ਅਤੇ ਇਸ ਜਾਣਕਾਰੀ ਵਿੱਚ ਫੀਡਬੈਕ, ਪਰਸਨਲ ਜਾਣਕਾਰੀ, ਸੰਦੇਸ਼, ਸ਼ਿਕਾਇਤ ਆਦਿ ਵੀ ਭਰ ਸਕਦੇ ਹਾਂ। ਫਾਰਮ ਨੂੰ ਫਾਰਮ ਟੈਗ ਦੇ ਨਾਲ ਪਰਿਭਾਸ਼ਿਤ ਕੀਤਾ ਜਾਂਦਾ ਹੈ।
ਫਾਰਮ ਟੈਗ ਕੰਟੇਨਰ ਟੈਗ ਹੈ ਅਤੇ ਵੱਖ-ਵੱਖ ਕਿਸਮਾਂ ਦੇ ਫਾਰਮ ਕੰਟਰੋਲ ਨੂੰ ਫਾਰਮ ਦੇ ਓਪਨਿੰਗ ਅਤੇ ਫਾਰਮ ਦੇ ਕਲੋਜ਼ਿੰਗ ਟੈਗ ਵਿਚਕਾਰ ਵਰਤਿਆ ਜਾਂਦਾ ਹੈ। ਸੋ ਫਾਰਮ ਦਾ ਸਿੰਟੈਕਸ ਜਿਵੇਂ ਕਿ ਅਸੀਂ ਦੇਖ ਪਾ ਰਹੇ ਹਾਂ, ਲੈਫਟ ਐਂਗਲ ਬ੍ਰੈਕਟ ਫਾਰਮ ਐਕਸ਼ਨ ਇਕੁਅਲ ਟੂ ਡਬਲ ਕੋਡ ਵਿੱਚ ਅਸੀਂ ਸਕ੍ਰਿਪਟ ਫਾਈਲ ਲਿਖਾਂਗੇ, ਮੈਥਡ ਇਕੁਅਲ ਟੂ ਡਬਲ ਕੋਡ ਵਿੱਚ ਪੋਸਟਿੰਗ ਮੈਥਡ, ਉਸ ਤੋਂ ਬਾਅਦ ਫਾਰਮ ਐਲੀਮੈਂਟ ਜਾਂ ਕੰਟਰੋਲ, ਲਾਸਟ ਵਿੱਚ ਅਸੀਂ ਫਾਰਮ ਦਾ ਕਲੋਜ਼ਿੰਗ ਟੈਗ ਲਗਾ ਦੇਵਾਂਗੇ। ਸੋ ਫਾਰਮ ਦਾ ਸਿੰਟੈਕਸ ਬਹੁਤ ਆਸਾਨ ਹੈ, ਜਿਸ ਵਿੱਚ ਓਪਨਿੰਗ ਫਾਰਮ ਟੈਗ ਅਤੇ ਕਲੋਜ਼ਿੰਗ ਫਾਰਮ ਟੈਗ ਦੀ ਵਰਤੋਂ ਕੀਤੀ ਗਈ ਹੈ। ਇਹਨਾਂ ਦੋਨਾਂ ਟੈਗ ਦੇ ਵਿਚਕਾਰ ਫਾਰਮ ਐਲੀਮੈਂਟ ਜਾਂ ਕੰਟਰੋਲ ਰਾਹੀਂ ਅਸੀਂ ਡਾਟਾ ਫੀਲਡ ਨੂੰ ਪਰਿਭਾਸ਼ਿਤ ਕਰ ਸਕਦੇ ਹਾਂ। ਫਾਰਮ ਦੇ ਓਪਨਿੰਗ ਟੈਗ ਵਿੱਚ ਮਹੱਤਵਪੂਰਨ ਐਕਸ਼ਨ ਅਤੇ ਮੈਥਡ ਐਟਰੀਬਿਊਟ ਵਰਤੇ ਜਾਂਦੇ ਹਨ। ਸੋ ਪਹਿਲਾਂ ਅਸੀਂ ਐਕਸ਼ਨ ਐਟਰੀਬਿਊਟ ਦੀ ਗੱਲ ਕਰਾਂਗੇ। ਸੋ ਫਾਰਮ ਟੈਗ ਵਿੱਚ ਐਕਸ਼ਨ ਐਟਰੀਬਿਊਟ ਵੈਬ ਪੇਜ ਦੇ URL ਨੂੰ ਦਰਸਾਉਂਦਾ ਹੈ, ਜੋ ਇਹ ਦੱਸਦਾ ਹੈ ਕਿ ਵੈਬ ਪੇਜ ਵਿੱਚ ਫਾਰਮ ਵਿੱਚ ਭਰਿਆ ਹੋਇਆ ਡਾਟਾ ਕਿਸ ਵੈਬ ਸਰਵਰ ਤੇ ਜਾ ਕੇ ਸੇਵ ਹੋਵੇਗਾ। ਅਤੇ ਇਸ ਦੀ ਉਦਾਹਰਨ ਹੈ ਲੈਫਟ ਐਂਗਲ ਬ੍ਰੈਕਟ ਫਾਰਮ ਐਕਸ਼ਨ ਇਕੁਅਲ ਟੂ ਫਾਈਲ ਨੇਮ, ਉਸ ਤੋਂ ਬਾਅਦ ਅਸੀਂ ਫਾਰਮ ਟੈਗ ਦਾ ਕਲੋਜ਼ਿੰਗ ਟੈਗ ਲਗਾ ਦੇਵਾਂਗੇ। ਦੂਸਰਾ ਸਾਡੇ ਕੋਲ ਹੈ ਮੈਥਡ ਐਟਰੀਬਿਊਟ। ਸੋ ਇਹ ਐਟਰੀਬਿਊਟ ਇਹ ਦਰਸਾਉਂਦਾ ਹੈ ਕਿ ਵੈਬ ਸਰਵਰ ਉੱਪਰ ਫਾਰਮ ਡਾਟਾ ਨੂੰ ਐਕਸ਼ਨ ਐਟਰੀਬਿਊਟ ਰਾਹੀਂ ਵਿਸ਼ੇਸ਼ ਪੇਜ ਵਿੱਚ ਕਿਵੇਂ ਸੇਵ ਕੀਤਾ ਜਾਵੇ। ਸੋ ਫਾਰਮ ਡਾਟਾ ਨੂੰ HTTP ਪੋਸਟ ਟ੍ਰਾਂਜੈਕਸ਼ਨ ਦੇ ਰੂਪ ਵਿੱਚ ਭੇਜਿਆ ਜਾਂਦਾ ਹੈ, ਜਿਸ ਦੇ ਲਈ ਗੈਟ ਅਤੇ ਪੋਸਟ ਮੈਥਡ ਦੀ ਵਰਤੋਂ ਫਾਰਮ ਡਾਟਾ ਨੂੰ ਭੇਜਣ ਲਈ ਕੀਤੀ ਜਾਂਦੀ ਹੈ। ਤੋਂ ਪਹਿਲਾਂ ਸਾਡੇ ਕੋਲ ਹੈ ਗੈਟ ਮੈਥਡ। ਸੋ ਗੈਟ ਮੈਥਡ ਦੀ ਵਰਤੋਂ ਕਰਕੇ ਫਾਰਮ ਡਾਟਾ ਨੂੰ ਭੇਜਣ ਸਮੇਂ ਇਸ ਦਾ URL ਵੈਬ ਪੇਜ ਦੇ ਐਡਰੈਸ ਬਾਰ ਵਿੱਚ ਦਿਖਾਈ ਦਿੰਦਾ ਹੈ। ਕਿਉਂਕਿ ਇਹ ਫਾਰਮ ਡਾਟਾ ਨੂੰ ਭੇਜਣ ਸਮੇਂ URL ਵੇਰੀਏਬਲ ਦੀ ਵਰਤੋਂ ਕਰਦਾ ਹੈ, ਇਸ ਲਈ ਗੈਟ ਮੈਥਡ ਰਾਹੀਂ ਭੇਜਿਆ ਗਿਆ ਡਾਟਾ ਸੁਰੱਖਿਅਤ ਨਹੀਂ ਹੁੰਦਾ ਅਤੇ ਇਸ ਦੇ ਰਾਹੀਂ ਸੀਮਿਤ ਡਾਟਾ ਹੀ ਭੇਜਿਆ ਜਾਂਦਾ ਹੈ। ਅਤੇ ਇਸ ਦੀ ਉਦਾਹਰਨ ਹੈ ਲੈਫਟ ਐਂਗਲ ਬ੍ਰੈਕਟ ਫਾਰਮ ਐਕਸ਼ਨ ਇਕੁਅਲ ਟੂ ਫਾਈਲ ਨੇਮ ਮੈਥਡ ਇਕੁਅਲ ਟੂ ਗੈਟ, ਉਸ ਤੋਂ ਬਾਅਦ ਲਾਸਟ ਵਿੱਚ ਅਸੀਂ ਫਾਰਮ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਦੂਜਾ ਹੈ ਪੋਸਟ ਮੈਥਡ। ਸੋ ਪੋਸਟ ਮੈਥਡ ਦੀ ਵਰਤੋਂ ਕਰਕੇ ਫਾਰਮ ਡਾਟਾ ਨੂੰ ਭੇਜਣ ਸਮੇਂ ਇਸ ਦਾ URL ਵੈਬ ਪੇਜ ਦੇ ਐਡਰੈਸ ਬਾਰ ਵਿੱਚ ਦਿਖਾਈ ਨਹੀਂ ਦਿੰਦਾ, ਕਿਉਂਕਿ ਇਹ ਫਾਰਮ ਡਾਟਾ ਨੂੰ ਭੇਜਣ ਸਮੇਂ HTTP ਰਿਕੁਐਸਟ ਦੀ ਵਰਤੋਂ ਕਰਦਾ ਹੈ। ਇਸ ਲਈ ਪੋਸਟ ਮੈਥਡ ਰਾਹੀਂ ਭੇਜਿਆ ਗਿਆ ਡਾਟਾ ਸੁਰੱਖਿਅਤ ਹੁੰਦਾ ਹੈ। ਅਤੇ ਇਸ ਦੀ ਉਦਾਹਰਨ ਹੈ ਲੈਫਟ ਐਂਗਲ ਬ੍ਰੈਕਟ ਫਾਰਮ ਐਕਸ਼ਨ ਇਕੁਅਲ ਟੂ ਫਾਈਲ ਨੇਮ ਮੈਥਡ ਇਕੁਅਲ ਟੂ ਪੋਸਟ ਰਾਈਟ ਐਂਗਲ ਬ੍ਰੈਕਟ, ਉਸ ਤੋਂ ਬਾਅਦ ਅਸੀਂ ਫਾਰਮ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਸੋ ਅਗਲਾ ਸਾਡੇ ਕੋਲ ਟੌਪਿਕ ਹੈ HTML ਫਾਰਮਾਂ ਵਿੱਚ ਵਰਤੇ ਜਾਣ ਵਾਲੇ ਐਲੀਮੈਂਟ ਜਾਂ ਕੰਟਰੋਲ ਕਿਹੜੇ ਹਨ। ਸੋ ਸਾਡੇ ਕੋਲ ਇਸ ਦਾ ਪਹਿਲਾ ਐਲੀਮੈਂਟ ਹੈ ਟੈਕਸਟ ਬਾਕਸ ਕੰਟਰੋਲ, ਦੂਸਰਾ ਟੈਕਸਟ ਏਰੀਆ ਕੰਟਰੋਲ, ਤੀਸਰਾ ਪਾਸਵਰਡ ਫੀਲਡ ਕੰਟਰੋਲ, ਚੌਥਾ ਚੈੱਕ ਬਾਕਸ ਕੰਟਰੋਲ, ਪੰਜਵਾਂ ਰੇਡੀਓ ਬਟਨ ਕੰਟਰੋਲ, ਛੇਵਾਂ ਸਿਲੈਕਸ਼ਨ ਲਿਸਟ ਕੰਟਰੋਲ, ਸੱਤਵਾਂ ਫਾਈਲ ਸਿਲੈਕਸ਼ਨ ਕੰਟਰੋਲ, ਅੱਠਵਾਂ ਬਟਨ ਕੰਟਰੋਲ, ਨੌਵਾਂ ਸਬਮਿਟ ਬਟਨ, 10ਵਾਂ ਰੀਸੈਟ ਬਟਨ। ਸੋ ਹੁਣ ਅਸੀਂ ਇਹਨਾਂ ਸਾਰੇ ਬਟਨਾਂ ਬਾਰੇ ਇੱਕ ਇੱਕ ਕਰਕੇ ਜਾਣਾਂਗੇ। ਸਭ ਤੋਂ ਪਹਿਲਾਂ ਸਾਡੇ ਕੋਲ ਟੈਕਸਟ ਬਾਕਸ ਜਾਂ ਟੈਕਸਟ ਫੀਲਡ ਕੰਟਰੋਲ। ਸੋ ਟੈਕਸਟ ਬਾਕਸ ਜਾਂ ਟੈਕਸਟ ਫੀਲਡ ਕੰਟਰੋਲ ਦੀ ਵਰਤੋਂ ਯੂਜ਼ਰ ਤੋਂ ਇੱਕ ਸਿੰਗਲ ਲਾਈਨ ਵਿੱਚ ਡਾਟਾ ਪ੍ਰਾਪਤ ਕਰਨ ਲਈ ਵਰਤਿਆ ਜਾਂਦਾ ਹੈ। ਇਸ ਕੰਟਰੋਲ ਨੂੰ ਬਣਾਉਣ ਲਈ ਇਨਪੁਟ ਟੈਗ ਨੂੰ ਵਰਤਿਆ ਜਾਂਦਾ ਹੈ। ਸੋ ਟਾਈਪ ਇਨਪੁਟ ਟੈਗ ਦਾ ਐਟਰੀਬਿਊਟ ਹੈ, ਜਿਸ ਦੀ ਵਰਤੋਂ ਇਨਪੁਟ ਟੈਗ ਵਿੱਚ ਇਨਪੁਟ ਦੀ ਕਿਸਮ ਨੂੰ ਨਿਰਧਾਰਿਤ ਕਰਨ ਲਈ ਵਰਤਦੇ ਹਾਂ। ਟੈਕਸਟ ਬਾਕਸ ਕੰਟਰੋਲ ਫਾਰਮ ਦੇ ਓਪਨਿੰਗ ਅਤੇ ਫਾਰਮ ਦੇ ਕਲੋਜ਼ਿੰਗ ਟੈਗ ਦੇ ਵਿਚਕਾਰ ਵਰਤਿਆ ਜਾਂਦਾ ਹੈ। ਸੋ ਇਸ ਦੀ ਉਦਾਹਰਨ ਹੈ ਲੈਫਟ ਐਂਗਲ ਬ੍ਰੈਕਟ ਇਨਪੁਟ ਟਾਈਪ ਇਕੁਅਲ ਟੂ, ਸੋ ਅਸੀਂ ਟੈਕਸਟ ਬਾਕਸ ਵਰਤਨੇ ਇਸ ਕਰਕੇ ਇਸ ਦਾ ਜਿਹੜੀ ਟਾਈਪ ਅਸੀਂ ਲਿਖਾਂਗੇ ਉਹ ਟੈਕਸਟ ਲਿਖਾਂਗੇ ਡਬਲ ਕੋਡ ਵਿੱਚ, ਉਸ ਤੋਂ ਬਾਅਦ ਰਾਈਟ ਐਂਗਲ ਬ੍ਰੈਕਟ ਨੂੰ ਬੰਦ ਕਰ ਦਿਆਂਗੇ। ਸੋ ਇਸ ਅਸੀਂ ਦੇਖ ਸਕਦੇ ਹਾਂ ਕਿ ਜਦੋਂ ਅਸੀਂ ਇਸ ਟੈਗ ਨੂੰ ਵਰਤਾਂਗੇ ਤਾਂ ਵੈਬ ਪੇਜ ਤੇ ਸਾਡਾ ਜਿਹੜਾ ਫਾਰਮ ਹੈ ਕਿਸ ਤਰ੍ਹਾਂ ਦਿਖੇਗਾ। ਸੋ ਇਸ ਤਰ੍ਹਾਂ ਦੇ ਨਾਲ ਸਾਨੂੰ ਜਿਹੜਾ ਟੈਕਸਟ ਬਾਕਸ ਹੈ ਉਹ ਨਜ਼ਰ ਆਵੇਗਾ। ਸੋ ਟੈਕਸਟ ਬਾਕਸ ਕੰਟਰੋਲ ਦੇ ਐਟਰੀਬਿਊਟ ਦੀਆਂ ਵੱਖ-ਵੱਖ ਕਿਸਮਾਂ ਹੈ, ਜਿਸ ਵਿੱਚ ਪਹਿਲੀ ਹੈ ਨੇਮ। ਸੋ ਨੇਮ ਐਟਰੀਬਿਊਟ ਕੰਟਰੋਲ ਦਾ ਨਾਮ ਨਿਰਧਾਰਿਤ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਇਸ ਐਟਰੀਬਿਊਟ ਦੀ ਵਰਤੋਂ ਕਰਕੇ ਸਰਵਰ ਸਾਈਡ ਸਕ੍ਰਿਪਟਿੰਗ ਭਾਸ਼ਾਵਾਂ ਰਾਹੀਂ ਟੈਕਸਟ ਬਾਕਸ ਵਿਚਲਾ ਭਰਿਆ ਡਾਟਾ ਪ੍ਰਾਪਤ ਕੀਤਾ ਜਾਂਦਾ ਹੈ। ਦੂਸਰਾ ਹੈ ਵੈਲਿਊ। ਸੋ ਵੈਲਿਊ ਐਟਰੀਬਿਊਟ ਦੀ ਵਰਤੋਂ ਕਰਕੇ ਅਸੀਂ ਟੈਕਸਟ ਬਾਕਸ ਕੰਟਰੋਲ ਦਾ ਡਿਫਾਲਟ ਮੁੱਲ ਸੈੱਟ ਕਰ ਸਕਦੇ ਹਾਂ। ਤੀਸਰਾ ਹੈ ਸਾਈਜ਼। ਸਾਈਜ਼ ਐਟਰੀਬਿਊਟ ਦੀ ਵਰਤੋਂ ਕਰਕੇ ਅਸੀਂ ਟੈਕਸਟ ਬਾਕਸ ਕੰਟਰੋਲ ਦੇ ਵਿੱਚ ਦਾਖਲ ਕੀਤੇ ਜਾਣ ਵਾਲੇ ਅੱਖਰਾਂ ਦੀ ਗਿਣਤੀ ਨਿਰਧਾਰਿਤ ਕਰ ਸਕਦੇ ਹਾਂ। ਚੌਥਾ ਹੈ
ਮੈਕਸ ਲੈਂਥ। ਸੋ ਇਸ ਐਟਰੀਬਿਊਟ ਰਾਹੀਂ ਟੈਕਸਟ ਬਾਕਸ ਵਿੱਚ ਦਾਖਲ ਕੀਤੇ ਜਾਣ ਵਾਲੇ ਵੱਧ ਤੋਂ ਵੱਧ ਅੱਖਰਾਂ ਦੀ ਗਿਣਤੀ ਨਿਰਧਾਰਿਤ ਕਰ ਸਕਦੇ ਹਾਂ। ਅਤੇ ਲਾਸਟ ਵਿੱਚ ਦੀ ਉਦਾਹਰਨ ਸਭ ਤੋਂ ਪਹਿਲਾਂ ਯੂਜ਼ਰ ਆਈਡੀ। ਸੋ ਯੂਜ਼ਰ ਆਈਡੀ ਲੇਬਲ ਹੈ ਜੋ ਦਰਸਾਏਗਾ ਵੀ ਅਸੀਂ ਟੈਕਸਟ ਬਾਕਸ ਵਿੱਚ ਕੀ ਭਰਨਾ ਹੈ। ਸੋ ਉਸ ਤੋਂ ਬਾਅਦ ਲੈਫਟ ਐਂਗਲ ਬ੍ਰੈਕਟ ਇਨਪੁਟ ਟਾਈਪ ਇਕੁਅਲ ਟੂ ਟੈਕਸਟ ਨੇਮ, ਅਸੀਂ ਇਸ ਟੈਕਸਟ ਬਾਕਸ ਦਾ ਰੱਖ ਦਿੱਤਾ ਫੁੱਲ ਨੇਮ, ਅਤੇ ਇਸ ਟੈਕਸਟ ਬਾਕਸ ਦੀ ਜਿਹੜਾ ਸਾਈਜ਼ ਆ ਉਹ 20 ਰੱਖ ਦਿੱਤਾ ਹੈ। 20 ਦਰਸਾ ਰਿਹਾ ਕਿ ਅਸੀਂ ਇਸ ਵਿੱਚ ਵੱਧ ਤੋਂ ਵੱਧ 20 ਅੱਖਰਾਂ ਤੱਕ ਜਿਹੜੀ ਯੂਜ਼ਰ ਆਈਡੀ ਹੈ ਉਹ ਟਾਈਪ ਕਰ ਸਕਦੇ ਹਾਂ। ਸੋ ਜਿਵੇਂ ਕਿ ਅਸੀਂ ਹੁਣ ਇਸ ਦੀ ਉਦਾਹਰਨ ਦੇਖ ਪਾ ਰਹੇ ਹਾਂ, ਯੂਜ਼ਰ ਆਈਡੀ ਲੈਫਟ ਐਂਗਲ ਬ੍ਰੈਕਟ ਇਨਪੁਟ ਟਾਈਪ ਇਸ ਦੀ ਟੈਕਸਟ ਹੈ, ਨੇਮ ਇਸ ਦਾ ਫੁੱਲ ਨੇਮ ਹੈ, ਸਾਈਜ਼ ਇਹ ਦਰਸਾ ਰਿਹਾ ਕਿ ਕਿੰਨੇ ਅੱਖਰਾਂ ਦਾ ਜਿਹੜਾ ਸਾਈਜ਼ ਦਾ ਜਿਹੜਾ ਟੈਕਸਟ ਬਾਕਸ ਆ ਸਾਨੂੰ ਨਜ਼ਰ ਆਏਗਾ, ਤੇ ਮੈਕਸਿਮਮ ਇਸ ਵਿੱਚ ਅਸੀਂ 30 ਅੱਖਰ ਟਾਈਪ ਕਰ ਸਕਦੇ ਹਾਂ। ਸੋ ਇਹ ਉਦਾਹਰਨ ਇਹ ਦਰਸਾ ਰਹੀ ਹੈ ਕਿ ਅਸੀਂ ਇੱਕ ਟੈਕਸਟ ਬਾਕਸ ਵਿੱਚ ਅੱਖਰ ਦਾਖਲ ਕਰਨ ਲਈ ਟੈਕਸਟ ਬਾਕਸ ਦੀ ਚੌੜਾਈ 20 ਅੱਖਰਾਂ ਤੱਕ ਦੀ ਦਿਖਾਈ ਦਿੰਦੀ ਹੈ, ਅਤੇ ਇਸ ਵਿੱਚ ਵੱਧ ਤੋਂ ਵੱਧ 30 ਅੱਖਰਾਂ ਤੱਕ ਟੈਕਸਟ ਨੂੰ ਦਾਖਲ ਕੀਤਾ ਜਾ ਸਕਦਾ ਹੈ। ਸੋ ਜਦੋਂ ਅਸੀਂ ਵੈਬ ਪੇਜ 'ਤੇ ਇਸ ਟੈਗ ਨੂੰ ਵਰਤਾਂਗੇ ਤੇ ਸਾਨੂੰ ਇਸ ਤਰ੍ਹਾਂ ਦੇ ਨਾਲ ਸਾਨੂੰ ਵੈਬ ਪੇਜ ਵਿੱਚ ਇਹ ਦਿਖਾਈ ਦੇਵੇਗਾ। ਸੋ ਟੈਕਸਟ ਬਾਕਸ ਕੰਟਰੋਲ ਦੀ ਹੁਣ ਅਸੀਂ ਪ੍ਰੋਗਰਾਮ ਰਾਹੀਂ ਦੇਖ ਲੈਂਦੇ ਹਾਂ। ਸੋ ਉੱਪਰਲੇ ਟੈਗ ਅਸੀਂ ਉਹੀ ਵਰਤੇ ਜੋ ਅਸੀਂ ਭਾਗ 1 ਅਤੇ ਭਾਗ 2 ਪਾਰਟ ਵਿੱਚ ਵਰਤੇ ਸੀ। ਜਿਵੇਂ ਕਿ ਦੇਖ ਪਾ ਰਹੇ ਹੋ HTML ਹੈਡ ਤੋਂ ਬਾਅਦ ਬੋਡੀ ਵਿੱਚ ਅਸੀਂ ਫਾਰਮ ਟੈਗ ਯੂਜ਼ ਕੀਤਾ ਹੈ। ਸੋ ਫਾਰਮ ਟੈਗ ਦੇ ਵਿੱਚ ਅਸੀਂ ਯੂਜ਼ਰ ਆਈਡੀ ਇਨਪੁਟ ਟਾਈਪ ਇਕੁਅਲ ਟੂ ਟੈਕਸਟ ਨੇਮ ਅਸੀਂ ਇਸ ਦਾ ਰੱਖ ਦਿੱਤਾ ਆਈਡੀ, ਲਾਸਟ ਵਿੱਚ ਅਸੀਂ ਫਾਰਮ ਨੂੰ ਕਲੋਜ਼ ਕਰ ਦਿੱਤਾ ਹੈ। ਸੋ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਵੈਬ ਬਰਾਊਜ਼ਰ 'ਚ ਖੋਲਾਂਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਦਿਖਾਈ ਦੇਵੇਗਾ। ਸੋ ਅਗਲਾ ਸਾਡੇ ਕੋਲ ਪ੍ਰੋਗਰਾਮ ਹੈ ਟੈਕਸਟ ਫੀਲਡ ਕੰਟਰੋਲ ਜਾਂ ਸਿੰਗਲ ਲਾਈਨ ਟੈਕਸਟ ਇਨਪੁਟ ਕੰਟਰੋਲ ਨੂੰ ਵਰਤਣਾ। ਸੋ ਇਸ ਵਿੱਚ ਅਸੀਂ ਇੱਕ ਫਾਰਮ ਟੈਗ ਦਾ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਵਿੱਚ ਅਸੀਂ ਇੱਕ ਲੇਬਲ ਲਿਆ ਯੂਜ਼ਰ ਆਈਡੀ, ਅਤੇ ਇਸ ਵਿੱਚ ਅਸੀਂ ਇਨਪੁਟ ਟੈਗ ਦੇ ਵਿੱਚ ਐਟਰੀਬਿਊਟ ਵਰਤਿਆ ਟਾਈਪ ਅਸੀਂ ਕੀ ਲੈ ਰਹੇ ਹਾਂ ਟੈਕਸਟ, ਕਿਉਂਕਿ ਅਸੀਂ ਟੈਕਸਟ ਬਾਕਸ ਨੂੰ ਦਾਖਲ ਕਰਨਾ ਚਾਹੁੰਦੇ ਹਾਂ ਤੇ ਇਸ ਦਾ ਨਾਮ ਅਸੀਂ ਰੱਖ ਦਿੱਤਾ ਹੈ ਆਈਡੀ। ਸੋ ਹੁਣ ਅਸੀਂ ਇਸ ਪ੍ਰੋਗਰਾਮ ਨੂੰ ਚਲਾ ਕੇ ਦੇਖ ਲੈਂਦੇ ਹਾਂ। ਇਸ ਲਈ ਅਸੀਂ ਫਾਈਲ 'ਤੇ ਜਾਵਾਂਗੇ, ਫਾਈਲ 'ਤੇ ਜਾਣ ਤੋਂ ਬਾਅਦ ਓਪਨ ਇਨ ਡਿਫਾਲਟ ਵਿਊਅਰ 'ਤੇ ਕਲਿੱਕ ਕਰਾਂਗੇ। ਤਾਂ ਤੁਸੀਂ ਦੇਖ ਪਾ ਰਹੇ ਹੋ ਸਾਡੀ ਵੈਬ ਬਰਾਊਜ਼ਰ ਸਕਰੀਨ 'ਤੇ ਜੋ ਲੇਬਲ ਅਸੀਂ ਲਿਆ ਯੂਜ਼ਰ ਆਈਡੀ ਅਤੇ ਉਹ ਟੈਕਸਟ ਬਾਕਸ ਅਸੀਂ ਲਿਆ ਹੈ, ਇਹ ਸਾਡੀ ਸਕਰੀਨ 'ਤੇ ਉਹ ਦਾਖਲ ਹੋ ਚੁੱਕਿਆ ਹੈ। ਇਸ ਤਰ੍ਹਾਂ ਦੇ ਨਾਲ ਅਸੀਂ ਇੱਕ ਟੈਕਸਟ ਬਾਕਸ ਨੂੰ ਦਾਖਲ ਕਰ ਸਕਦੇ ਹਾਂ। ਸੋ ਦੂਸਰਾ ਹੈ ਪਾਸਵਰਡ ਫੀਲਡ ਕੰਟਰੋਲ। ਸੋ ਪਾਸਵਰਡ ਫੀਲਡ ਕੰਟਰੋਲ ਵੀ ਟੈਕਸਟ ਇਨਪੁਟ ਕੰਟਰੋਲ ਦੀ ਤਰ੍ਹਾਂ ਹੀ ਹੈ, ਪਰ ਇਸ ਵਿੱਚ ਟਾਈਪ ਕੀਤਾ ਗਿਆ ਡਾਟਾ ਮਾਸਕਿੰਗ ਵਿਧੀ ਰਾਹੀਂ ਖਾਸ ਅੱਖਰਾਂ ਵਿੱਚ ਬਦਲ ਜਾਂਦਾ ਹੈ। ਸੋ ਪਾਸਵਰਡ ਫੀਲਡ ਕੰਟਰੋਲ ਦੀ ਵਰਤੋਂ ਵੈਬ ਪੇਜ ਵਿੱਚ ਪਾਸਵਰਡ ਜਾਂ ਬੈਂਕ ਖਾਤੇ ਆਦਿ ਸੁਰੱਖਿਅਤ ਜਾਣਕਾਰੀ ਨੂੰ ਸਵੀਕਾਰ ਕਰਨ ਲਈ ਕਰਦੇ ਹਾਂ। ਇਸ ਵਿੱਚ ਅਸੀਂ ਟਾਈਪ ਐਟਰੀਬਿਊਟ ਦੇ ਮੁੱਲ ਨੂੰ ਪਾਸਵਰਡ ਸੈੱਟ ਕਰਦੇ ਹਾਂ, ਅਤੇ ਇਸ ਕੰਟਰੋਲ ਨੂੰ ਬਣਾਉਣ ਲਈ ਵੀ ਇਨਪੁਟ ਟੈਗ ਨੂੰ ਵਰਤਿਆ ਜਾਂਦਾ ਹੈ। ਸੋ ਇਸ ਦੀ ਉਦਾਹਰਨ ਹੈ ਲੇਬਲ ਇਜ਼ ਦਾ ਪਾਸਵਰਡ ਲੈਫਟ ਐਂਗਲ ਬ੍ਰੈਕਟ ਇਨਪੁਟ ਟਾਈਪ ਇਕੁਅਲ ਟੂ ਪਾਸਵਰਡ। ਜਿਵੇਂ ਪਿਛਲੇ ਟੌਪਿਕ ਵਿੱਚ ਅਸੀਂ ਇਸ ਦੀ ਜਿਹੜੀ ਟਾਈਪ ਆ ਉਹ ਟੈਕਸਟ ਨਿਰਧਾਰਿਤ ਕੀਤੀ ਸੀ। ਸੋ ਪਾਸਵਰਡ ਫੀਲਡ ਦੇ ਵਿੱਚ ਅਸੀਂ ਟਾਈਪ ਇਸ ਦੀ ਪਾਸਵਰਡ ਸੈੱਟ ਕਰਾਂਗੇ, ਨੇਮ ਇਕੁਅਲ ਟੂ ਫੁੱਲ ਨੇਮ, ਸਾਈਜ਼ ਇਸ ਦਾ 20 ਹੈ ਤੇ ਮੈਕਸ ਲੈਂਥ ਇਸ ਦੀ 40 ਸੈੱਟ ਕੀਤੀ ਹੈ। ਸੋ ਇਹ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਵੈਬ ਪੇਜ ਵਿੱਚ ਜਦੋਂ ਅਸੀਂ ਇਸ ਨੂੰ ਵਰਤਾਂਗੇ ਇਸ ਤਰ੍ਹਾਂ ਦੇ ਨਾਲ ਸਾਨੂੰ ਦਿਖਾਈ ਦੇਵੇਗਾ। ਸੋ ਹੁਣ ਅਸੀਂ ਇਸ ਦਾ ਪ੍ਰੋਗਰਾਮ ਦੇਖ ਲੈਂਦੇ ਹਾਂ। ਸੋ ਅਸੀਂ ਫਾਰਮ ਟੈਗ ਦੇ ਅੰਦਰ ਜਿਹੜਾ ਟੈਗ ਲੇਬਲ ਵਰਤਿਆ ਹੈ ਪਾਸਵਰਡ ਦੇ ਅੰਦਰ ਅਸੀਂ ਇਨਪੁਟ ਟਾਈਪ ਇਸ ਦੀ ਮੈਂਸ਼ਨ ਕੀਤੀ ਹੈ ਪਾਸਵਰਡ, ਅਤੇ ਨੇਮ ਇਸ ਦਾ ਵੀ ਪਾਸਵਰਡ ਮੈਂਸ਼ਨ ਕੀਤਾ ਹੈ। ਸੋ ਜਦੋਂ ਅਸੀਂ ਇਸ ਨੂੰ ਵੈਬ ਬਰਾਊਜ਼ਰ 'ਚ ਖੋਲਾਂਗੇ ਤਾਂ ਜਿਹੜਾ ਪ੍ਰੋਗਰਾਮ ਹੈ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਦਿਖਾਈ ਦੇਵੇਗਾ। ਸੋ ਹੁਣ ਅਸੀਂ ਪਾਸਵਰਡ ਇਨਪੁਟ ਕੰਟਰੋਲ ਦੀ ਐਗਜ਼ਾਮਪਲ ਦੇਖ ਲੈਂਦੇ ਹਾਂ। ਇਸ ਵਿੱਚ ਵੀ ਅਸੀਂ ਇੱਕ ਫਾਰਮ ਟੈਗ ਵਰਤਿਆ ਹੈ। ਫਾਰਮ ਟੈਗ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਵਿੱਚ ਅਸੀਂ ਇੱਕ ਲੇਬਲ ਲਿਆ ਪਾਸਵਰਡ, ਉਸ ਤੋਂ ਬਾਅਦ ਅਸੀਂ ਇੱਕ ਇਨਪੁਟ ਟੈਗ ਵਰਤਿਆ ਜਿਸ ਵਿੱਚ ਇਸ ਦਾ ਐਟਰੀਬਿਊਟ ਮੈਂਸ਼ਨ ਕੀਤਾ ਹੈ ਟਾਈਪ। ਸੋ ਟਾਈਪ ਦੇ ਵਿੱਚ ਅਸੀਂ ਆਪਣਾ ਟੈਕਸਟ ਬਾਕਸ ਟਾਈਪ ਆਫ ਪਾਸਵਰਡ ਮੈਂਸ਼ਨ ਕੀਤਾ ਹੈ ਅਤੇ ਇਸ ਦਾ ਨਾਮ ਰੱਖ ਦਿੱਤਾ ਪਾਸਵਰਡ। ਸੋ ਹੁਣ ਅਸੀਂ ਇਸ ਦਾ ਪ੍ਰੋਗਰਾਮ ਚਲਾ ਕੇ ਦੇਖ ਲੈਂਦੇ ਹਾਂ। ਓਪਨ ਇਨ ਡਿਫਾਲਟ ਵਿਊਅਰ 'ਚ ਤੁਸੀਂ ਦੇਖ ਪਾ ਰਹੇ ਹੋ ਸਾਡਾ ਜਿਹੜਾ ਟੈਕਸਟ ਬਾਕਸ ਪਾਸਵਰਡ ਵਾਲਾ ਦਾਖਲ ਹੋ ਚੁੱਕਾ ਹੈ। ਇਸ ਵਿੱਚ ਅਸੀਂ ਕੋਈ ਵੀ ਮੁੱਲ ਐਂਟਰ ਕਰਾਂਗੇ ਸਾਨੂੰ ਸਟਾਰ ਦੇ ਰੂਪ ਵਿੱਚ ਦਿਖਾਈ ਦੇਵੇਗਾ। ਤੀਸਰਾ ਟੌਪਿਕ ਹੈ ਟੈਕਸਟ ਏਰੀਆ ਕੰਟਰੋਲ। ਜਦੋਂ ਯੂਜ਼ਰ ਤੋਂ ਇੱਕ ਤੋਂ ਜ਼ਿਆਦਾ ਲਾਈਨਾਂ ਵਿੱਚ ਡਾਟਾ ਸਵੀਕਾਰ ਕਰਵਾਉਣ ਦੀ ਲੋੜ ਮਹਿਸੂਸ ਹੋਵੇ ਤਾਂ ਟੈਕਸਟ ਏਰੀਆ ਕੰਟਰੋਲ ਦੀ ਵਰਤੋਂ ਕੀਤੀ ਜਾਂਦੀ ਹੈ। ਟੈਕਸਟ ਏਰੀਆ ਕੰਟਰੋਲ ਦੀ ਵਰਤੋਂ ਕਰਕੇ ਅਸੀਂ ਯੂਜ਼ਰ ਕੋਲੋਂ ਐਡਰੈਸ ਸੰਬੰਧੀ ਜਾਣਕਾਰੀ, ਫੀਡਬੈਕ ਅਤੇ
ਕਮੈਂਟ ਆਦਿ ਨਾਲ ਸੰਬੰਧਿਤ ਜਾਣਕਾਰੀ ਸਵੀਕਾਰ ਕੀਤੀ ਜਾ ਸਕਦੀ ਹੈ। ਸੋ ਇਸ ਕੰਟਰੋਲ ਨੂੰ ਬਣਾਉਣ ਲਈ ਟੈਕਸਟ ਏਰੀਆ ਟੈਗ ਵਰਤਿਆ ਜਾਂਦਾ ਹੈ ਅਤੇ ਇਸ ਕੰਟਰੋਲ ਨੂੰ ਬਣਾਉਣ ਲਈ ਇਨਪੁਟ ਟੈਗ ਨੂੰ ਵਰਤਿਆ ਜਾਂਦਾ ਹੈ। ਸੋ ਟੈਕਸਟ ਏਰੀਆ ਟੈਗ ਦੇ ਐਟਰੀਬਿਊਟ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਰੋਜ਼। ਇਸ ਦੀ ਵਰਤੋਂ ਟੈਕਸਟ ਏਰੀਆ ਵਿੱਚ ਰੋ ਦੀ ਗਿਣਤੀ ਨਿਰਧਾਰਿਤ ਕਰਨ ਲਈ ਕਰਦੇ ਹਾਂ। ਦੂਸਰਾ ਹੈ ਕਾਲਸ। ਸੋ ਇਸ ਐਟਰੀਬਿਊਟ ਦੀ ਵਰਤੋਂ ਟੈਕਸਟ ਏਰੀਆ ਵਿੱਚ ਕਾਲਮ ਦੀ ਚੌੜਾਈ ਜਾਂ ਕਾਲਮ ਦੀ ਗਿਣਤੀ ਨਿਰਧਾਰਿਤ ਕਰਨ ਲਈ ਕਰਦੇ ਹਾਂ। ਤੇ ਇਸ ਦੀ ਉਦਾਹਰਨ ਹੈ ਮੈਸੇਜ ਟੈਕਸਟ ਏਰੀਆ ਰੋਜ਼ ਇਕੁਅਲ ਟੂ 5 ਕਾਲਸ ਇਕੁਅਲ ਟੂ 30 ਅਤੇ ਇਸ ਦਾ ਨੇਮ ਅਸੀਂ ਰੱਖ ਦਿੱਤਾ ਹੈ ਮੈਸੇਜ। ਸੋ ਹੇਠਾਂ ਇਸ ਟੈਕਸਟ ਏਰੀਆ ਵਿੱਚ ਸਾਨੂੰ ਕੀ ਲਿਖਿਆ ਹੋਇਆ ਨਜ਼ਰ ਆਏਗਾ, ਰਾਈਟ ਯੂਰ ਮੈਸੇਜ ਹੇਅਰ। ਲਾਸਟ ਅਸੀਂ ਟੈਕਸਟ ਏਰੀਆ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਸੋ ਜਿਵੇਂ ਤੁਸੀਂ ਹੇਠਾਂ ਦੇਖ ਪਾ ਰਹੇ, ਜਦੋਂ ਅਸੀਂ ਇਸ ਟੈਗ ਨੂੰ ਵਰਤਾਂਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਦਿਖਾਈ ਦੇਵੇਗਾ। ਸੋ ਇਸ ਟੈਕਸਟ ਏਰੀਆ ਵਿੱਚ ਅਸੀਂ 5 ਲਾਈਨਾਂ ਦੇ ਵਿੱਚ 30 ਅੱਖਰਾਂ ਤੱਕ ਜਿਹੜਾ ਹਰੇਕ ਲਾਈਨ ਵਿੱਚ ਜਿਹੜਾ ਟੈਕਸਟ ਆ ਉਹ ਦਾਖਲ ਕਰ ਸਕਦੇ ਹਾਂ। ਹੁਣ ਅਸੀਂ ਇਸ ਦਾ ਪ੍ਰੋਗਰਾਮ ਦੇਖ ਲੈਂਦੇ ਹਾਂ। ਫਾਰਮ ਟੈਗ ਦੇ ਅੰਦਰ ਅਸੀਂ ਇੱਕ ਲੇਬਲ ਵਰਤਿਆ ਮੈਸੇਜ। ਮੈਸੇਜ ਦੇ ਅੰਦਰ ਅਸੀਂ ਟੈਕਸਟ ਏਰੀਆ ਵਰਤਿਆ ਜਿਸ ਵਿੱਚ ਇਹਦੀ ਰੋ ਦੀ ਗਿਣਤੀ 5 ਹੈ ਤੇ ਕਾਲਮ ਦੀ ਗਿਣਤੀ 30 ਹੈ ਅਤੇ ਇਸ ਟੈਕਸਟ ਏਰੀਆ ਦਾ ਅਸੀਂ ਨੇਮ ਰੱਖਿਆ ਹੈ ਮੈਸੇਜ। ਅਤੇ ਇਸ ਟੈਕਸਟ ਏਰੀਆ ਵਿੱਚ ਸਾਨੂੰ ਕੀ ਲਿਖਿਆ ਹੋਇਆ ਨਜ਼ਰ ਆਵੇ, ਰਾਈਟ ਯੂਰ ਮੈਸੇਜ ਹੇਅਰ। ਤੇ ਲਾਸਟ ਵਿੱਚ ਅਸੀਂ ਟੈਕਸਟ ਏਰੀਆ ਦਾ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਉਸ ਤੋਂ ਬਾਅਦ ਫਾਰਮ ਦਾ ਵੀ ਕਲੋਜ਼ਿੰਗ ਟੈਗ ਲਗਾ ਦਿੱਤਾ ਹੈ। ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਵੈਬ ਬਰਾਊਜ਼ਰ ਵਿੱਚ ਖੋਲਾਂਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਦਿਖਾਈ ਦੇਗਾ। ਤੇ ਦੇਖ ਪਾ ਰਹੇ ਹੋ, ਸਭ ਤੋਂ ਪਹਿਲਾਂ ਖੱਬੇ ਪਾਸੇ ਇਸ ਦਾ ਮੈਸੇਜ ਜੋ ਅਸੀਂ ਫਾਰਮ ਤੋਂ ਬਾਅਦ ਲੇਬਲ ਦਿੱਤਾ ਹੈ ਉਹ ਦਿਖਾਈ ਦੇ ਰਿਹਾ। ਉਸ ਤੋਂ ਬਾਅਦ ਟੈਕਸਟ ਏਰੀਆ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਵਿਚਕਾਰ ਅਸੀਂ ਲਿਖਿਆ ਹੋਇਆ ਰਾਈਟ ਯੂਰ ਮੈਸੇਜ ਹੇਅਰ, ਉਹ ਸਾਨੂੰ ਟੈਕਸਟ ਏਰੀਆ ਦੇ ਅੰਦਰ ਦਿਖਾਈ ਦੇ ਰਿਹਾ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਮਲਟੀ ਲਾਈਨ ਇਨਪੁਟ ਕੰਟਰੋਲ ਜਾਂ ਟੈਕਸਟ ਏਰੀਆ ਦੀ ਵਰਤੋਂ ਕਰ ਸਕਦੇ ਹਾਂ। ਸੋ ਅਸੀਂ ਹੁਣ ਟੈਕਸਟ ਏਰੀਆ ਇਨਪੁਟ ਕੰਟਰੋਲ ਨੂੰ ਵਰਤਣ ਦੇ ਤਰੀਕੇ ਬਾਰੇ ਸਿੱਖਾਂਗੇ। ਸੋ ਅਸੀਂ ਫਾਰਮ ਟੈਗ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਵਿੱਚ ਇੱਕ ਲੇਬਲ ਲਿਆ ਮੈਸੇਜ। ਮੈਸੇਜ ਤੋਂ ਬਾਅਦ ਅਸੀਂ ਟੈਕਸਟ ਏਰੀਆ ਨੂੰ ਬਣਾਉਣ ਲਈ ਟੈਕਸਟ ਏਰੀਆ ਟੈਗ ਵਰਤਿਆ ਹੈ। ਟੈਕਸਟ ਏਰੀਆ ਵਿੱਚ ਅਸੀਂ ਰੋਜ਼ ਮੈਂਸ਼ਨ ਕੀਤੀਆਂ ਨੇ ਕਿ ਕਿੰਨੀਆਂ ਲਾਈਨਾਂ ਤੱਕ ਅਸੀਂ ਟੈਕਸਟ ਲਿਖ ਸਕਦੇ ਹਾਂ ਅਤੇ ਕਾਲਮ ਦਰਸਾ ਰਿਹਾ ਹੈ ਵੀ ਅਸੀਂ ਕਿੰਨੇ ਸ਼ਬਦਾਂ ਤੱਕ ਹਰੇਕ ਲਾਈਨ ਵਿੱਚ ਅੱਖਰ ਲਿਖ ਸਕਦੇ ਹਾਂ ਅਤੇ ਇਸ ਦਾ ਨਾਮ ਮੈਸੇਜ ਅਸੀਂ ਦਰਸਾ ਦਿੱਤਾ ਹੈ। ਤੇ ਇਹ ਉਹ ਟੈਕਸਟ ਹੈ ਟੈਕਸਟ ਏਰੀਆ ਦੇ ਦਰਮਿਆਨ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਕਸਟ ਦੇ ਵਿੱਚ ਜੋ ਅਸੀਂ ਟੈਕਸਟ ਬਾਕਸ ਦੇ ਅੰਦਰ ਦੇਖਣਾ ਚਾਹੁੰਦੇ ਹਾਂ। ਹੁਣ ਅਸੀਂ ਇਸ ਨੂੰ ਚਲਾ ਕੇ ਦੇਖ ਲੈਂਦੇ ਹਾਂ ਓਪਨ ਇਨ ਡਿਫਾਲਟ ਵਿੱਚ। ਤੁਸੀਂ ਦੇਖ ਪਾ ਰਹੇ ਹੋ ਵੈਬ ਬਰਾਊਜ਼ਰ ਵਿੱਚ ਜਿਹੜਾ ਲੇਬਲ ਹੈ ਉਹ ਸਾਨੂੰ ਮੈਸੇਜ ਸ਼ੋ ਹੋ ਰਿਹਾ ਹੈ। ਤਾਂ ਟੈਕਸਟ ਬਾਕਸ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਦਰਮਿਆਨ ਜੋ ਅਸੀਂ ਟੈਕਸਟ ਲਿਖਿਆ ਸਾਨੂੰ ਇੱਥੇ ਨਜ਼ਰ ਆ ਰਿਹਾ। ਸੋ ਇਸ ਵਿੱਚ ਤੁਸੀਂ ਜੋ ਵੀ ਟੈਕਸਟ ਲਿਖਣਾ ਚਾਹੁੰਦੇ ਹੋ ਉਹਨੂੰ ਤੁਸੀਂ ਇਸ ਵਿੱਚ ਇਸ ਤਰ੍ਹਾਂ ਨਾਲ ਲਿਖ ਸਕਦੇ ਹੋ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਟੈਕਸਟ ਏਰੀਆ ਇਨਪੁਟ ਕੰਟਰੋਲ ਦੇ ਰਾਹੀਂ ਮਲਟੀ ਲਾਈਨ ਟੈਕਸਟ ਨੂੰ ਲਿਖ ਸਕਦੇ ਹਾਂ। ਅਗਲਾ ਟੌਪਿਕ ਹੈ ਚੈੱਕ ਬਾਕਸ ਕੰਟਰੋਲ। ਸੋ ਚੈੱਕ ਬਾਕਸ ਕੰਟਰੋਲ ਇੱਕ ਆਸਾਨ ਇਨਪੁਟ ਬਾਕਸ ਹੈ ਜੋ ਕਿ ਇੱਕ ਛੋਟੇ ਜਿਹੇ ਵਰਗ ਵਾਂਗ ਦਿਖਾਈ ਦਿੰਦਾ ਹੈ, ਜਿਸ ਉੱਪਰ ਅਸੀਂ ਕਲਿੱਕ ਕਰਕੇ ਇਸ ਨੂੰ ਸਿਲੈਕਟ ਜਾਂ ਡੀਸਿਲੈਕਟ ਕਰ ਸਕਦੇ ਹਾਂ। ਚੈੱਕ ਬਾਕਸ ਕੰਟਰੋਲ ਰਾਹੀਂ ਯੂਜ਼ਰ ਸੀਮਿਤ ਆਪਸ਼ਨਾਂ ਵਿੱਚੋਂ 0 ਜਾਂ ਵਧੇਰੇ ਆਪਸ਼ਨਾਂ ਦੀ ਚੋਣ ਕਰ ਸਕਦਾ ਹੈ। ਚੈੱਕ ਬਾਕਸ ਕੰਟਰੋਲ HTML ਦੇ ਇਨਪੁਟ ਟੈਗ ਵਿੱਚ ਵਰਤਿਆ ਜਾਂਦਾ ਹੈ ਅਤੇ ਹਰ ਇੱਕ ਚੈੱਕ ਬਾਕਸ ਕੰਟਰੋਲ ਨੂੰ ਨੇਮ ਐਟਰੀਬਿਊਟ ਦੇਣਾ ਪੈਂਦਾ ਹੈ। ਸੋ ਇਸ ਦੀ ਉਦਾਹਰਨ ਹੈ, ਸਭ ਤੋਂ ਪਹਿਲਾਂ ਅਸੀਂ ਲੇਬਲ ਦਿੱਤਾ ਹੈ ਸਿਲੈਕਟ ਯੂਅਰ ਸਬਜੈਕਟ। ਉਸ ਤੋਂ ਬਾਅਦ ਅਸੀਂ ਇਨਪੁਟ ਟਾਈਪ ਇਸ ਦੀ ਮੈਂਸ਼ਨ ਕਰਾਂਗੇ ਚੈੱਕ ਬਾਕਸ। ਨੇਮ ਅਸੀਂ ਇਸ ਦਾ ਰੱਖ ਦਿੱਤਾ ਹੈਲੋ, ਵੈਲਿਊ ਦੇਤੀ ਹੈ ਹਿੰਦੀ। ਤੇ ਬਾਅਦ ਵਿੱਚ ਇਸ ਚੈੱਕ ਬਾਕਸ ਦੇ ਨਾਲ ਸਾਨੂੰ ਕੀ ਲਿਖਿਆ ਹੋਇਆ ਨਜ਼ਰ ਆਵੇ, ਹਿੰਦੀ, ਇਸ ਕਰਕੇ ਲਾਸਟ ਵਿੱਚ ਅਸੀਂ ਹਿੰਦੀ ਲਿਖ ਦਿੱਤਾ ਹੈ। ਉਸ ਤਰ੍ਹਾਂ ਦੇ ਨਾਲ ਅਗਲਾ ਇੱਕ ਹੋਰ ਅਸੀਂ ਚੈੱਕ ਬਾਕਸ ਦਾ ਟੈਗ ਵਰਤਿਆ ਹੈ ਇਨਪੁਟ ਟਾਈਪ ਇਕੁਅਲ ਟੂ ਚੈੱਕ ਬਾਕਸ। ਨੇਮ ਇਸ ਦਾ ਸੇਮ ਰਹਿਣ ਦਿੱਤਾ ਹੈ ਹੈਲੋ, ਵੈਲਿਊ ਇਸ ਦੀ ਹੁਣ ਅਸੀਂ ਕੀ ਸੈੱਟ ਕੀਤੀ ਹੈ ਇੰਗਲਿਸ਼। ਤੇ ਲਾਸਟ ਵਿੱਚ ਅਸੀਂ ਐਂਗਲ ਬ੍ਰੈਕਟ ਨੂੰ ਕਲੋਜ਼ ਕਰਨ ਤੋਂ ਬਾਅਦ ਅਗਲਾ ਲੇਬਲ ਵੀ ਦੇ ਦਿੱਤਾ ਇੰਗਲਿਸ਼। ਜਦੋਂ ਅਸੀਂ ਇਸ ਨੂੰ ਵੈਬ ਪੇਜ ਵਿੱਚ ਵਰਤਾਂਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਦਿਖਾਈ ਦੇਗਾ ਸਿਲੈਕਟ ਯੂਅਰ ਸਬਜੈਕਟ। ਸੋ ਹਰੇਕ ਜਿਹੜਾ ਸਬਜੈਕਟ ਨੇਮ ਹੈ ਹਿੰਦੀ ਤੇ ਇਹਨਾਂ ਦੇ ਅੱਗੇ ਇੱਕ ਚੌਰਸ ਜਿਹੜਾ ਸਾਨੂੰ ਬਾਕਸ ਦਿਖਾਈ ਦੇ ਰਿਹਾ, ਇਸ ਨੂੰ ਅਸੀਂ ਚੈੱਕ ਬਾਕਸ ਕਹਿੰਦੇ ਹਾਂ। ਸੋ ਚੈੱਕ ਬਾਕਸ ਦੀ ਵਰਤੋਂ ਕਰਕੇ ਅਸੀਂ ਯੂਜ਼ਰ ਤੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਆਪਸ਼ਨਾਂ ਨੂੰ ਚੋਣ ਕਰਵਾਉਂਦੇ ਹੋਏ ਜਿਹੜੇ ਮੁੱਲ ਆ ਉਹ ਜਾਣ ਸਕਦੇ ਹਾਂ। ਸੋ ਹੁਣ ਅਸੀਂ ਇਸ ਦਾ ਪ੍ਰੋਗਰਾਮ ਦੇਖ ਲੈਂਦੇ ਹਾਂ। ਸੋ ਇਸ ਵਿੱਚ ਵੀ ਬੋਡੀ ਟੈਗ ਦੇ ਅੰਦਰ ਅਸੀਂ ਫਾਰਮ ਟੈਗ ਵਰਤਿਆ ਹੈ। ਫਾਰਮ ਟੈਗ ਦੇ ਵਿੱਚ ਅਸੀਂ ਲੇਬਲ ਵਰਤਿਆ ਚੂਜ਼ ਯੂਅਰ ਸਬਜੈਕਟ। ਉਸ ਤੋਂ ਬਾਅਦ ਅਸੀਂ ਇਸ ਵਿੱਚ ਜਿਹੜੇ 5 ਚੈੱਕ ਬਾਕਸ ਵਰਤੇ ਆ, ਜਿਸ ਵਿੱਚ ਪਹਿਲਾ ਹੈ ਹਿੰਦੀ, ਇੰਗਲਿਸ਼, ਮੈਥ, ਸਾਇੰਸ, ਸੋਸ਼ਲ ਸਾਇੰਸ। ਇਸ ਤਰ੍ਹਾਂ ਦੇ ਨਾਲ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਚਲਾਵਾਂਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਨਜ਼ਰ ਆਵੇਗਾ। ਤਾਂ ਜਿਸ ਵਿੱਚ ਅਸੀਂ
ਵੱਖਰੇ ਵੱਖਰੇ ਚੈੱਕ ਬਾਕਸ ਦੀ ਚੋਣ ਕਰਕੇ ਆਪਣੀ ਜਿਹੜੀ ਚੋਇਸ ਆ ਉਹ ਦੱਸ ਸਕਦੇ ਹਾਂ। ਸੋ ਹੁਣ ਅਸੀਂ ਫਾਰਮ ਦੀ ਵਰਤੋਂ ਕਰਦੇ ਹੋਏ ਆਪਣੇ ਵੈਬ ਬਰਾਊਜ਼ਰ ਵਿੱਚ ਚੈੱਕ ਬਾਕਸ ਨੂੰ ਦਾਖਲ ਕਰਨ ਦੇ ਤਰੀਕੇ ਬਾਰੇ ਸਿੱਖਾਂਗੇ। ਇਸ ਵਿੱਚ ਵੀ ਅਸੀਂ ਫਾਰਮ ਦਾ ਓਪਨਿੰਗ ਅਤੇ ਕਲੋਜ਼ਿੰਗ ਟੈਗ ਯੂਜ਼ ਕੀਤਾ ਹੈ। ਉਸ ਤੋਂ ਬਾਅਦ ਅਸੀਂ ਇੱਕ ਲੇਬਲ ਯੂਜ਼ ਕੀਤਾ ਹੈ ਚੂਜ਼ ਯੂਅਰ ਸਬਜੈਕਟ। ਉਸ ਤੋਂ ਬਾਅਦ ਅਸੀਂ ਇਨਪੁਟ ਟੈਗ ਦੀ ਵਰਤੋਂ ਕਰਦੇ ਹੋਏ ਇਸ ਦੀ ਟਾਈਪ ਮੈਚਿੰਗ ਕੀਤੀ ਹੈ ਚੈੱਕ ਬਾਕਸ ਅਤੇ ਇਸ ਦਾ ਨੇਮ ਰੱਖ ਦਿੱਤਾ ਚੈੱਕ CH1 ਅਤੇ ਇਸ ਦੀ ਵੈਲਿਊ ਹੈ ਹਿੰਦੀ ਅਤੇ ਇਸ ਦੇ ਵਿੱਚ ਇਸ ਦੇ ਸਾਹਮਣੇ ਕੀ ਲਿਖਿਆ ਹੋਇਆ ਨਜ਼ਰ ਆਏ ਹਿੰਦੀ, ਇੰਗਲਿਸ਼, ਮੈਥ, ਸਾਇੰਸ, ਸੋਸ਼ਲ ਸਟੱਡੀਜ਼। ਸੋ ਲਾਸਟ ਵਿੱਚ ਅਸੀਂ ਇਸ ਫਾਰਮ ਟੈਗ ਨੂੰ ਬੰਦ ਕਰ ਦਿੱਤਾ ਹੈ। ਸੋ ਹੁਣ ਅਸੀਂ ਇਸ ਨੂੰ ਡਿਫਾਲਟ ਵਿੱਚ ਓਪਨ ਕਰਕੇ ਦੇਖ ਲੈਂਦੇ ਹਾਂ। ਦੇਖ ਪਾ ਰਹੇ ਇਸ ਤਰ੍ਹਾਂ ਦੇ ਨਾਲ ਸਾਡਾ ਚੈੱਕ ਬਾਕਸ ਸਾਨੂੰ ਦਿਖਾਈ ਦੇਣਗੇ। ਸਭ ਤੋਂ ਪਹਿਲਾਂ ਲੇਬਲ ਸਾਨੂੰ ਕੀ ਦਰਸਾ ਰਿਹਾ ਵੀ ਚੂਜ਼ ਯੂਅਰ ਸਬਜੈਕਟ। ਸੋ ਇਹਨਾਂ ਵਿੱਚ ਜਿਸ ਵੀ ਸਬਜੈਕਟ ਨੂੰ ਤੁਸੀਂ ਚੂਜ਼ ਕਰਨਾ ਚਾਹੁੰਦੇ ਹੋ ਬਸ ਉੱਥੇ ਕਲਿੱਕ ਕਰੋ। ਉੱਥੇ ਸਾਨੂੰ ਇਸ ਤਰ੍ਹਾਂ ਦੇ ਨਾਲ ਉਹ ਚੈੱਕ ਬਾਕਸ ਸਿਲੈਕਟਡ ਦਿਖਾਈ ਦੇਵੇਗਾ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਚੈੱਕ ਬਾਕਸ ਦੀ ਵਰਤੋਂ ਕਰਦੇ ਹੋਏ ਇੱਕ ਤੋਂ ਜ਼ਿਆਦਾ ਜਿਹੜੀਆਂ ਵਿਸ਼ੇ ਆ ਉਹਦੀ ਚੋਣ ਕਰਨ ਲਈ ਇਸ ਤਰ੍ਹਾਂ ਦੀ ਆਪਾਂ ਚੈੱਕ ਬਾਕਸਿਸ ਦੀ ਵਰਤੋਂ ਕਰ ਸਕਦੇ ਹਾਂ। ਅਗਲਾ ਸਾਡੇ ਕੋਲ ਹੈ ਰੇਡੀਓ ਬਟਨ ਕੰਟਰੋਲ। ਸੋ ਰੇਡੀਓ ਬਟਨ ਕੰਟਰੋਲ ਰਾਹੀਂ ਅਸੀਂ ਯੂਜ਼ਰ ਤੋਂ ਇੱਕ ਸਮੇਂ ਬਹੁਤ ਸਾਰੇ ਵਿਕਲਪਾਂ ਵਿੱਚੋਂ ਸਿਰਫ ਇੱਕ ਦੀ ਹੀ ਚੋਣ ਕਰਵਾਉਣ ਲਈ ਇਸ ਕੰਟਰੋਲ ਦੀ ਵਰਤੋਂ ਕਰਦੇ ਹਾਂ। ਸੋ ਰੇਡੀਓ ਬਟਨਾਂ ਦੀ ਵਰਤੋਂ ਆਮ ਤੌਰ ਤੇ ਲਿੰਗ ਸੰਬੰਧੀ ਆਪਸ਼ਨ, ਕਰਮਚਾਰੀ ਦੀ ਕਿਸਮ ਆਦਿ ਦੀ ਚੋਣ ਕਰਨ ਲਈ ਕਰ ਸਕਦੇ ਹਾਂ। ਸੋ ਰੇਡੀਓ ਬਟਨ ਕੰਟਰੋਲ HTML ਦੇ ਇਨਪੁਟ ਟੈਗ ਨਾਲ ਵਰਤਿਆ ਜਾਂਦਾ ਹੈ ਅਤੇ ਹਰੇਕ ਰੇਡੀਓ ਬਟਨ ਵਿੱਚ ਨੇਮ ਅਤੇ ਟਾਈਪ ਐਟਰੀਬਿਊਟ ਪਰਿਭਾਸ਼ਿਤ ਕੀਤਾ ਗਿਆ ਹੁੰਦਾ ਹੈ। ਸੋ ਇਸ ਦੀ ਉਦਾਹਰਨ ਹੈ ਲੈਫਟ ਐਂਗਲ ਬ੍ਰੈਕਟ ਇਨਪੁਟ, ਟਾਈਪ ਇਸ ਦੀ ਹੈ ਡਬਲ ਕੋਡ ਵਿੱਚ ਰੇਡੀਓ, ਨੇਮ ਇਸ ਰੇਡੀਓ ਬਟਨ ਦਾ ਨੇਮ ਅਸੀਂ ਰੱਖ ਦਿੱਤਾ ਕੋਰਸ, ਵੈਲਿਊ ਅਸੀਂ ਦਿੱਤੀ ਹੈ ਹਿੰਦੀ ਤਾਂ ਰਾਈਟ ਐਂਗਲ ਬ੍ਰੈਕਟ ਤੋਂ ਬਾਅਦ ਅਸੀਂ ਇਸ ਦਾ ਲੇਬਲ ਦਿੱਤਾ ਹੈ ਹਿੰਦੀ। ਸੋ ਰੇਡੀਓ ਬਟਨ ਤੋਂ ਨਾਲ ਸਾਨੂੰ ਲੇਬਲ ਕੀ ਲਿਖਿਆ ਹੋਇਆ ਨਜ਼ਰ ਆਵੇ ਹਿੰਦੀ ਉਹ ਅਸੀਂ ਲਾਸਟ ਵਿੱਚ ਲਿਖ ਦਿੱਤਾ। ਸੋ ਇਹ ਪ੍ਰੋਗਰਾਮ ਵੀ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਦਿਖਾਈ ਦੇਗਾ ਜਿਵੇਂ ਉੱਪਰ ਲਿਖਿਆ ਹੋਇਆ ਸਿਲੈਕਟ ਯੂਅਰ ਆਫੀਸ਼ੀਅਲ ਲੈਂਗੁਏਜ, ਥੱਲੇ ਹਿੰਦੀ, ਇੰਗਲਿਸ਼, ਤਮਿਲ, ਉਰਦੂ, ਬੰਗਲਾ ਦੇ ਖੱਬੇ ਪਾਸੇ ਸਾਨੂੰ ਇੱਕ ਗੋਲਾਕਾਰ ਆਈਕਨ ਦਿਖਾਈ ਦੇ ਰਿਹਾ ਜਿਸ ਨੂੰ ਅਸੀਂ ਰੇਡੀਓ ਬਟਨ ਕਹਿੰਦੇ ਹਾਂ। ਸੋ ਇਹਨਾਂ ਸਾਰਿਆਂ ਚੋਇਸ ਵਿੱਚੋਂ ਅਸੀਂ ਸਿਰਫ ਇੱਕ ਹੀ ਚੋਇਸ ਦੀ ਚੋਣ ਕਰ ਸਕਦੇ ਹਾਂ। ਸੋ ਜਿਵੇਂ ਅਸੀਂ ਹੁਣ ਇਸ ਪ੍ਰੋਗਰਾਮ ਵਿੱਚ ਦੇਖ ਪਾ ਰਹੇ ਹਾਂ ਫਾਰਮ ਟੈਗ ਦੇ ਵਿੱਚ ਅਸੀਂ ਪਹਿਲਾਂ ਲੇਬਲ ਲਿਖਿਆ ਹੈ ਸਿਲੈਕਟ ਯੂਅਰ ਆਫੀਸ਼ੀਅਲ ਲੈਂਗੁਏਜ ਅਤੇ ਹਰੇਕ ਰੇਡੀਓ ਟੈਗ ਦੇ ਵਿੱਚ ਅਸੀਂ ਵੱਖ-ਵੱਖ ਸਬਜੈਕਟ ਦੇ ਨੇਮ ਦਰਸਾਏ ਨੇ ਜਿਵੇਂ ਹਿੰਦੀ, ਇੰਗਲਿਸ਼, ਤਮਿਲ, ਉਰਦੂ, ਬੰਗਲਾ। ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਵੈਬ ਬਰਾਊਜ਼ਰ ਵਿੱਚ ਖੋਲਾਂਗੇ ਤਾਂ ਇਹ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਦਿਖਾਈ ਦੇਵੇਗਾ। ਤੇ ਇਸ ਵਿੱਚ ਅਸੀਂ 5 ਲੈਂਗੁਏਜ ਲਈਆਂ ਨੇ। ਜੇ ਤੁਸੀਂ ਹੋਰ ਵੀ ਲੈਂਗੁਏਜ ਲਿਖਣਾ ਚਾਹੁੰਦੇ ਤੁਹਾਨੂੰ ਉਨੇ ਹੀ ਇਨਪੁਟ ਟੈਗ ਜਿਹੜੇ ਵਰਤਣੇ ਪੈਣਗੇ। ਸੋ ਰੇਡੀਓ ਬਟਨ ਦੇ ਰਾਹੀਂ ਅਸੀਂ ਦਿੱਤੀਆਂ ਗਈਆਂ ਸਿਲੈਕਸ਼ਨ ਵਿੱਚੋਂ ਕਿਸੇ ਇੱਕ ਦੀ ਚੋਣ ਕਰ ਸਕਦੇ ਹਾਂ। ਸੋ ਹੁਣ ਅਸੀਂ ਰੇਡੀਓ ਬਟਨ ਦੀ ਵਰਤੋਂ ਕਰਨ ਵਾਸਤੇ ਸਿੱਖ ਲੈਂਦੇ ਹਾਂ। ਇਸ ਵਿੱਚ ਵੀ ਅਸੀਂ ਫਾਰਮ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਦਰਮਿਆਨ ਅਸੀਂ ਆਪਣਾ ਪੂਰਾ ਕੋਡ ਲਿਖਾਂਗੇ। ਸਭ ਤੋਂ ਪਹਿਲਾਂ ਅਸੀਂ ਇੱਕ ਲੇਬਲ ਲਿਆ ਸਿਲੈਕਟ ਯੂਅਰ ਆਫੀਸ਼ੀਅਲ ਲੈਂਗੁਏਜ। ਉਸ ਤੋਂ ਬਾਅਦ ਅਸੀਂ ਹੁਣ ਇਨਪੁਟ ਟਾਈਪ ਅਤੇ ਮੈਂਸ਼ਨ ਕਰਾਂਗੇ ਰੇਡੀਓ ਅਤੇ ਵੈਲਿਊ ਜੋ ਤੁਹਾਡੇ ਸਬਜੈਕਟ ਨੂੰ ਦਰਸਾ ਰਹੀ ਹੈ। ਇਸ ਤਰ੍ਹਾਂ ਦੇ ਨਾਲ ਅਸੀਂ ਸਿਰਫ ਚੈੱਕ ਬਾਕਸ ਦੀ ਜਗ੍ਹਾ ਰੇਡੀਓ ਲਗਾਇਆ, ਬਾਕੀ ਸਾਰਾ ਕੋਡ ਚੈੱਕ ਬਾਕਸ ਵਾਂਗ ਹੀ ਹੈ। ਸੋ ਹੁਣ ਜਿਵੇਂ ਹੀ ਅਸੀਂ ਫਾਈਲ ਦੇ ਵਿੱਚ ਓਪਨ ਇਨ ਡਿਫਾਲਟ ਯੂਅਰ 'ਤੇ ਕਲਿੱਕ ਕਰਾਂਗੇ ਤੇ ਹੁਣ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜੇ ਚੈੱਕ ਬਾਕਸ ਦੀ ਜਗ੍ਹਾ ਹੁਣ ਰਾਊਂਡ ਸ਼ੇਪ ਵਿੱਚ ਰੇਡੀਓ ਬਟਨ ਆ ਚੁੱਕੇ ਆ। ਸੋ ਰੇਡੀਓ ਬਟਨ ਦੀ ਵਰਤੋਂ ਅਸੀਂ ਉਦੋਂ ਕਰਦੇ ਜਦੋਂ ਅਸੀਂ ਕਾਫੀ ਸਾਰੀਆਂ ਸਿਲੈਕਸ਼ਨ ਵਿੱਚੋਂ ਸਿਰਫ ਇੱਕ ਦੀ ਚੋਣ ਕਰਨੀ ਹੋਵੇ ਜਿਵੇਂ ਹਿੰਦੀ, ਸਿਰਫ ਇੱਕ ਹੀ ਆਪਸ਼ਨ ਸਿਲੈਕਟ ਹੋਏਗਾ। ਜੇਕਰ ਮੈਂ ਇੰਗਲਿਸ਼ ਦੀ ਚੋਣ ਕਰਦਾ ਹਾਂ ਤਾਂ ਹਿੰਦੀ ਦੀ ਜਗ੍ਹਾ ਇੰਗਲਿਸ਼ ਸਿਲੈਕਟ ਹੋ ਜਾਏਗਾ। ਸੋ ਰੇਡੀਓ ਬਟਨ ਦੀ ਵਰਤੋਂ ਅਸੀਂ ਉਦੋਂ ਕਰਦੇ ਜਦੋਂ ਜਿੱਦਾਂ ਅਸੀਂ ਬਹੁਤ ਸਾਰੀਆਂ ਸਿਲੈਕਸ਼ਨਾਂ ਵਿੱਚ ਸਿਰਫ ਇੱਕ ਹੀ ਸਿਲੈਕਸ਼ਨ ਕਰਨੀ ਹੋਵੇ ਉਸ ਵੇਲੇ ਆਪਾਂ ਰੇਡੀਓ ਬਟਨ ਦੀ ਵਰਤੋਂ ਕਰ ਸਕਦੇ ਹਾਂ। 6ਵਾਂ ਟੌਪਿਕ ਹੈ ਸਿਲੈਕਸ਼ਨ ਲਿਸਟ ਕੰਟਰੋਲ। ਸੋ ਸਿਲੈਕਸ਼ਨ ਲਿਸਟ ਕੰਟਰੋਲ ਰਾਹੀਂ ਯੂਜ਼ਰ ਇੱਕ ਲਿਸਟ ਵਿੱਚੋਂ ਇੱਕ ਜਾਂ ਇੱਕ ਤੋਂ ਜ਼ਿਆਦਾ ਵਿਕਲਪਾਂ ਨੂੰ ਚੁਣ ਸਕਦਾ ਹੈ ਅਤੇ ਇਸ ਨੂੰ ਡ੍ਰੌਪ ਡਾਊਨ ਲਿਸਟ ਵੀ ਕਿਹਾ ਜਾਂਦਾ ਹੈ। ਸੋ ਸਿਲੈਕਸ਼ਨ ਲਿਸਟ ਕੰਟਰੋਲ ਵਿੱਚ ਸਿਲੈਕਟ ਟੈਗ ਰਾਹੀਂ ਅਸੀਂ ਲਿਸਟ ਬਣਾ ਸਕਦੇ ਹਾਂ ਅਤੇ ਸਿਲੈਕਸ਼ਨ ਲਿਸਟ ਵਿੱਚ ਦੀਆਂ ਵੱਖ-ਵੱਖ ਆਪਸ਼ਨਾਂ ਨੂੰ ਸੈੱਟ ਕਰਨ ਲਈ ਆਪਸ਼ਨ ਟੈਗ ਐਟਰੀਬਿਊਟ ਵਰਤਿਆ ਜਾਂਦਾ ਹੈ। ਸੋ ਇਸ ਦੀ ਉਦਾਹਰਨ ਹੈ ਸਭ ਤੋਂ ਪਹਿਲਾਂ ਅਸੀਂ ਲੇਬਲ ਦਿੱਤਾ ਹੈ ਸਿਲੈਕਟ ਯੂਅਰ ਕਲਾਸ। ਉਸ ਤੋਂ ਬਾਅਦ ਅਸੀਂ ਟੈਗ ਵਰਤਿਆ ਹੈ ਸਿਲੈਕਟ ਨੇਮ ਇਕੁਅਲ ਟੂ ਇਸ ਦਾ ਨੇਮ ਰੱਖ ਦਿੱਤਾ ਅਸੀਂ ਕਲਾਸ। ਉਸ ਤੋਂ ਬਾਅਦ ਸਿਲੈਕਟ ਟੈਗ ਸਾਨੂੰ ਦੱਸ ਰਿਹਾ ਹੈ ਵੀ ਅਸੀਂ ਇੱਕ ਸਿਲੈਕਸ਼ਨ ਲਿਸਟ ਬਣਾਉਣ ਜਾ ਰਹੇ ਹਾਂ। ਸੋ ਸਿਲੈਕਸ਼ਨ ਲਿਸਟ ਬਣਾਉਣ ਤੋਂ ਬਾਅਦ ਉਸ ਦੇ ਵਿੱਚ ਜੋ ਵੀ ਅਸੀਂ ਆਈਟਮਾਂ ਪਾਵਾਂਗੇ ਉਹਨਾਂ ਆਈਟਮਾਂ ਲਈ ਅਸੀਂ ਆਪਸ਼ਨ ਟੈਗ ਵਰਤਿਆ ਹੈ ਆਪਸ਼ਨ ਵੈਲਿਊ ਇਕੁਅਲ ਟੂ 10th ਰਾਈਟ ਐਂਗਲ ਬ੍ਰੈਕਟ 10th ਤੇ ਆਪਸ਼ਨ ਟੈਗ ਨੂੰ ਅਸੀਂ ਅਖੀਰ ਵਿੱਚ ਬੰਦ ਕਰ ਦਿੱਤਾ। ਉਸੇ ਤਰ੍ਹਾਂ ਦੇ ਨਾਲ ਦੂਸਰਾ ਆਪਸ਼ਨ ਟੈਗ ਦੇ ਰਾਹੀਂ ਅਸੀਂ ਹੁਣ ਦੂਸਰੇ
ਲਿਸਟ ਦੀ ਦੂਸਰੀ ਵੈਲਿਊ ਦਾਂਗੇ 12 ਅਤੇ ਬਾਹਰ ਇਸਦੇ ਲਿਖਿਆ ਕਿ ਹੋਇਆ ਕੀ ਨਜ਼ਰ ਆਵੇ 12। ਉਸ ਤੋਂ ਬਾਅਦ ਅਸੀਂ ਆਪਸ਼ਨ ਟੈਗ ਨੂੰ ਬੰਦ ਕਰ ਦਿੱਤਾ ਹੈ, ਲਾਸਟ ਅਸੀਂ ਸਿਲੈਕਟ ਟੈਗ ਨੂੰ ਬੰਦ ਕਰ ਦਿੱਤਾ ਹੈ। ਸੋ ਕਲਾਸ ਲਿਸਟ ਦੇ ਵਿੱਚ ਤੁਸੀਂ ਜਿੰਨੀਆਂ ਵੀ ਆਈਟਮ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਆਪਸ਼ਨ ਟੈਗ ਦੀ ਵਰਤੋਂ ਕਰਦੇ ਹੋਏ ਉਨੀਆਂ ਹੀ ਲਿਸਟ ਆਈਟਮ ਨੂੰ ਦਰਸਾ ਸਕਦੇ ਹੋ। ਸੋ ਇਹ ਪ੍ਰੋਗਰਾਮ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਦਿਖਾਈ ਦੇਗਾ। ਸਿਲੈਕਟ ਯੂਅਰ ਸਟੇਟ, ਦਿੱਲੀ, ਰਾਜਸਥਾਨ, ਹਰਿਆਣਾ। ਇੱਕ ਲਿਸਟ ਵਿੱਚੋਂ ਇੱਕ ਤੋਂ ਜ਼ਿਆਦਾ ਆਈਟਮ ਦੀ ਚੋਣ ਕਰਨ ਲਈ ਅਸੀਂ ਸਿਲੈਕਸ਼ਨ ਲਿਸਟ ਕੰਟਰੋਲ ਦੀ ਵਰਤੋਂ ਕਰਦੇ ਹਾਂ। ਸੋ ਹੁਣ ਸਿਲੈਕਸ਼ਨ ਲਿਸਟ ਕੰਟਰੋਲ ਸਿਲੈਕਟ ਟੈਗ ਦੀ ਸਾਡੇ ਕੋਲ ਐਟਰੀਬਿਊਟ ਹੇਠ ਲਿਖੇ ਅਨੁਸਾਰ ਹਨ, ਜਿਸ ਵਿੱਚ ਪਹਿਲਾ ਹੈ ਨੇਮ। ਸੋ ਨੇਮ ਐਟਰੀਬਿਊਟ ਦੀ ਵਰਤੋਂ ਕਰਕੇ ਸਰਵਰ ਸਾਈਡ ਸਕ੍ਰਿਪਟਿੰਗ ਭਾਸ਼ਾਵਾਂ ਰਾਹੀਂ ਸਿਲੈਕਟ ਕੀਤੇ ਗਏ ਆਪਸ਼ਨ ਦਾ ਮੁੱਲ ਪ੍ਰਾਪਤ ਕਰਨ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਦੂਸਰਾ ਹੈ ਸਾਈਜ਼ ਐਟਰੀਬਿਊਟ ਦੀ ਵਰਤੋਂ ਕਰਕੇ ਅਸੀਂ ਸਕਰੋਲ ਕਰਨ ਯੋਗ ਲਿਸਟ ਬਾਕਸ ਬਣਾਉਣ ਲਈ ਕਰਦੇ ਹਾਂ। ਇਸ ਦੇ ਰਾਹੀਂ ਅਸੀਂ ਲਿਸਟ ਬਾਕਸ ਵਿੱਚ ਕਿੰਨੀਆਂ ਲਿਸਟ ਆਈਟਮਾਂ ਦਿਖਾਈ ਦੇਣ ਨੂੰ ਨਿਰਧਾਰਤ ਕਰ ਸਕਦੇ ਹਾਂ। ਤੀਸਰਾ ਹੈ ਮਲਟੀਪਲ। ਇਸ ਐਟਰੀਬਿਊਟ ਦੀ ਵਰਤੋਂ ਉਦੋਂ ਕਰਦੇ ਹਾਂ ਜਦੋਂ ਅਸੀਂ ਯੂਜ਼ਰ ਨੂੰ ਇੱਕ ਤੋਂ ਵੱਧ ਲਿਸਟ ਆਈਟਮਾਂ ਦੀ ਸਿਲੈਕਸ਼ਨ ਕਰਨ ਦੀ ਆਗਿਆ ਦੇਣੀ ਹੁੰਦੀ ਹੈ। ਸੋ ਹੁਣ ਤੁਸੀਂ ਇਸ ਦਾ ਪ੍ਰੋਗਰਾਮ ਦੇਖ ਪਾ ਰਹੇ ਹੋ। ਫਾਰਮ ਟੈਗ ਦੇ ਵਿੱਚ ਅਸੀਂ ਲੇਬਲ ਯੂਜ਼ ਕੀਤਾ ਸਿਲੈਕਟ ਯੂਅਰ ਸਟੇਟ। ਉਸ ਤੋਂ ਬਾਅਦ ਆਪਸ਼ਨ ਸਿਲੈਕਟ ਟੈਗ ਦੇ ਰਾਹੀਂ ਅਸੀਂ ਨੇਮ ਰੱਖ ਦਿੱਤਾ ਹੈ ਇਸ ਲਿਸਟ ਦਾ ਸਟੇਟ, ਅਤੇ ਆਪਸ਼ਨ 3 ਅਸੀਂ ਆਪਸ਼ਨ ਟੈਗ ਵਰਤੇ ਨੇ, ਜਿਸ ਵਿੱਚ ਪਹਿਲਾ ਦਿੱਲੀ, ਰਾਜਸਥਾਨ, ਹਰਿਆਣਾ ਸਾਨੂੰ ਸ਼ੋ ਹੋਇਆ ਆ। ਸੋ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਚਲਾਵਾਂਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਸਿਲੈਕਟ ਯੂਅਰ ਸਟੇਟ ਦੇ ਅੰਦਰ ਵੱਖ-ਵੱਖ ਆਪਸ਼ਨ ਨਜ਼ਰ ਆਉਣਗੀਆਂ। ਜਿਸ ਵੀ ਸਟੇਟ 'ਤੇ ਅਸੀਂ ਕਲਿੱਕ ਕਰਾਂਗੇ ਸਾਨੂੰ ਸਿਲੈਕਸ਼ਨ ਲਿਸਟ ਬਾਕਸ ਵਿੱਚ ਉਹੀ ਸਟੇਟ ਨਜ਼ਰ ਆਵੇਗੀ। ਸੋ ਹੁਣ ਅਸੀਂ ਡਰੋਪ ਡਾਊਨ ਲਿਸਟ ਦੇ ਰਾਹੀਂ ਇੱਕ ਪ੍ਰੋਗਰਾਮ ਬਣਾਉਣ ਵਾਸਤੇ ਸਿੱਖ ਲੈਂਦੇ ਹਾਂ। ਸੋ ਇਸ ਦੇ ਲਈ ਇਸ ਨੂੰ ਵੀ ਅਸੀਂ ਫਾਰਮ ਟੈਗ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਦਰਮਿਆਨ ਵਰਤਾਂਗੇ। ਇਸ ਵਿੱਚ ਸਭ ਤੋਂ ਪਹਿਲਾਂ ਅਸੀਂ ਇੱਕ ਲੇਬਲ ਦੇ ਦਿੱਤਾ ਹੈ, ਫਿਰ ਸਿਲੈਕਟ ਯੂਅਰ ਸਟੇਟ। ਉਸ ਤੋਂ ਬਾਅਦ ਅਸੀਂ ਸਿਲੈਕਸ਼ਨ ਲਿਸਟ ਨੂੰ ਬਣਾਉਣ ਲਈ ਇੱਕ ਸਿਲੈਕਟ ਟੈਗ ਦੀ ਵਰਤੋਂ ਕੀਤੀ ਹੈ। ਸਿਲੈਕਟ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਦਰਮਿਆਨ ਹੀ ਅਸੀਂ ਸਾਰੀ ਲਿਸਟ ਆਈਟਮ ਕ੍ਰੀਏਟ ਕਰਾਂਗੇ। ਸੋ ਸਿਲੈਕਟ ਦੇ ਵਿੱਚ ਅਸੀਂ ਇੱਕ ਲਿਸਟ ਦਾ ਨਾਮ ਅਸੀਂ ਰੱਖ ਲਿਆ ਸਟੇਟ। ਉਸ ਤੋਂ ਬਾਅਦ ਆਪਸ਼ਨ ਟੈਗ ਦੀ ਵਰਤੋਂ ਅਸੀਂ ਕਰਦੇ ਹਾਂ। ਜਿਹੜੀ ਸਿਲੈਕਸ਼ਨ ਲਿਸਟ ਹੈ ਉਸ ਵਿੱਚ ਲਿਸਟ ਆਈਟਮ ਨੂੰ ਬਣਾਉਣ ਲਈ ਅਸੀਂ ਆਪਸ਼ਨ ਟੈਗ ਦੀ ਵਰਤੋਂ ਕਰਦੇ ਹਾਂ। ਇਸ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਦਰਮਿਆਨ ਅਸੀਂ ਇਸ ਦੀ ਵੈਲਿਊ ਅਤੇ ਇਸ ਦੀ ਲਿਸਟ ਆਈਟਮ ਦਾ ਨਾਮ ਮੈਂਸ਼ਨ ਕਰਾਂਗੇ। ਇਸ ਤਰ੍ਹਾਂ ਦੇ ਨਾਲ ਇੱਕ ਇੱਕ ਕਰਕੇ ਸਾਰੀਆਂ ਲਿਸਟ ਆਈਟਮ ਅਸੀਂ ਦਰਸਾ ਦੇਵਾਂਗੇ। ਸੋ ਲਾਸਟ ਵਿੱਚ ਅਸੀਂ ਸਿਲੈਕਟ ਅਤੇ ਫਾਰਮ ਟੈਗ ਨੂੰ ਕਲੋਜ਼ ਕਰ ਦਾਂਗੇ। ਹੁਣ ਅਸੀਂ ਇਸ ਪ੍ਰੋਗਰਾਮ ਚਲਾ ਕੇ ਦੇਖ ਲੈਂਦੇ ਹਾਂ। ਓਪਨ ਇਨ ਡਿਫਾਲਟ ਵਿੱਚ ਕਲਿੱਕ ਕਰਾਂਗੇ ਤਾਂ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਜੋ ਅਸੀਂ ਲੇਬਲ ਦਿੱਤਾ ਸੀ ਸਿਲੈਕਟ ਯੂਅਰ ਸਟੇਟ ਉਹ ਇਸ ਤਰ੍ਹਾਂ ਦਾ ਨਾਮ ਨਜ਼ਰ ਆ ਰਿਹਾ। ਜਿਹੜੀ ਪਹਿਲੀ ਲਿਸਟ ਆਈਟਮ ਹੈ ਉਹ ਸਾਨੂੰ ਇੱਥੇ ਨਜ਼ਰ ਆ ਰਹੀ ਹੈ। ਸੋ ਅਸੀਂ ਇਸ ਦੇ ਡਰੋਪ ਡਾਊਨ ਆਈਕਨ 'ਤੇ ਜਿਵੇਂ ਕਲਿੱਕ ਕਰਾਂਗੇ ਇਸ ਵਿੱਚ ਲਿਸਟ ਓਪਨ ਹੋ ਜਾਏਗੀ। ਇਸ ਵਿੱਚ ਜਿਹੜੀ ਵੀ ਸਟੇਟ ਤੁਸੀਂ ਚੂਜ਼ ਕਰੋਗੇ ਉਹ ਆਈਟਮ ਹੀ ਤੁਹਾਨੂੰ ਇਹਦੇ ਵਿੱਚ ਸਿਲੈਕਟ ਕੀਤੀ ਹੋਈ ਨਜ਼ਰ ਆਵੇਗੀ। ਸੋ ਇਸ ਤਰ੍ਹਾਂ ਦੇ ਨਾਲ ਅਸੀਂ ਡਰੋਪ ਡਾਊਨ ਲਿਸਟ ਨੂੰ ਬਣਾ ਸਕਦੇ ਹਾਂ। ਸੱਤਵਾਂ ਹੈ ਫਾਈਲ ਅਪਲੋਡ ਕੰਟਰੋਲ। ਸੋ ਫਾਈਲ ਅਪਲੋਡ ਕੰਟਰੋਲ ਦੀ ਵਰਤੋਂ ਯੂਜ਼ਰ ਵੱਲੋਂ ਫਾਈਲ ਨੂੰ ਅਪਲੋਡ ਕਰਵਾਉਣ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਰਾਹੀਂ ਯੂਜ਼ਰ ਆਪਣੇ ਕੰਪਿਊਟਰ ਤੋਂ ਵੈਬਸਾਈਟ 'ਤੇ ਇੱਕ ਫਾਈਲ ਅਪਲੋਡ ਕਰ ਸਕਦਾ ਹੈ। ਸੋ ਫਾਈਲ ਅਪਲੋਡ ਕੰਟਰੋਲ ਨੂੰ ਫਾਈਲ ਸਿਲੈਕਟ ਬਾਕਸ ਵੀ ਕਿਹਾ ਜਾਂਦਾ ਹੈ ਅਤੇ ਇਸ ਨੂੰ ਵੀ ਇਨਪੁਟ ਟੈਗ ਨਾਲ ਵਰਤਿਆ ਜਾਂਦਾ ਹੈ ਅਤੇ ਇਸ ਦੀ ਟਾਈਪ ਐਟਰੀਬਿਊਟ ਦੇ ਮੁੱਲ ਨੂੰ ਫਾਈਲ ਸੈੱਟ ਕੀਤਾ ਜਾਂਦਾ ਹੈ। ਸੋ ਇਸ ਦੀ ਉਦਾਹਰਨ ਹੈ, ਸਭ ਤੋਂ ਪਹਿਲਾਂ ਲੇਬਲ ਅਪਲੋਡ ਯੂਅਰ ਰਿਜ਼ਿਊਮ, ਲੈਫਟ ਐਂਗਲ ਬ੍ਰੈਕਟ ਇਨਪੁਟ ਟਾਈਪ ਅਸੀਂ ਇਸ ਦੀ ਦਰਸਾਈ ਹੈ ਫਾਈਲ। ਸੋ ਨੇਮ ਰੱਖ ਦਿੱਤਾ ਇਸ ਦਾ ਫਾਈਲ ਅਪਲੋਡ, ਐਕਸੈਪਟ ਇਕੁਅਲ ਟੂ ਇਮੇਜ। ਸੋ ਜਿਵੇਂ ਤੁਸੀਂ ਹੇਠਾਂ ਦੇਖ ਪਾ ਰਹੇ ਹੋ, ਜਦੋਂ ਅਸੀਂ ਉੱਪਰਲਾ ਟੈਗ ਲਿਖਾਂਗੇ ਤਾਂ ਸਾਨੂੰ ਸਾਡੇ ਵੈਬ ਬਰਾਊਜ਼ਰ 'ਚ ਇਸ ਤਰ੍ਹਾਂ ਦੇ ਨਾਲ ਜਿਹੜਾ ਫਾਈਲ ਅਪਲੋਡ ਕੰਟਰੋਲ ਆ ਉਹ ਦਿਖਾਈ ਦੇਵੇਗਾ। ਸੋ ਜਿਵੇਂ ਤੁਸੀਂ ਹੁਣ ਦੇਖ ਪਾ ਰਹੇ ਹੋ, ਅਸੀਂ ਫਾਰਮ ਟੈਗ ਦੇ ਵਿੱਚ ਅਪਲੋਡ ਯੂਅਰ ਰਿਜ਼ਿਊਮ ਲੇਬਲ ਵਰਤਿਆ ਹੈ। ਉਸ ਤੋਂ ਬਾਅਦ ਅਸੀਂ ਇਨਪੁਟ ਟਾਈਪ ਫਾਈਲ ਵਰਤੀ ਹੈ ਅਤੇ ਇਸ ਦਾ ਨਾਮ ਰੱਖ ਦਿੱਤਾ ਰਿਜ਼ਿਊਮ। ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਵੈਬ ਬਰਾਊਜ਼ਰ ਵਿੱਚ ਖੋਲਾਂਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਦਿਖਾਈ ਦੇਵੇਗਾ। ਇਸ ਵਿੱਚ ਅਸੀਂ ਚੂਜ਼ ਫਾਈਲ 'ਤੇ ਕਲਿੱਕ ਕਰਦੇ ਹੋਏ ਆਪਣੇ ਸਿਸਟਮ ਤੋਂ ਕੋਈ ਵੀ ਫਾਈਲ ਇੱਥੇ ਅਪਲੋਡ ਕਰ ਸਕਦੇ ਹਾਂ। ਸੋ ਅਗਲਾ ਸਾਡੇ ਕੋਲ ਪ੍ਰੋਗਰਾਮ ਹੈ ਕਿ ਅਸੀਂ ਫਾਈਲ ਅਪਲੋਡ ਕਰਨ ਲਈ ਇਸ ਬਟਨ ਨੂੰ ਕਿਵੇਂ ਇਨੇਬਲ ਕਰ ਸਕਦੇ ਹਾਂ। ਸੋ ਇਸ ਦੇ ਲਈ ਅਸੀਂ ਦੁਬਾਰਾ ਤੋਂ ਫਾਰਮ ਬਟਨ ਵਰਤਾਂਗੇ। ਫਾਰਮ ਬਟਨ ਦੇ ਅੰਦਰ ਅਸੀਂ ਇੱਕ ਲੇਬਲ ਦਿੱਤਾ ਹੈ ਅਪਲੋਡ ਯੂਅਰ ਰਿਜ਼ਿਊਮ, ਜਿੱਥੇ ਦੇਖ ਕੇ ਅਸੀਂ ਇਹ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸੀਂ ਕੀ ਅਪਲੋਡ ਕਰਨ ਜਾ ਰਹੇ ਹਾਂ। ਉਸ ਤੋਂ ਬਾਅਦ ਅਸੀਂ ਇਨਪੁਟ ਟੈਗ ਦੇ ਰਾਹੀਂ ਇਸ ਦੀ ਟਾਈਪ ਮੈਂਸ਼ਨ ਕਰਾਂਗੇ ਫਾਈਲ ਅਤੇ ਇਸ ਦਾ ਨਾਮ ਦੇ ਦੇਵਾਂਗੇ ਰਿਜ਼ਿਊਮ। ਉਸ ਤੋਂ ਬਾਅਦ ਅਸੀਂ ਫਾਰਮ ਟੈਗ ਨੂੰ ਬੰਦ ਕਰ ਦਿੱਤਾ।
ਸੋ ਹੁਣ ਅਸੀਂ ਫਾਈਲ ਦੇ ਓਪਨ ਇਨ ਡਿਫਾਲਟ ਵਿੱਚ ਕਲਿੱਕ ਕਰਾਂਗੇ ਤਾਂ ਤੁਸੀਂ ਦੇਖ ਪਾ ਰਹੇ ਹੋ ਕਿ ਇੱਥੇ ਜਿਹੜਾ ਲੇਬਲ ਅਸੀਂ ਦਿੱਤਾ ਸੀ ਅਪਲੋਡ ਯੂਰ ਰਿਜ਼ਿਊਮ ਤੇ ਅਸੀਂ ਇਸ ਦੀ ਇਨਪੁਟ ਟਾਈਪ ਦਿੱਤੀ ਸੀਗੀ ਫਾਈਲ। ਜਿਹੜਾ ਚੂਜ਼ ਫਾਈਲ ਦਾ ਆਪਸ਼ਨ ਆ ਰਿਹਾ, ਜਿਵੇਂ ਮੈਂ ਇਸ 'ਤੇ ਕਲਿੱਕ ਕਰਾਂਗਾ ਤੁਹਾਡੀ ਮੈਮਰੀ ਵਿੱਚ ਜਿਸ ਵੀ ਫਾਈਲ ਨੂੰ ਤੁਸੀਂ ਸਿਲੈਕਟ ਕਰਨਾ ਚਾਹੁੰਦੇ ਹੋ ਉਸਨੂੰ ਸਿਲੈਕਟ ਕਰੋ। ਸਿਲੈਕਟ ਕਰਨ ਤੋਂ ਬਾਅਦ ਓਪਨ ਕਰੋ ਤਾਂ ਉਹ ਫਾਈਲ ਤੁਹਾਨੂੰ ਇੱਥੇ ਦਿਖਾਈ ਦੇ ਦੇਵੇਗੀ। ਇਸ ਤਰ੍ਹਾਂ ਦੇ ਨਾਲ ਅਸੀਂ ਫਾਈਲ ਅਪਲੋਡ ਦੀ ਵਰਤੋਂ ਕਰਦੇ ਹੋਏ ਕਿਸੇ ਫਾਈਲ ਨੂੰ ਅਪਲੋਡ ਕਰਕੇ ਸਰਵਰ ਸਾਈਟ ਤੱਕ ਭੇਜ ਸਕਦੇ ਹਾਂ। ਅਗਲਾ ਹੈ ਬਟਨ ਬਣਾਉਣੇ। ਸੋ HTML ਵਿੱਚ ਵੱਖ-ਵੱਖ ਕੰਮਾਂ ਲਈ ਵੱਖ-ਵੱਖ ਕਿਸਮਾਂ ਦੇ ਬਟਨ ਬਣਾਏ ਜਾਂਦੇ ਹਨ ਅਤੇ ਬਟਨਾਂ ਨੂੰ ਵੈਬ ਪੇਜ ਤੇ ਕੁਝ ਕਾਰਵਾਈ ਕਰਨ ਲਈ ਵਰਤਿਆ ਜਾਂਦਾ ਹੈ। ਸੋ ਅਸੀਂ ਇਨਪੁਟ ਟੈਗ ਦੇ ਟਾਈਪ ਐਟਰੀਬਿਊਟ ਦੀ ਵਰਤੋਂ ਕਰਕੇ ਕਲਿੱਕ ਕਰਨ ਯੋਗ ਬਟਨ ਬਣਾ ਸਕਦੇ ਹਾਂ। ਸੋ ਬਟਨ 4 ਤਰ੍ਹਾਂ ਦੇ ਹੁੰਦੇ ਹਨ, ਜਿਸ ਵਿੱਚ ਪਹਿਲਾ ਹੈ ਸਬਮਿਟ ਬਟਨ, ਦੂਸਰਾ ਰੀਸੈਟ ਬਟਨ, ਤੀਸਰਾ ਬਟਨ, ਚੌਥਾ ਇਮੇਜ ਬਟਨ। ਸੋ ਪਹਿਲਾਂ ਅਸੀਂ ਗੱਲ ਕਰਾਂਗੇ ਸਬਮਿਟ ਬਟਨ ਦੀ। ਸਬਮਿਟ ਬਟਨ ਦੀ ਵਰਤੋਂ ਫਾਰਮ ਵਿੱਚ ਭਰੇ ਡਾਟੇ ਨੂੰ ਵੈਬ ਪੇਜ ਤੋਂ ਵੈਬ ਸਰਵਰ ਤੇ ਭੇਜਣ ਲਈ ਕਰਦੇ ਹਾਂ। ਸੋ ਅਸੀਂ ਇਸ ਬਟਨ ਤੇ ਕੋਈ ਵੀ ਲੇਬਲ ਲਗਾ ਸਕਦੇ ਹਾਂ ਅਤੇ ਇਸ ਦੇ 2 ਐਟਰੀਬਿਊਟ ਹੁੰਦੇ ਹਨ। ਪਹਿਲਾ ਟਾਈਪ, ਇਸ ਵਿੱਚ ਸਬਮਿਟ ਕੀਤੀ ਜਾਣ ਵਾਲੀ ਜਾਣਕਾਰੀ ਹੁੰਦੀ ਹੈ ਅਤੇ ਦੂਜਾ ਵੈਲਿਊ, ਇਹ ਸਬਮਿਟ ਬਟਨ ਦਾ ਨਾਮ ਪਰਿਭਾਸ਼ਿਤ ਕਰਦਾ ਹੈ। ਉਦਾਹਰਨ ਦੇ ਲਈ ਲੈਫਟ ਐਂਗਲ ਬ੍ਰੈਕਟ ਇਨਪੁਟ ਟਾਈਪ ਇਸ ਦੀ ਅਸੀਂ ਮੈਂਸ਼ਨ ਕੀਤੀ ਹੈ ਸਬਮਿਟ ਤੇ ਵੈਲਿਊ ਵੀ ਅਸੀਂ ਮੈਂਸ਼ਨ ਕੀਤੀ ਹੈ ਸਬਮਿਟ। ਲਾਸਟ ਵਿੱਚ ਅਸੀਂ ਸਬਮਿਟ ਜਿਹੜਾ ਲੇਬਲ ਹੈ ਉਹ ਲਗਾ ਦਿੱਤਾ ਹੈ। ਸੋ ਹੁਣ ਅਸੀਂ ਇਸ ਦਾ ਪ੍ਰੋਗਰਾਮ ਦੇਖ ਲੈਂਦੇ ਹਾਂ। ਸੋ ਇਸ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਫਾਰਮ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਵਿੱਚ ਇਨਪੁਟ ਟਾਈਪ ਸਬਮਿਟ ਮੈਂਸ਼ਨ ਕਰ ਦਿੱਤਾ ਜੋ ਅਸੀਂ ਉਹਨੇ ਪੜ੍ਹਿਆ ਸੀ। ਜਦੋਂ ਅਸੀਂ ਇਸ ਪ੍ਰੋਗਰਾਮ ਚਲਾਵਾਂਗੇ ਤਾਂ ਸਾਨੂੰ ਇਸ ਤਰ੍ਹਾਂ ਦੇ ਨਾਲ ਸਕਰੀਨ ਤੇ ਜਿਹੜਾ ਸਬਮਿਟ ਬਟਨ ਹੈ ਉਹ ਦਿਖਾਈ ਦੇਵੇਗਾ। ਅਗਲਾ ਹੈ ਰੀਸੈਟ ਬਟਨ। ਸੋ ਰੀਸੈਟ ਬਟਨ ਫਾਰਮ ਵਿੱਚ ਵਰਤੇ ਗਏ ਸਾਰੇ ਕੰਟਰੋਲ ਦੀਆਂ ਐਂਟਰੀਆਂ ਨੂੰ ਉਹਨਾਂ ਦੇ ਸ਼ੁਰੂਆਤੀ ਮੁੱਲਾਂ ਵਿੱਚ ਰੀਸੈਟ ਕਰ ਦਿੰਦਾ ਹੈ ਤਾਂ ਜੋ ਯੂਜ਼ਰ ਗਲਤੀ ਹੋਣ ਤੇ ਜਾਂ ਆਪਣਾ ਵਿਚਾਰ ਬਦਲਣ ਤੇ ਦੁਬਾਰਾ ਡਾਟਾ ਐਂਟਰ ਕਰ ਸਕੇ। ਸੋ ਇਸ ਦੇ 2 ਐਟਰੀਬਿਊਟ ਹੁੰਦੇ ਹਨ, ਟਾਈਪ ਅਤੇ ਵੈਲਿਊ। ਪਹਿਲਾ ਟਾਈਪ, ਇਸ ਵਿੱਚ ਸਬਮਿਟ ਕੀਤੀ ਜਾਣ ਵਾਲੀ ਜਾਣਕਾਰੀ ਹੁੰਦੀ ਹੈ ਅਤੇ ਦੂਜਾ ਵੈਲਿਊ, ਇਹ ਸਬਮਿਟ ਬਟਨ ਦਾ ਨਾਮ ਪਰਿਭਾਸ਼ਿਤ ਕਰਦਾ ਹੈ। ਅਤੇ ਇਸ ਦੀ ਉਦਾਹਰਨ ਹੈ ਲੈਫਟ ਐਂਗਲ ਬ੍ਰੈਕਟ ਇਨਪੁਟ ਟਾਈਪ ਇਕੁਅਲ ਟੂ ਰੀਸੈਟ, ਵੈਲਿਊ ਵੀ ਇਸ ਦੀ ਰੀਸੈਟ ਅਤੇ ਲਾਸਟ ਵਿੱਚ ਅਸੀਂ ਇਸ ਦਾ ਲੇਬਲ ਦਰਸਾ ਦਿੱਤਾ ਰੀਸੈਟ। ਸੋ ਹੁਣ ਅਸੀਂ ਇਸ ਦਾ ਪ੍ਰੋਗਰਾਮ ਦੇਖ ਲੈਂਦੇ ਹਾਂ। ਇਸ ਨੂੰ ਵੀ ਅਸੀਂ ਫਾਰਮ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਵਿੱਚ ਦਰਸਾਇਆ ਹੈ। ਇਸ ਵਿੱਚ ਅਸੀਂ ਸਬਮਿਟ ਅਤੇ ਰੀਸੈਟ ਬਟਨ ਦੋਵਾਂ ਨੂੰ ਇਕੱਠੇ ਦਰਸਾਇਆ। ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਵੈਬ ਬਰਾਊਜ਼ਰ ਵਿੱਚ ਖੋਲਾਂਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਇਹ ਨਜ਼ਰ ਆਵੇਗਾ। ਜਦੋਂ ਵੀ ਅਸੀਂ ਰੀਸੈਟ ਬਟਨ ਤੇ ਕਲਿੱਕ ਕਰਾਂਗੇ ਤਾਂ ਜੇਕਰ ਅਸੀਂ ਫਾਰਮ ਦੇ ਵਿੱਚ ਰੀਸੈਟ ਬਟਨ ਦੇਖ ਪਾ ਰਹੇ ਹਾਂ ਤਾਂ ਫਾਰਮ ਦੇ ਵਿੱਚ ਜੋ ਵੀ ਵੈਲਿਊਜ਼ ਅਸੀਂ ਭਰੀਆਂ ਹੋਈਆਂ ਨੇ, ਸੋ ਰੀਸੈਟ ਬਟਨ ਤੇ ਕਲਿੱਕ ਕਰਦੇ ਹੀ ਉਹ ਸਾਰੇ ਜਿਹੜੇ ਮੁੱਲ ਹੈ ਉਹ ਆਪਣੇ ਸ਼ੁਰੂਆਤੀ ਜਿਹੜੀਆਂ ਵੈਲਿਊਜ਼ ਹੈ ਉੱਥੇ ਹੀ ਚਲੇ ਜਾਣਗੇ। ਸੋ ਹੁਣ ਅਸੀਂ ਸਬਮਿਟ ਅਤੇ ਰੀਸੈਟ ਬਟਨ ਨੂੰ ਵਰਤਣ ਦੇ ਤਰੀਕੇ ਬਾਰੇ ਸਿੱਖ ਲੈਂਦੇ ਹਾਂ। ਇਸ ਦੇ ਲਈ ਵੀ ਅਸੀਂ ਫਾਰਮ ਟੈਗ ਦੀ ਵਰਤੋਂ ਕਰਾਂਗੇ ਅਤੇ ਸਬਮਿਟ ਬਟਨ ਲਈ ਅਸੀਂ ਇਸ ਦੀ ਇਨਪੁਟ ਟਾਈਪ ਮੈਂਸ਼ਨ ਕਰਾਂਗੇ ਸਬਮਿਟ ਅਤੇ ਰੀਸੈਟ ਲਈ ਅਸੀਂ ਇਸ ਦੀ ਇਨਪੁਟ ਟਾਈਪ ਮੈਂਸ਼ਨ ਕਰਾਂਗੇ ਰੀਸੈਟ। ਸੋ ਇਹਨਾਂ ਦੋਨਾਂ ਬਟਨਾਂ ਨੂੰ ਇਸ ਤਰ੍ਹਾਂ ਦੇ ਨਾਲ ਅਸੀਂ ਲਗਾ ਸਕਦੇ ਹਾਂ। ਹੁਣ ਅਸੀਂ ਇਸ ਨੂੰ ਦੇਖ ਲੈਂਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਦਿਖਾਈ ਦੇਣਗੇ। ਸੋ ਓਪਨ ਡਿਫਾਲਟ ਵਿੱਚ ਕਲਿੱਕ ਕਰਨ ਤੋਂ ਬਾਅਦ ਸਬਮਿਟ ਅਤੇ ਰੀਸੈਟ ਬਟਨ ਸਾਨੂੰ ਕੁਝ ਇਸ ਤਰ੍ਹਾਂ ਨਾਲ ਦਿਖਾਈ ਦੇਣਗੇ। ਸੋ ਸਬਮਿਟ ਬਟਨ ਦੀ ਵਰਤੋਂ ਅਸੀਂ ਉਦੋਂ ਕਰ ਸਕਦੇ ਜਦੋਂ ਅਸੀਂ ਇਸ ਬਟਨ ਤੇ ਕਲਿੱਕ ਕਰਕੇ ਫਾਰਮ ਵਿੱਚ ਭਰਿਆ ਸਾਰਾ ਡਾਟਾ ਸਰਵਰ ਤੇ ਭੇਜਣਾ ਚਾਹੁੰਦੇ ਹਾਂ ਅਤੇ ਰੀਸੈਟ ਬਟਨ ਦੀ ਵਰਤੋਂ ਅਸੀਂ ਉਦੋਂ ਕਰ ਸਕਦੇ ਜਦੋਂ ਅਸੀਂ ਫਾਰਮ ਵਿੱਚ ਭਰਿਆ ਡਾਟੇ ਨੂੰ ਮਿਟਾਉਣਾ ਚਾਹੁੰਦੇ ਹਾਂ। ਉਸ ਟਾਈਮ ਲਈ ਅਸੀਂ ਰੀਸੈਟ ਬਟਨ ਦੀ ਵਰਤੋਂ ਕਰ ਸਕਦੇ ਹਾਂ। ਤੀਸਰਾ ਹੈ ਸਾਡੇ ਕੋਲ ਬਟਨ। ਸੋ ਬਟਨ ਇੱਕ ਅਜਿਹਾ ਟੈਗ ਹੈ ਜੋ ਬਟਨ ਬਣਾਉਣ ਲਈ ਵਰਤਿਆ ਜਾਂਦਾ ਹੈ ਅਤੇ ਇਸ ਦੀ ਵਰਤੋਂ ਕਲਾਇੰਟ ਸਾਈਡ ਸਕ੍ਰਿਪਟਿੰਗ ਭਾਸ਼ਾਵਾਂ ਜਿਵੇਂ ਜਾਵਾਸਕ੍ਰਿਪਟ ਵਿੱਚ ਲਿਖੇ ਕੋਡ ਨੂੰ ਰਨ ਕਰਨ ਲਈ ਕੀਤੀ ਜਾਂਦੀ ਹੈ। ਸੋ ਇਸ ਤਰ੍ਹਾਂ ਦੇ ਬਟਨ ਨੂੰ ਬਣਾਉਣ ਲਈ ਬਟਨ ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। ਸੋ ਇਸ ਦੀ ਉਦਾਹਰਨ ਹੈ ਲੈਫਟ ਐਂਗਲ ਬ੍ਰੈਕਟ ਬਟਨ ਨੇਮ ਇਕੁਅਲ ਟੂ ਜੋ ਵੀ ਤੁਸੀਂ ਬਟਨ ਦਾ ਨਾਮ ਰੱਖਣਾ ਹੈ, ਲੌਗਇਨ, ਵੈਲਿਊ ਇਕੁਅਲ ਟੂ ਲੌਗਇਨ ਪਲੱਸ ਅਸੀਂ ਲੌਗਇਨ ਲੇਬਲ ਦਰਸਾ ਦਿੱਤਾ ਹੈ। ਸੋ ਹੁਣ ਅਸੀਂ ਬਟਨ ਦਾ ਪ੍ਰੋਗਰਾਮ ਦੇਖ ਲੈਂਦੇ ਹਾਂ। ਸੋ ਬਟਨ ਨੂੰ ਵੀ ਅਸੀਂ ਫਾਰਮ ਦੇ ਓਪਨਿੰਗ ਅਤੇ ਕਲੋਜ਼ਿੰਗ ਟੈਗ ਦੇ ਵਿਚਕਾਰ ਲਿਖਦੇ ਹਾਂ। ਸੋ ਜਿਵੇਂ ਦੇਖ ਪਾ ਰਹੇ ਹੋ ਬਟਨ ਨੇਮ ਇਕੁਅਲ ਟੂ ਲੌਗਇਨ, ਵੈਲਿਊ ਇਕੁਅਲ ਟੂ ਲੌਗਇਨ ਪਲੱਸ ਅਸੀਂ ਲੌਗਇਨ ਲੇਬਲ ਦਰਸਾਇਆ। ਸੋ ਜਦੋਂ ਅਸੀਂ ਇਸ ਨੂੰ ਵੈਬ ਬਰਾਊਜ਼ਰ ਵਿੱਚ ਖੋਲਾਂਗੇ ਤਾਂ ਸਾਨੂੰ ਕੁਝ ਇਸ ਤਰ੍ਹਾਂ ਦੇ ਨਾਲ ਲੌਗਇਨ ਬਟਨ ਸਾਨੂੰ ਵੈਬ ਬਰਾਊਜ਼ਰ ਸਕਰੀਨ ਤੇ ਨਜ਼ਰ ਆਵੇਗਾ। ਸੋ ਇਸ ਪ੍ਰੋਗਰਾਮ ਵਿੱਚ ਅਸੀਂ ਸਿੱਖਾਂਗੇ ਕਿ ਅਸੀਂ ਬਟਨ ਟੈਗ ਦੀ ਵਰਤੋਂ ਕਰਦੇ ਹੋਏ ਕੋਈ ਵੀ ਬਟਨ ਫਾਰਮ ਵਿੱਚ ਕਿਵੇਂ ਦਾਖਲ ਕਰ ਸਕਦੇ ਹਾਂ। ਸੋ ਉਸ ਦੇ ਲਈ ਅਸੀਂ ਫਾਰਮ ਟੈਗ ਦੇ ਵਿੱਚ ਇੱਕ ਬਟਨ ਟੈਗ ਵਰਤਾਂਗੇ ਅਤੇ ਇਸ ਦੇ ਐਟਰੀਬਿਊਟ ਨੇਮ ਵਰਤਾਂਗੇ। ਨੇਮ
जो नेम जो भी असीं निर्धारित करेंगे बटन का वो नेम इत्थे सानूं शो होएगा। सो लास्ट विच असीं बटन दे विच जो नाम शो होना करना चाहते हो इसनूं लास्ट लिख देंगे। सो एंड विच असीं फॉर्म नूं क्लोज कर देंगे। सो हुण असीं इसनूं चला के देख लैंदे हां। सो बटन लॉगिन सानूं कुछ इस तरह दे नाल नज़र आवेगा। सो लॉगिन बटन की कोडिंग है वो तुहाडे वल्लों वरती जा रही भाषा या स्क्रिप्टिंग लैंग्वेज डिपेंड करती है। तुसीं किहड़ी स्क्रिप्टिंग भाषा की वरतों करते हुए इस बटन की कोडिंग कर रहे हो। तो जो तुसीं कोडिंग करने तो बाद इस बटन पर क्लिक करोगे तो उसी तरह के नाल ही रिएक्ट करेगा। चौथा साडे कोल है इमेज बटन। सो इमेज बटन की वरतों इमेज बैकग्राउंड वाला बटन बनाने की जाती है। सो इसकी उदाहरण है फॉर्म का ओपनिंग टैग, उस तो बाद इनपुट टाइप इक्वल टू असीं लिखांगे इमेज, सोर्स में असीं उस पिक्चर नूं लगा सकते हैं जो सानूं बटन के रूप में लभे। लास्ट में असीं इसका अल्टरनेट टैक्सट सबमिट दे सकते हैं। जो भी असीं इस बटन पर अपना माउस लेके आइए तो अल्टरनेट टैक्सट सबमिट सानूं नजर आए। तो लास्ट में असीं फॉर्म टैग का क्लोजिंग टैग लगा दिता है। सो हुण असीं इसका एक उदाहरण देख लैंदे हां। तो जिवें तुसीं इस प्रोग्राम में देख पा रहे हो फॉर्म के ओपनिंग और क्लोजिंग टैग के विच असीं इमेज बटन का टैग मैंशन कर दिता है। जो असीं इस प्रोग्राम चलावांगे तो सानूं कुछ इस तरह के नाल जिहड़ा बटन है वो दिखाई देगा। सो अगे हुण साडा टॉपिक है फॉर्म तैयार करना। तो जिन्ने भी असीं हुण तक फॉर्म के कंट्रोल पढ़े है सारे कंट्रोल नूं वरत के असीं एक प्रोग्राम बनाया। जो असीं प्रोग्राम नूं चलावांगे तो सानूं कुछ इस तरह के नाल फॉर्म दिखाई देगा। सो हुण असीं एक वैबसाइट या वैब डिवेलपमेंट के पड़ाव बारे जान लैंदे हां कि एक वैबसाइट नूं बनाउण दे किहड़े-किहड़े पड़ाव ने। सो वैब डिवेलपमेंट तो भाव हुंदा है वैबसाइटां नूं बनाउणा अते उन्हां दी साਂਭ संभाल करना। अते इस विच वैब डिजाइन, वैब पब्लिशिंग, वैब प्रोग्रामिंग अते डाटाबेस मैनेजमेंट वर्गे पहलू शामिल हुंदे हन। वैब डिवेलपमेंट विच एक वैबसाइट नूं बनाउण, संभालण अते प्रबंधन लई लोड़ींदियां ਉਹ ਸਾਰੀਆਂ क्रियावां अपडेट अते ऑपरेशन हुंदे हन जो कि वैबसाइट के प्रदर्शन, यूजर के अनुभव अते साइट की स्पीड नूं वधिया बनाउण विच मदद करदे हन। सो एक वैबसाइट नूं मेनटेन करन अते बनाउण वाले नूं वैब डिवेलपर या वैब प्रोग्रामर कहा जाता है। सो वैब डिवेलपर एक वैबसाइट नूं बनाउण लई HTML, CSS, जावास्क्रिप्ट अते सर्वर साइड स्क्रिप्टिंग भाषावां की वरतों करते हैं। सो वैब डिवेलपमेंट प्रोसैस विच वैबसाइट बनाउण लई लोड़ींदे वक्खो वक्खरे कामां नूं करवाउण लई माहिरां दी एक टीम की लोड़ पैंदी है। वैब डिवेलपमेंट विच एक वैब प्रोजैक्ट नूं विकसित करन लई लोड़ींदे ਵੱਖ-ਵੱਖ पड़ाव हेठ लिखे अनुसार हैं। जिस विच इसका पहला पड़ाव है जानकारी इकट्ठी करना, दूसरा यह पड़ाव है योजनाबंदी, तीसरा पड़ाव है डिजाइन अते लेआउट, चौथा पड़ाव है डिवेलपमेंट, पंजवां पड़ाव है टेस्टिंग अते लॉन्च अते छेवां पड़ाव है इसका रख रखाव। सो इन्हां 6 पड़ावां नूं ध्यान विच रखते हुए एक वैब डिवेलपर एक वैबसाइट की जिहड़ी डिवेलपमेंट है वो करता है। सो असीं इन्हां 6 पड़ावां नूं एक करके जान लैंदे हां। सब तो पहलां साडे कोल जानकारी इकट्ठा करना। सो जानकारी इकट्ठी करना इस विच ग्राहकां दी जरूरत नूं समझना, उन्हां दी जरूरतां नूं पहचान करना अते संपूर्ण हल प्रदान करन विच उन्हां दी मदद करना शामिल हुंदा है। सो इस पड़ाव विच हेठ लिखे नुकते विचारे जाते हैं। सब तो पहला है वैबसाइट बनाउण दा उद्देश की है कि असीं इस वैबसाइट नूं क्यों बना रहे हैं। दूसरा है वैबसाइट बनाउण दा मुख टीचा की है। तो इस वैबसाइट नूं बना के असीं किहड़ी उपलब्धि हासिल करना चाहुंदे हां। तीसरा साडी वैबसाइट के दर्शक किहड़े होणगे। सो दर्शकों का भाव है भी साडे वैबसाइट के दर्शक बच्चे, बजुर्ग, महिलावां जां किस प्रोफैशन के लोग साडी वैबसाइट नूं वेखणगे। लास्ट विच साडे दर्शक किस किस्म के कंटेंट की भाल करनगे कि साडी वैबसाइट ते पहुँच करते हुए दर्शकों नूं साडी वैबसाइट ते किस तरह की जिहड़ी सूचना है वो मिल सकती है। सो इन्हां सारियां चीज़ों बारे जानकारी इकट्ठी की जाती है। दूसरी इसका पड़ाव है योजनाबंदी। सो योजनाबंदी वैबसाइट नूं पूरा करन दे कारजां नूं तरजीह देण तो इलावा कुछ नहीं हुंदी। सारी योजनाबंदी प्रक्रिया में ग्राहक की शमूलीयत करवाई जाती है अते प्रोजैक्ट बारे सारी जानकारी ग्राहक नूं भी नाल ही मुहैया करवाई जाती है। इस पड़ाव में किए जाने वाले कार्य हेठ लिखे अनुसार हैं। जिस पहला है वैबसाइट का साइट मैप तय करना, सर्वोत्तम यूजर इंटरफेस अते नैविगेशन सिस्टम आसान बनाना, वैबसाइट लई मीनू कंटेंट अते नैविगेशन सिस्टम का फैसला करना,
ਵੈਬਸਾਈਟ ਦੇ ਸਾਰੇ ਖੇਤਰਾਂ ਤੇ ਉਪ ਵਿਸ਼ਿਆਂ ਦੀ ਡਿਟੇਲ ਵਿੱਚ ਲਿਸਟ ਬਣਾਉਣੀ ਆਦਿ ਕੰਮ ਇਸ ਪੜਾਅ ਵਿੱਚ ਕੀਤੇ ਜਾਂਦੇ ਹਨ। ਤੀਸਰਾ ਹੈ ਡਿਜ਼ਾਈਨ ਅਤੇ ਲੇਆਊਟ। ਸੋ ਡਿਜ਼ਾਈਨ ਅਤੇ ਲੇਆਊਟ ਇਸ ਪੜਾਅ ਵਿੱਚ ਵੈਬਸਾਈਟ ਦੀ ਦਿੱਖ ਨਿਰਧਾਰਿਤ ਕੀਤੀ ਜਾਂਦੀ ਹੈ। ਵੈਬ ਡਿਜ਼ਾਈਨਰ ਪ੍ਰੋਜੈਕਟ ਦੀ ਲੋੜ ਅਨੁਸਾਰ ਗ੍ਰਾਫਿਕਸ, ਟਾਈਪੋਗ੍ਰਾਫੀ, ਰੰਗ, ਐਨੀਮੇਸ਼ਨ, ਬਟਨ, ਡ੍ਰੌਪ ਡਾਊਨ ਅਤੇ ਪੌਪਅਪ ਮੈਨੂ ਆਦਿ ਦੀ ਚੋਣ ਕਰਦਾ ਹੈ। ਸੋ ਇਸ ਪੜਾਅ ਵਿੱਚ ਕੀਤੇ ਜਾਣ ਵਾਲੇ ਕੰਮ ਹੇਠ ਲਿਖੇ ਅਨੁਸਾਰ ਹਨ। ਪਹਿਲਾ ਹੈ ਲੋਗੋ ਡਿਜ਼ਾਈਨ ਕਰਨਾ, ਕਿ ਸਾਡੀ ਜਿਹੜੀ ਵੈਬਸਾਈਟ ਦਾ ਮੇਨ ਨਾਮ ਹੈ ਜਾਂ ਲੋਗੋ ਹੈ ਕਿਸ ਤਰ੍ਹਾਂ ਦਾ ਹੋਵੇਗਾ ਜਾਂ ਕਿਸ ਤਰ੍ਹਾਂ ਅਸੀਂ ਇਸ ਨੂੰ ਡਿਜ਼ਾਈਨ ਕਰਾਂਗੇ, ਅਤੇ ਇਸ ਦਾ ਟੈਂਪਲੇਟ ਦੀ ਚੋਣ ਕਰਨਾ ਆਦਿ ਕੰਮ ਡਿਜ਼ਾਈਨ ਅਤੇ ਲੇਆਊਟ ਵਿੱਚ ਕੀਤੇ ਜਾਂਦੇ ਹਨ। ਚੌਥਾ ਇਸ ਦਾ ਪੜਾਅ ਹੈ ਡਿਵੈਲਪਮੈਂਟ। ਸੋ ਇਸ ਪੜਾਅ ਵਿੱਚ ਵੈਬਸਾਈਟ ਨੂੰ ਬਣਾਉਣ ਦਾ ਪ੍ਰੋਸੈਸ ਸ਼ੁਰੂ ਕੀਤਾ ਜਾਂਦਾ ਹੈ ਅਤੇ ਸਾਰੇ ਤੱਤ ਇੱਕ ਕਾਰਜਸ਼ੀਲ ਵੈਬਸਾਈਟ ਨੂੰ ਬਣਾਉਣ ਲਈ ਵਰਤੇ ਜਾਂਦੇ ਹਨ। ਸੋ ਡਿਵੈਲਪਮੈਂਟ ਦੀ ਪ੍ਰਕਿਰਿਆ ਵੈਬਸਾਈਟ ਦੇ ਹੋਮ ਪੇਜ ਤੋਂ ਇਸ ਦੇ ਅੰਦਰੂਨੀ ਵੈਬ ਪੇਜਾਂ ਨੂੰ ਤਿਆਰ ਕਰਨ ਤੱਕ ਚੱਲਦੀ ਹੈ, ਅਤੇ ਇਹਨਾਂ ਨੂੰ ਤਿਆਰ ਕਰਨ ਲਈ ਵੱਖ-ਵੱਖ ਪ੍ਰੋਗਰਾਮਿੰਗ ਭਾਸ਼ਾਵਾਂ ਵਰਤੀਆਂ ਜਾਂਦੀਆਂ ਹਨ। ਪੰਜਵਾਂ ਇਸ ਦਾ ਪੜਾਅ ਹੈ ਟੈਸਟਿੰਗ ਅਤੇ ਲਾਂਚ। ਸੋ ਵੈਬ ਡਿਵੈਲਪਮੈਂਟ ਦੇ ਮੁਕੰਮਲ ਹੋਣ ਤੋਂ ਬਾਅਦ ਵੈਬਸਾਈਟ ਨੂੰ ਵੱਖ-ਵੱਖ ਪਲੇਟਫਾਰਮਾਂ ਉੱਪਰ ਇਸ ਦੀ ਜਾਂਚ ਕੀਤੀ ਜਾਂਦੀ ਹੈ। ਸੋ ਵੈਬਸਾਈਟਾਂ ਦੀ ਜਾਂਚ ਸਫਲਤਾਪੂਰਵਕ ਹੋਣ ਤੇ ਇਸ ਨੂੰ ਜਨਤਕ ਜਾਂ ਲੋਕਾਂ ਦੇ ਦੇਖਣ ਲਈ ਲਾਂਚ ਕਰ ਦਿੱਤਾ ਜਾਂਦਾ ਹੈ। ਇਸ ਪੜਾਅ ਵਿੱਚ ਵੈਬਸਾਈਟ ਟੈਸਟਿੰਗ ਲਈ ਹੇਠਾਂ ਕੰਮ ਕੀਤੇ ਜਾਂਦੇ ਹਨ। ਸਭ ਤੋਂ ਪਹਿਲਾਂ ਇਹ ਸਮੱਗਰੀ ਦੀ ਟੈਸਟਿੰਗ ਕਰਨਾ, ਕਿ ਜਿੰਨੇ ਵੀ ਵੈਬ ਪੇਜ ਅਸੀਂ ਹੋਮ ਪੇਜ ਦੇ ਨਾਲ ਲਿੰਕ ਕੀਤੇ ਆ ਕੀ ਉਹ ਸਹੀ ਕੰਮ ਕਰ ਰਹੇ ਆ ਜਾਂ ਉਹਨਾਂ ਵਿੱਚ ਜੋ ਵੀ ਸਮੱਗਰੀ ਹੈ ਉਹ ਸਹੀ ਦਿਖਾਈ ਦੇ ਰਹੀ ਹੈ। ਦੂਸਰਾ ਹੈ ਕਾਰਜਸ਼ੀਲਤਾ ਦੀ ਟੈਸਟਿੰਗ ਕਰਨਾ। ਸੋ ਵੈਬ ਪੇਜਾਂ ਵਿੱਚ ਜਿੰਨੇ ਵੀ ਅਸੀਂ ਬਟਨ ਵਰਤੇ ਆ, ਜਿਹੜੇ ਵੀ ਅਸੀਂ ਮੈਨੂ ਲਗਾਏ ਨੇ, ਸਾਰੇ ਸਹੀ ਤਰ੍ਹਾਂ ਕੰਮ ਕਰ ਰਹੇ ਆ ਜਾਂ ਨਹੀਂ ਕਰ ਰਹੇ। ਤੀਸਰਾ ਹੈ ਡਿਜ਼ਾਈਨ ਦੀ ਟੈਸਟਿੰਗ ਕਰਨਾ। ਸੋ ਜੋ ਵੀ ਡਿਜ਼ਾਈਨ ਅਸੀਂ ਬਣਾਇਆ ਉਸ ਨੂੰ ਅਸੀਂ ਮੋਬਾਈਲ, ਟੈਬਲੇਟ, ਲੈਪਟਾਪ ਜਾਂ ਡੈਸਕਟਾਪ PC ਸਾਰੇ ਹਰੇਕ ਤਰ੍ਹਾਂ ਦੇ ਪਲੇਟਫਾਰਮ 'ਤੇ ਚਲਾ ਕੇ ਦੇਖਦੇ ਹਾਂ ਕਿ ਉਹਨਾਂ ਵਿੱਚ ਕਿਸ ਤਰ੍ਹਾਂ ਦੇ ਨਾਲ ਇਹ ਵੈਬਸਾਈਟ ਸਾਨੂੰ ਨਜ਼ਰ ਆਵੇਗੀ। ਛੇਵਾਂ ਹੈ ਰੱਖ ਰਖਾਵ। ਸੋ ਰੱਖ ਰਖਾਵ ਦਾ ਅਰਥ ਹੈ ਵੈਬਸਾਈਟ ਦੇ ਕੰਟੈਂਟ ਅਤੇ ਡਿਜ਼ਾਈਨ ਨੂੰ ਯੂਜ਼ਰ ਦੀ ਲੋੜ ਅਨੁਸਾਰ ਅਪਡੇਟ ਕਰਨਾ। ਸੋ ਵੈਬਸਾਈਟ ਦਾ ਰੱਖ ਰਖਾਵ ਇੱਕ ਲਗਾਤਾਰ ਚੱਲਣ ਵਾਲੀ ਪ੍ਰਕਿਰਿਆ ਹੈ। ਇਸ ਪੜਾਅ ਵਿੱਚ ਦਰਸ਼ਕਾਂ ਨੂੰ ਆਕਰਸ਼ਿਤ ਕਰਨ ਅਤੇ ਉਹਨਾਂ ਦੀ ਵੈਬਸਾਈਟ 'ਤੇ ਵਿਜ਼ਿਟ ਦੁਹਰਾਉਣ ਦਾ ਇੱਕ ਵਧੀਆ ਤਰੀਕਾ ਕੰਟੈਂਟ ਨੂੰ ਅਪਡੇਟ ਕਰਨਾ ਅਤੇ ਨਿਯਮਤ ਆਧਾਰ 'ਤੇ ਨਵੇਂ ਕੰਟੈਂਟ ਸ਼ਾਮਲ ਕਰਨਾ ਹੁੰਦਾ ਹੈ।